ਵਾਹਿਗੁਰੂ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸਲੋਕ ਡੰਡੌਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਗੁਰ ਸੇਵਾ ਤੇ ਮਨ ਪਤਿਆਏ। ਗੁਰ ਸੇਵਾ ਤੇ ਮਨ ਪਤਿਆਏ ਗੁਰ ਸੇਵਾ ਤੇ ਮਨ ਪਤਿਆਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਗੁਰ ਸੇਵਾ ਤੇ ਮਨ ਪਤਿਆਏ ਗੁਰ ਸੇਵਾ ਤੇ ਮਨ ਪਤਿਆਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਸੇ ਧਨਵੰਤ ਹਰਿ ਨਾਮ ਕਮਾਏ ਸੇ ਧਨਵੰਤ ਹਰਿ ਨਾਮ ਕਮਾਏ ਸੇ ਧਨਵੰਤ ਹਰਿ ਨਾਮ ਕਮਾਏ ਪੂਰੇ ਗੁਰ ਤੇ ਸੋਝੀ ਪਾਏ ਪੂਰੇ ਗੁਰ ਤੇ ਸੋਝੀ ਪਾਏ ਗੁਰ ਸੇਵਾ ਤੇ ਮਨ ਪਤਿਆਏ ਗੁਰ ਸੇਵਾ ਤੇ ਮਨ ਪਤਿਆਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਹਰ ਹਰ ਨਾਮ ਜਪੋ ਮੇਰੇ ਭਾਈ ਹਰ ਹਰ ਨਾਮ ਜਪੋ
ਨਾਮ ਜਪੋ ਮੇਰੇ ਭਾਈ, ਹਰ ਹਰ ਨਾਮ ਜਪੋ हर हर नाम जपो मेरे भाई, मेरे भाई। हर हर नाम जपो मेरे जपो मेरे भाई, गुरमुख सेवा हर काल थाए पाई। गुरमुख सेवा हर काल थाए पाई। गुर सेवा ते मन पतियाए, गुर सेवा ते मन पतियाए। जिन्ना गुरमुख ध्याया तिन पूछो जाए, जिन्ना गुरमुख ध्याया तिन पूछो जाए। गुर सेवा ते मन पतियाए, गुर सेवा ते मन पतियाए। जिन्ना गुरमुख ध्याया तिन पूछो जाए, जिन्ना गुरमुख ध्याया तिन पूछो जाए। आप पछाण मन निर्मल होए, आप पछाण मन निर्मल होए। आप पछाणै, आप पछाणै मन निर्मल हो। आप पछाणै मन निर्मल हो। आप पछाणै मन निर्मल होए। मन निर्मल होए। आप पछाण मन निर्मल होए, आप पछाण मन निर्मल होए। जीवन मुक्त हर पावै सोए।
ਹਰ ਗੁਣ ਗਾਵੇ ਮਤ ਉਤਮ ਹੋਏ। ਹਰ ਗੁਣ ਗਾਵੇ ਮਤ ਉਤਮ ਹੋਏ। ਸਹਿਜ ਸਹਿਜ ਸਮਾਵੈ ਸੋਏ। ਸਹਿਜ ਸਹਿਜ ਸਮਾਵੈ ਸੋਏ। ਗੁਰ ਸੇਵਾ ਤੇ ਮਨ ਪਤੀ ਆਏ। ਗੁਰ ਸੇਵਾ ਤੇ ਮਨ ਪਤੀ ਆਏ। ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਜਿਨਾ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਦੂਜੇ ਭਾਏ ਨ ਸੇਵਿਆ ਜਾਏ। ਦੂਜੇ ਭਾਏ ਨ ਸੇਵਿਆ ਜਾਏ। ਹਉ ਮੈਂ ਮਾਇਆ ਮਹਾ ਬਿਖ ਖਾਏ। ਹਉ ਮੈਂ ਮਾਇਆ ਮਹਾ ਬਿਖ ਖਾਏ। ਉਤ ਕੁਟੰਬ ਗ੍ਰਹਿ ਮੋਹਿਆ ਮਾਏ। ਉਤ ਕੁਟੰਬ ਗ੍ਰਹਿ ਮੋਹਿਆ ਮਾਏ। ਮਨ ਮੁਖ ਅੰਧਾ ਆਵੇ ਜਾਏ। ਮਨ ਮੁਖ ਅੰਧਾ ਆਵੇ ਜਾਏ। ਹਰ ਹਰ ਨਾਮ ਦੇਵੈ ਜਨ ਸੋਏ। ਹਰ ਹਰ ਨਾਮ ਜਨ ਸੇ ਸੋਏ। ਹਰ ਹਰ ਨਾਮ ਜਨ ਸੋਏ। ਹਰ ਹਰ ਨਾਮ ਦੇਵੈ ਜਨ ਸੋਏ। ਹਰ ਹਰ ਨਾਮ ਦੇਵ ਜਨ ਸੋਏ। ਹਰ ਹਰ ਨਾਮ ਹਰ ਹਰ ਨਾਮ ਦੇਵੈ ਜਨ ਸੋਏ। ਹਰ ਹਰ ਨਾਮ ਦੇਵੈ ਜਨ ਸੋਏ। ਹਰ ਹਰ ਨਾਮ ਦੇਵ ਜਨ ਸੋਏ। ਹਰ ਹਰ ਨਾਮ ਦੇਵੇ ਜਨ ਸੋਏ। ਹਰ ਹਰ ਨਾਮ ਦੇਵੈ ਜਨ ਸੋਏ। ਹਰ ਹਰ ਨਾਮ ਦੇਵੈ ਜਨ ਸੋਏ। ਅਨ ਦਿਨ ਭਗਤ ਸ਼ਬਦੀ ਹੋਏ। ਅਨ ਦਿਨ ਭਗਤ ਗੁਰ ਸ਼ਬਦੀ ਹੋਏ। ਗੁਰਮਤਿ ਬਿਰਲਾ ਪੂਜੈ ਕੋਏ।
ਨਾਨਕ ਨਾਮ ਸਮਾਵੈ ਸੋਇ, ਨਾਨਕ ਨਾਮ ਸਮਾਵੈ ਸੋਇ। ਗੁਰ ਸੇਵਾ ਤੇ ਮਨ ਪਤੀ ਆਏ, ਗੁਰ ਸੇਵਾ ਤੇ ਮਨ ਪਤੀ ਆਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ, ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਗੁਰ ਸੇਵਾ ਤੇ ਮਨ ਪਤੀ ਆਏ, ਗੁਰ ਸੇਵਾ ਤੇ ਮਨ ਪਤੀ ਆਏ। ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ, ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਹਰ ਹਰ ਨਾਮ ਦੇਵੈ ਜਨ ਸੋਏ, ਅਨ ਦਿਨ ਭਗਤ ਗੁਰ ਸ਼ਬਦੀ ਹੋਏ। ਗੁਰਮਤਿ ਬਿਰਲਾ ਬੂਝੈ ਕੋਏ, ਨਾਨਕ ਸਹਿਜ ਸਮਾਵੈ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ ਮਿਹਰਬਾਨ ਅੰਤਰਜਾਮੀ ਸੁਖਾਂ ਦੇ ਸਾਗਰ, ਸਦਾ ਸਹਾਈ ਹੋਣ ਵਾਲੇ, ਮੁਕਤ ਭੁਗਤ ਜੁਗਤ ਦੇ ਦਾਤੇ, ਦੀਨ ਦਿਆਲ ਕਿਰਪਾਲ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ, ਬਾਣੀ ਰੂਪ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ। ਨਾਲੇ ਦਰਸ਼ਨ ਕਰੋ, ਨਾਲੇ ਹੱਥ ਜੋੜੋ, ਨਾਲੇ ਸਿਰ ਨਵਾਓ, ਨਾਲੇ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ, ਨਾਮ ਰਸੀਏ, ਦਿਨ ਰਾਤ ਗੁਰੂ ਘਰ ਦੀ ਸੇਵਾ ਕਰਨ ਵਾਲੇ ਪਰਉਪਕਾਰੀ ਮਹਾਨ ਮਹਾਂਪੁਰਖਾਂ ਦੀ ਪਿਆਰੀ ਮਿੱਠੀ ਯਾਦ ਹਰ ਸਾਲ ਇਸ ਗ੍ਰਹਿ ਵਿਖੇ ਸਾਨੂੰ ਸਾਰਿਆਂ ਨੂੰ ਮਨਾਉਣ ਦਾ ਵਡਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਬੜੀ ਚੰਗੀ ਸੋਚ ਸੋਚੀ ਇਸ ਘਰ ਦੇ ਬਜ਼ੁਰਗਾਂ ਨੇ, ਬਾਪੂ ਖੇਮ ਸਿੰਘ ਜੀ ਨੇ। ਮੈਨੂੰ ਕਹਿਣ ਲੱਗੇ ਮੈਂ ਮਹਾਂਪੁਰਖਾਂ ਦੇ ਨਾਲ ਰਿਹਾ 2-3 ਸਾਲ। ਉਹਨਾਂ ਨੇ ਕਹਿੰਦੇ ਫਿਰ ਮੈਨੂੰ ਘਰ ਭੇਜ ਦਿੱਤਾ ਵੀ ਜਾਓ ਹੁਣ ਆਪਣਾ ਘਰ ਦਾ ਕਾਰੋਬਾਰ ਕਰੋ। ਐਸਾ ਕਹਿੰਦੇ ਮੈਂ ਜੰਜਾਲ ਵਿੱਚ ਫਸਿਆ, ਉਹਨਾਂ ਨੂੰ ਭੁੱਲ ਹੀ ਗਿਆ। ਪਿਛਲੀ ਉਮਰੇ ਫਿਰ ਉਹਨਾਂ ਨੂੰ ਬੜੀ ਯਾਦ ਆਈ, ਉਹਨਾਂ ਦੀ ਬੜੀ ਯਾਦ ਆਈ। ਤੇ ਗਿਆਨੀ ਜੀ ਹੁਣੀ ਕਥਾ ਕਰਦੇ ਤੁਹਾਨੂੰ ਦੱਸ ਰਹੇ ਸਨ। ਮੈਨੂੰ ਕਹਿਣ ਲੱਗੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ। ਮੈਂ ਆਖਿਆ ਦੱਸੋ। ਕਹਿੰਦੇ ਦਿਨ ਰਾਤ ਮੇਰੇ ਮਨ ਵਿੱਚ ਚਿੰਤਾ ਲੱਗੀ ਰਹਿੰਦੀ ਤੇ ਬੋਝ ਬਣਿਆ ਰਹਿੰਦਾ। ਜਿਨ੍ਹਾਂ ਮਹਾਂਪੁਰਖਾਂ ਦੀ ਪ੍ਰੇਰਨਾ ਨਾਲ ਮੈਂ ਸਿੱਖੀ ਧਾਰਨ ਕੀਤੀ, ਗੁਰੂ ਘਰ ਨਾਲ ਜੁੜਿਆ, ਸਮੱਤ ਮਿਲੀ, ਸੰਸਾਰ ਦੇ ਧੰਦਿਆਂ 'ਚ ਲੱਗ ਕੇ ਮੈਂ ਉਹਨਾਂ ਨੂੰ ਭੁੱਲ ਗਿਆ। ਪਰ ਹੁਣ ਮੈਨੂੰ ਉਹਨਾਂ ਦੀ ਬੜੀ ਯਾਦ ਆਉਂਦੀ ਹੈ। ਤੇ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਆ, ਉਹ ਇਹ ਹੈ ਵੀ ਉਹਨਾਂ ਦੀ ਯਾਦ ਮਨਾਇਆ ਕਰੀਏ। ਮੈਂ ਆਖਿਆ ਜੀ ਅਸੀਂ ਤੇ ਆਪ ਹੀ ਚਾਹੁੰਦੇ ਹਾਂ ਗੁਰਮੁਖਾਂ ਮਹਾਂਪੁਰਖਾਂ ਨੂੰ ਜਿੰਨਾ ਵੀ ਚੇਤੇ ਕੀਤਾ ਜਾਵੇ ਰੱਬ ਦੀ ਯਾਦ ਆਏਗੀ। ਉਹਨਾਂ ਦੀ ਯਾਦ ਵਿੱਚ ਰੱਬ ਦੀ ਯਾਦ ਹੈ। ਮੈਂ ਆਖਿਆ ਦੱਸੋ ਕੋਈ ਢੰਗ ਤਰੀਕਾ। ਕਹਿਣ ਲੱਗੇ ਮੈਂ ਸੋਚਿਆ। ਮੈਨੂੰ ਕਹਿਣ ਲੱਗੇ ਮੇਰੇ ਕੋਲ ਤਕਰੀਬਨ 30 ਕਿੱਲੇ ਦੇ ਲਗਭਗ ਜ਼ਮੀਨ ਹੈ ਤੇ ਹੁਣ ਮੇਰਾ ਜ਼ਮੀਨ ਸਾਂਭਣ ਵਾਲਾ ਪੁੱਤ ਇੱਕੋ ਹੀ ਆ। ਇੱਕ ਪੁੱਤ ਉਹਨਾਂ ਦਾ ਸ਼ਹੀਦ ਹੋ ਗਿਆ ਸੀ ਸੰਘਰਸ਼ ਦੇ ਵਿੱਚ। ਇਹ ਉਹਨਾਂ ਦੇ ਪੁੱਤਰ ਨੇ ਸਰਦਾਰ ਅਮਰਤ ਸਿੰਘ ਜੀ। ਕਹਿਣ ਲੱਗੇ ਮੈਂ 8 ਕਿੱਲੇ ਜ਼ਮੀਨ ਤੁਹਾਡੇ ਨਾਮ ਕਰਾ ਦਿੰਦਾ ਹੈ
ਤੇ ਤੁਸੀਂ ਇੱਥੇ ਅੰਮ੍ਰਿਤਸਰ ਆਪਣੇ ਅਸਥਾਨ ਤੇ ਬਾਬਾ ਜੀ ਦਾ ਸਾਲਾਨਾ ਦਿਨ ਮਨਾ ਦਿਆ ਕਰੋ। ਮੈਂ ਆਖਿਆ ਨਹੀਂ, ਜ਼ਮੀਨ ਲੈ ਕੇ ਦਿਹਾੜੇ ਨਹੀਂ ਮਨਾਉਣੇ, ਮਨਾਵਾਂਗੇ ਜੇ ਤੁਹਾਡੇ ਮਹਾਂਪੁਰਖ ਨੇ ਤੇ ਸਾਡੇ ਵੀ ਉਹ ਸਾਂਝੇ ਹੀ ਹੁੰਦੇ ਨੇ ਸਾਰਿਆਂ ਦੇ, ਜਿਨ੍ਹਾਂ ਪਰਉਪਕਾਰ ਕੀਤੇ ਆ ਨਾ ਜੀ, ਉਹ ਸਾਂਝੇ ਹੁੰਦੇ ਨੇ। ਕੁਝ ਦਿਨ ਉਹ ਲਗਾਤਾਰ ਬੈਠੇ ਰਹੇ, ਤੁਰਨ ਨਾ ਉੱਠਣ, ਆਖਣ ਮੈਨੂੰ ਤੁਸੀਂ ਜ਼ਮੀਨ ਲਿਖਾਓ ਮੇਰੇ ਕੋਲੋਂ। ਮੈਂ ਉਹਨਾਂ ਨੂੰ ਬੜੀਆਂ ਦੁਨਿਆਵੀ ਗੱਲਾਂ ਦੱਸੀਆਂ ਵੀ ਤੁਹਾਡਾ ਪੁੱਤ ਹੈ, ਗੁੱਸਾ ਕਰੇਗਾ, ਤੁਹਾਡੇ ਘਰ 'ਚ ਕਲੇਸ਼ ਪਏਗੀ, ਰਿਸ਼ਤੇਦਾਰ ਤੁਹਾਨੂੰ ਵੱਧ ਘੱਟ ਬੋਲਣਗੇ, ਬੁਢੇਪਾ ਹੈ, ਬੁਢੇਪੇ ਵਿੱਚ ਜਦੋਂ ਦੁਬਦਾ ਘਰਾਂ 'ਚ ਪੈ ਜੇ ਬੰਦਾ ਰੁਲ ਜਾਂਦਾ। ਮੈਂ ਆਖਿਆ ਨਾ ਇਸ ਤਰ੍ਹਾਂ ਕਰੀਏ। ਜਦੋਂ ਮੈਂ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਨਾ, ਤੇ ਫਿਰ ਉਹਨਾਂ ਨੇ ਇੱਕ ਗੱਲ ਮੇਰੇ ਅੱਗੇ ਰੱਖੀ, ਕਹਿਣ ਲੱਗੇ ਵੀ ਹੁਣ ਮੈਂ ਬਜ਼ੁਰਗ ਹੋਇਆ, ਪਤਾ ਨਹੀਂ ਕਦੋਂ ਚਾਲਾ ਵਾਜੇ ਤੇ ਮੈਂ ਦਰਗਾਹ 'ਚ ਮੂੰਹ ਕੀ ਵਿਖਾਊਂਗਾ, ਕਿਉਂ ਮੈਂ ਮੁਖੋਂ ਬਚਨ ਕੀਤਾ, ਇਹ ਬਚਨ ਜੇ ਮੈਂ ਪੂਰਾ ਨਾ ਕੀਤਾ ਮੈਂ ਦਰਗਾਹ 'ਚ ਮੂੰਹ ਕੀ ਵਿਖਾਊਂਗਾ। ਉਹਨਾਂ ਆਖਣਾ ਆ ਗਿਆ ਹੀ ਝੂਠਾ, ਝੂਠ ਬੋਲਣ ਵਾਲਾ, ਇਸ ਕਰਕੇ ਮੇਰੇ ਹੁਣ ਮੂੰਹੋਂ ਨਿਕਲਿਆ ਤੇ ਤੁਸੀਂ ਮੇਰੇ ਕੋਲ ਲਿਖਾ ਲਓ। ਮੈਂ ਆਖਿਆ ਬਾਪੂ ਜੇ ਤੇਰੀ ਦਰਗਾਹ 'ਚ ਪੁੱਛਗਿਛ ਹੋਏਗੀ ਤੇ ਪੁੱਛਗਿਛ ਤੇ ਮੇਰੀ ਵੀ ਹੋਣੀ ਆ। ਮੈਨੂੰ ਵੀ ਉਹਨਾਂ ਪੁੱਛਣਾ ਵੀ ਤੂੰ ਚੋਲਾ ਤੇ ਗੋਲ ਪਾ ਕੇ ਇਸ ਵਾਸਤੇ ਧਾਰਨ ਕੀਤੀ ਵੀ ਲੋਕਾਂ ਦੀਆਂ ਜ਼ਮੀਨਾਂ ਮਲਦਾ ਫਿਰੇ, ਤੇ ਤੇਰੀ ਪੁੱਛਗਿਛ ਹੋਏਗੀ, ਤੂੰ ਤੇ ਛੁੱਟ ਗਿਆ ਤੇ ਮੈਨੂੰ ਤੂੰ ਫਸਾਤਾ। ਮੈਂ ਆਖਿਆ ਉਹਨਾਂ ਮੈਨੂੰ ਵੀ ਪੁੱਛਣਾ ਤੇ ਤੂੰ ਬਾਬਾ ਇਸ ਕੰਮ ਨੂੰ ਬੜਿਆ ਫਿਰਦਾ ਵੀ ਲੋਕਾਂ ਦੀਆਂ ਜ਼ਮੀਨਾਂ ਨਾਮ ਕਰਾਉਂਦਾ ਫਿਰੇ। ਉਹਨਾਂ ਨੂੰ ਫਿਰ ਗੱਲ ਨਾ ਕੋਈ ਆਈ, ਚੁੱਪ ਕਰ ਗਏ। ਫਿਰ ਮੈਂ ਆਖਿਆ ਬਾਪੂ ਮੁੱਖ ਗੱਲ ਤੇ ਆ ਵੀ ਮਹਾਂਪੁਰਖਾਂ ਦੀ ਯਾਦ ਮਨਾਉਣੀ ਆ ਤੇ ਆਪਾਂ ਤੁਹਾਡੇ ਘਰੇ ਮਨਾ ਲਿਆ ਕਰਾਂਗੇ। ਕਹਿੰਦਾ ਜੀ ਸਾਡੇ ਘਰ ਕਿਤਨਾ ਮਨਾਈ ਜਾਏਗੀ, ਲਾਗੇ ਬੰਨੇ ਦਾ ਕੋਈ ਆਉਂਦਾ ਨਹੀਂਗਾ, ਕਿਸੇ ਨੂੰ ਪਤਾ ਨਹੀਂ ਹੈਗਾ, ਤੇ ਰਿਸ਼ਤੇਦਾਰਾਂ 'ਚ ਤੁਹਾਨੂੰ ਪਤਾ ਵਿਆਹ ਸ਼ਾਦੀਆਂ ਤੇ ਲੋਕ ਆਉਂਦੇ, ਕੋਈ ਰਿਸ਼ਤੇਦਾਰ ਹੁੰਦਾ ਜਿਹੜਾ ਇਹੋ ਜਿਹਾ ਪ੍ਰੇਮ ਕਰੇ, ਤੇ ਉੱਥੇ ਯਾਦ ਮਨਾਉਣ ਦਾ ਕੰਮ ਔਖਾ ਜਿਹਾ ਹੀ ਆ। ਮੈਂ ਆਖਿਆ ਇਸ ਤਰ੍ਹਾਂ ਹੈ ਵੀ ਕਰਵਾਉਣਾ ਤੇ ਸਭ ਕੁਝ ਸਤਿਗੁਰੂ ਜੀ ਨੇ ਆ, ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਜੀ ਬਲ ਬਖਸ਼ਿਸ਼ ਕਰਨ, ਤੇ ਆਪਾਂ ਮੈਂ ਸੰਗਤਾਂ ਅੱਗੇ ਬੇਨਤੀ ਕਰਾਂਗੇ, ਸੰਗਤਾਂ ਵੀ ਚੱਲਿਆ ਕਰਨ, ਤੇ ਰਾਗੀ ਜਥਿਆਂ ਨੂੰ ਬੇਨਤੀ ਕਰਾਂਗੇ ਵੀ ਉਹ ਵੀ ਨਾਲ ਚੱਲਿਆ ਕਰਨ, ਕਥਾਵਾਚਕ ਵੀ ਨਾਲ ਚੱਲਿਆ ਕਰਨ, ਤੁਹਾਡੇ ਗ੍ਰਹਿ ਵਿਖੇ ਹੀ ਮਹਾਂਪੁਰਖਾਂ ਦਾ ਦਿਹਾੜਾ ਮਨਾਇਆ ਜਾਵੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮਿਹਰ ਕੀਤੀ, ਤੇ ਇਹ ਫਿਰ ਉਹਨਾਂ ਦੇ ਹੁੰਦਿਆਂ ਵੀ ਸਮਾਗਮ ਹੋਇਆ। ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਨੇਕ ਬਣ ਕੇ ਵਿਖਾਇਆ ਕਿ ਮੇਰੇ ਬਾਪ ਨੇ ਇਹ ਕੰਮ ਆਰੰਭ ਕੀਤਾ ਸੀ। ਤੁਹਾਨੂੰ ਪਤਾ ਮਹਿੰਗਾਈ ਬੜੀ, ਖਰਚਾ ਬਹੁਤ ਹੋ ਜਾਂਦਾ ਜੀ, ਕਈ ਵਾਰ ਆਦਮੀ ਦਾ ਮਨ ਹੀ ਹੈ ਨਾ ਬਦਲ ਜਾਂਦਾ ਹੈ, ਪਰ ਸਰਦਾਰ ਅੰਮ੍ਰਿਤ ਸਿੰਘ ਨੇ ਨੇਕ ਪੁੱਤ ਬਣ ਕੇ ਵਿਖਾਇਆ। ਕਹਿਣ ਲੱਗੇ ਆਪਾਂ ਜਿਹੜਾ ਬਾਪੂ ਜੀ ਨੇ ਕਾਰਜ ਆਰੰਭ ਕੀਤਾ ਉਹਨੂੰ ਚੜ੍ਹਦੀ ਕਲਾ ਦੇ ਨਾਲ ਉਸੇ ਤਰ੍ਹਾਂ ਜਾਰੀ ਰੱਖਣਾ ਹੈ। ਇਹਨਾਂ ਦਾ ਹੌਸਲਾ ਵੇਖ ਕੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਇਸ ਤਰ੍ਹਾਂ ਚਾਹੀਦਾ ਹੈ। ਸੋ ਸਤਿਗੁਰੂ ਦੀ ਕਿਰਪਾ ਦੇ ਨਾਲ ਇਹ ਸਮਾਗਮ ਮਹਾਂਪੁਰਖਾਂ ਦੀ ਯਾਦ ਵਿੱਚ ਸੰਗਤ ਜੀ, ਜਿਨ੍ਹਾਂ ਦਿਨਾਂ ਦੇ ਵਿੱਚ ਚਿੱਠੀ ਪੜ੍ਹਨ ਵਾਸਤੇ ਲਾਗੇ ਹੋਰ ਕਿਸੇ ਪਿੰਡੋਂ ਕੋਈ ਬੰਦਾ ਸੱਦਣਾ ਪੈਂਦਾ ਸੀ ਨਾ, ਇੰਨੀ ਅਨਪੜ੍ਹਤਾ ਸੀ। ਇਹ ਗੱਲਾਂ ਤਾਂ ਤੁਸੀਂ ਵੇਖੀਆਂ ਹੋਣੀਆਂ, ਮੈਂ ਵੀ ਵੇਖੀਆਂ। ਪੜ੍ਹਿਆ ਲਿਖਿਆ ਬੰਦਾ ਪਿੰਡਾਂ 'ਚ ਕਿੱਥੇ ਲੱਭਦਾ ਸੀ ਅੱਜ ਤੋਂ 60 ਸਾਲ ਪਹਿਲਾਂ ਜੀ, ਹਾਂਜੀ 70 ਸਾਲ ਪਹਿਲਾਂ, 80 ਸਾਲ ਪਹਿਲਾਂ। ਤੇ ਜਿਨ੍ਹਾਂ ਮਹਾਂਪੁਰਖਾਂ ਦੀ ਆਪਾਂ ਯਾਦ ਕਰ ਰਹੇ ਉਹਨਾਂ ਦਿਨਾਂ ਦੇ ਵਿੱਚ ਉਹ ਡਬਲ MA ਸਨ ਜੀ, ਡਬਲ MA ਜੀ। ਫਿਰ ਇੰਨੀ ਤਰੱਕੀ ਕੀਤੀ, ਗੁਜਰਾਂਵਾਲਾ ਕਾਲਜ ਦੇ ਪ੍ਰਿੰਸੀਪਲ ਰਹੇ, ਬਨਾਰਸ ਯੂਨੀਵਰਸਿਟੀ ਦੇ ਪ੍ਰਿੰਸੀਪਲ ਰਹੇ, ਖਾਲਸਾ ਕਾਲਜ ਦੇ ਪ੍ਰਿੰਸੀਪਲ ਸਨ। ਜਦੋਂ ਉਹ ਇਸ ਮਾਰਗ ਤੇ ਆਏ ਜੀ, ਮਹਾਂਪੁਰਖਾਂ ਦੇ ਦਰਸ਼ਨ ਹੋਏ, ਜੀਵਨ ਬਦਲ ਗਿਆ ਜੀ। ਪਹਿਲਾਂ ਤਰਕਵਾਦੀ ਜੀਵਨ ਸੀ ਉਹਨਾਂ ਦਾ, ਹਾਂਜੀ ਪੜ੍ਹੇ ਲਿਖੇ ਬਹੁਤ ਸਨ, ਤੇ ਬਸ ਜਦੋਂ ਪੂਰਨ ਪੁਰਖਾਂ ਦੇ ਦਰਸ਼ਨ ਹੋ ਜਾਂਦੇ, ਨਿਸ਼ਾਨੀ ਇਹੀ ਹੈ ਭੇਟਤ ਸੰਗ ਪਾਰ ਬ੍ਰਹਮ ਚੇਤ ਆਇਆ। ਸੰਤ ਤੇ ਤਕਰੀਬਨ ਲੀੜੇ ਵੇਖ ਕੇ ਆਪਾਂ ਹਰ ਇੱਕ ਨੂੰ ਆਖੀ ਜਾਂਦੇ ਹਾਂ, 10 15 20 50 ਬੰਦੇ ਜਿਹਦੇ ਮਗਰ ਲੱਗੇ ਹੋਣ ਉਹਨੂੰ ਵੀ ਆਪਾਂ ਆਖੀ ਜਾਂਦੇ ਹਾਂ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਸੰਤ ਉਹਨੂੰ ਮੰਨਿਆ ਜਾ ਸਕਦਾ ਏ ਜਿਹਨੂੰ ਮਿਲ ਕੇ ਪਰਮੇਸ਼ਰ ਦਾ ਚੇਤਾ ਆਵੇ, ਰੱਬ ਦੀ ਯਾਦ ਆਵੇ, ਆਪਣੇ ਆਪ ਹੀ ਅੰਦਰੋਂ ਸਿਮਰਨ ਸ਼ੁਰੂ ਹੋਵੇ, ਵੇਖਦਿਆਂ ਹੀ ਅੰਦਰ ਪਰਮੇਸ਼ਰ ਦਾ ਨਾਮ ਜਾਰੀ ਹੋ ਜਾਵੇ, ਸਮਝੋ ਇਹ ਸੰਤ ਹੈ ਜੀ। ਹਾਂਜੀ, ਤੇ ਮੈਨੂੰ ਮਾਫੀ ਦੇ ਦਿਓ, ਅੱਜ ਕੱਲ੍ਹ ਦੇ ਬਹੁਤੇ ਭੁਲਾਉਣ ਵਾਲੇ ਹੈਗੇ ਜੀ, ਬਹੁਤੇ ਭੁਲਾਉਣ ਵਾਲੇ ਆ। ਮੇਰਾ 54 ਸਾਲ ਦਾ ਤਜਰਬਾ ਹੈ, 54 ਸਾਲ ਹੋ ਗਏ ਮੈਨੂੰ ਗੁਰੂ ਘਰ 'ਚ ਦਿਨ ਰਾਤ। ਅੱਜ ਕੱਲ੍ਹ ਦੇ ਬਹੁਤੇ ਬਾਬਿਆਂ ਦੇ ਕੋਲ
ਜਿਸ ਬੰਦੇ ਨੂੰ ਨਿੰਦਿਆ ਕਰਨ ਦੀ ਜਾਚ ਨਹੀਂ, ਉਹਨਾਂ ਦੀ ਸੰਗਤ 'ਚ ਚਲੇ ਜੇ, ਟ੍ਰੇਨਡ ਹੋ ਜਾਏਗਾ ਨਿੰਦਿਆ ਕਰਨ ਵਿੱਚ ਜੀ। ਈਰਖਾ ਦਵੈਤ ਚੁਗਲੀ ਵਿੱਚ ਟ੍ਰੇਨਡ ਹੋ ਜਾਏਗਾ, ਪਾਰਟੀਬਾਜ਼ੀ 'ਚ ਟ੍ਰੇਨਡ ਹੋ ਜਾਏਗਾ ਜੀ। ਹਉਮੈ ਹੰਕਾਰ ਦੇ ਵਿੱਚ ਜਕੜਿਆ ਜਾਏਗਾ ਜੀ। ਕਿਉਂ? ਬਹੁਤੀ ਦੌੜ ਕਬਜ਼ਿਆਂ ਦੀ ਤੇ ਮਾਇਆ ਦੀ ਹੋ ਗਈ ਹੈ ਜੀ। ਤੇ ਰਾਜਨੀਤਿਕਾਂ ਨਾਲ ਸਾਂਝ ਕਿਸ ਤਰ੍ਹਾਂ ਬਣਾ ਕੇ ਰੱਖਣੀ ਆ, ਇਸ ਪਾਸੇ ਦੀ ਦੌੜ ਹੈਗੀ। ਬੜੇ ਬੜੇ ਅਹੁਦਿਆਂ ਤੇ ਬੈਠੇ ਹੋਏ ਸਾਡੇ ਲੋਕ ਰਾਜਨੀਤੀ ਦਾ ਸ਼ਿਕਾਰ ਹੋ ਗਏ ਜੀ। ਜਿਨ੍ਹਾਂ ਦੇ ਨਾਮ ਲੈ ਕੇ ਦਿਲ ਨੂੰ ਠੰਡ ਪੈਂਦੀ ਸੀ, ਜਿਹੜੇ ਕਿਤੇ ਸਮਾਗਮ ਵਿੱਚ ਆ ਜਾਣ ਤੇ ਸਮਾਗਮ ਨੂੰ 4 ਚੰਨ ਲੱਗ ਜਾਂਦੇ ਸਨ, ਉਹ ਲੋਕ ਰਾਜਨੀਤੀ ਦਾ ਸ਼ਿਕਾਰ ਹੋ ਗਏ। ਲੋਕ ਨਾਰੀ ਅੱਖੀਂ ਵੇਂਦੇ ਜੀ ਉਹਨਾਂ ਵੱਲ ਜੀ। ਉਹਨਾਂ ਨੂੰ ਸਮਾਗਮ ਵਿੱਚ ਆਇਆ, ਉਹਨਾਂ ਨੂੰ ਵੇਖ ਕੇ ਕੋਈ ਖੁਸ਼ ਨਹੀਂ, ਲਾਗਦੀ ਲੰਘਦੇ ਕੋਈ ਉਹਨਾਂ ਦੀ ਸ਼ਕਲ ਵੇਖ ਕੇ ਖੁਸ਼ ਨਹੀਂ ਜਾਏਗਾ ਜੀ। ਕਿਉਂ? ਰਾਜਨੀਤੀ ਦਾ ਸ਼ਿਕਾਰ ਹੋ ਗਏ। ਆਪਣੇ ਅਹੁਦੇ ਵੱਲ ਖਿਆਲ ਨਹੀਂ ਕੀਤਾ, ਧਿਆਨ ਨਹੀਂ ਦਿੱਤਾ, ਬੰਦਿਆਂ ਵੱਲ ਸੁਰਤ ਰੱਖੀ ਵੀ ਇਹਨਾਂ ਬੰਦਿਆਂ ਦੇ ਬਣਾਏ ਹੋਏ ਤੇ ਇਹਨਾਂ ਦੀ ਝੋਲੀ ਚੁੱਕੀ ਜਾਈਏ ਜੀ। ਸੰਗਤਾਂ ਦੇ ਮਨੋਂ ਲੈ ਗਏ ਜੀ ਉਹ ਲੋਕ। ਭਾਵੇਂ ਕਿੱਡੇ ਵੀ ਅਹੁਦੇ ਤੇ ਹੋਵੇ ਬੰਦਾ, ਜਿੰਨਾ ਚਿਰ ਆਪਣਾ ਫਰਜ਼ ਨਹੀਂ ਪਛਾਣੇਗਾ ਉਹਨਾਂ ਚ ਉਹਦਾ ਸਨਮਾਨ ਕਾਇਮ ਨਹੀਂ ਰਹੇਗਾ ਜੀ। ਇਸ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਬਾਬਾ ਜੀ ਬਾਬਾ ਅਤਰ ਸਿੰਘ ਜੀ ਮਹਾਂਪੁਰਖ, ਆਖੋ ਗੱਜ ਕੇ ਧੰਨ ਬਾਬਾ ਅਤਰ ਸਿੰਘ। ਬਾਬਾ ਅਤਰ ਸਿੰਘ ਜੀ ਇੱਕ ਇਹੋ ਜਿਹੇ ਮਹਾਂਪੁਰਖ ਹੋਏ ਨੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਤ ਦਾ ਖਿਤਾਬ ਮਿਲਿਆ। ਸੰਤ ਮਹਾਂਪੁਰਖ ਕਮਾਈਆਂ ਵਾਲੇ ਸੱਚੇ ਸੁੱਚੇ ਸਾਰੇ ਹੀ ਸਾਡੇ ਪੂਜਨੀਕ ਆ ਜੀ, ਚੰਗੇ ਨੇ ਜੀ। ਪਰ ਅਕਾਲ ਤਖਤ ਸਾਹਿਬ ਤੋਂ ਸੰਤ ਦਾ ਖਿਤਾਬ ਮਿਲਿਆ ਤੇ ਮੰਜੀ ਸਾਹਿਬ ਤੇ ਐਲਾਨ ਕੀਤਾ ਗਿਆ ਕਿ ਬਾਬਾ ਅਤਰ ਸਿੰਘ ਜੀ ਸਿੱਖ ਕੌਮ ਦੇ ਸੰਤ ਹਨ ਜੀ। ਇਹ ਐਡੀ ਉੱਚੀ ਕਰਨੀ ਗਿਆਨੀ ਜੀ ਤੁਹਾਨੂੰ ਸੁਣਾ ਰਹੇ ਸਨ। ਕੈਸੇ ਕੈਸੇ ਲੋਕਾਂ ਨੇ ਉਹਨਾਂ ਦੀ ਪ੍ਰੇਰਨਾ ਦੇ ਨਾਲ ਗੁਰਸਿੱਖੀ ਧਾਰਨ ਕੀਤੀ ਤੇ ਕੌਮ ਦੇ ਬੜੇ ਬੜੇ ਮੁਖੀ ਬਣੇ ਜੀ। ਉਹ ਜੀ ਬਾਬਾ ਅਤਰ ਸਿੰਘ ਜੀ ਉਹਨਾਂ ਨੇ ਬਹੁਤ ਸਾਰਿਆਂ ਨੂੰ ਪ੍ਰੇਰ ਕੇ ਇੰਨਾ ਭਜਨ ਕਰਾਇਆ, ਇੰਨੀ ਸੇਵਾ ਕਰਾਈ, ਉਹ ਬੜੇ ਬੜੇ ਮਹਾਨ ਪੁਰਸ਼ ਬਣੇ। ਉਹਨਾਂ ਦੇ ਵਿੱਚ ਸੰਤ ਬਾਬਾ ਤੇਜਾ ਸਿੰਘ ਜੀ ਹਨ ਜੀ। ਬਾਬਾ ਤੇਜਾ ਸਿੰਘ ਜੀ ਹੋਣੀ ਕਿਸੇ ਦੀ ਪ੍ਰੇਰਨਾ ਦੇ ਨਾਲ ਬਾਬਾ ਸ਼ਾਮ ਸਿੰਘ ਜੀ ਦੇ ਦਰਸ਼ਨ ਕਰਨ ਗਏ ਜੀ। ਬਾਬਾ ਸ਼ਾਮ ਸਿੰਘ ਜੀ ਇੱਕ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਦਾ ਇੰਨਾ ਵੱਡਾ ਸਤਿਕਾਰ ਤੇ ਸਨਮਾਨ ਜਿਹਦਾ ਅੰਤ ਹੀ ਕੋਈ ਨਹੀਂ ਹੈਗਾ ਜੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕਿਸੇ ਬੰਦੇ ਦਾ ਨਾਮ ਲੈ ਕੇ ਕਦੇ ਅਰਦਾਸ ਨਹੀਂ ਜੀ ਹੁੰਦੀ। ਹਾਂਜੀ, ਇੱਕ ਬਾਬਾ ਸ਼ਾਮ ਸਿੰਘ ਜੀ ਆ ਜਿਨ੍ਹਾਂ ਦਾ ਨਾਮ ਲੈ ਕੇ ਸਭ ਤੋਂ ਪਹਿਲੀ ਅਰਦਾਸ, ਆਰੰਭਤਾ ਦੀ ਅਰਦਾਸ ਬਾਬਾ ਸ਼ਾਮ ਸਿੰਘ ਜੀ ਦੇ ਨਾਮ ਦੀ ਹੁੰਦੀ ਹੈ ਜੀ। ਇੰਨੇ ਮਹਾਨ ਮਹਾਂਪੁਰਖ ਬਾਬਾ ਸ਼ਾਮ ਸਿੰਘ ਜੀ ਜਿਨ੍ਹਾਂ ਨੇ 3 ਪਹਿਰੇ ਦਾ ਕੀਰਤਨ ਹਰਿਮੰਦਰ ਸਾਹਿਬ ਆਰੰਭ ਕੀਤਾ ਜੀ ਤੇ ਤਕਰੀਬਨ 72 ਸਾਲ ਉਹਨਾਂ ਨੇ ਕੀਰਤਨ ਕੀਤਾ। ਇੱਕ ਦਿਨ ਵੀ ਉਹਨਾਂ ਨੇ ਤਨਖਾਹ ਨਹੀਂ ਲਈ ਜੀ। ਤੇ 20 ਘੰਟੇ ਰੋਜ਼ਾਨਾ ਦਰਬਾਰ ਸਾਹਿਬ ਦੀ ਸੇਵਾ 'ਚ ਬਾਬਾ ਜੀ ਲਾਉਂਦੇ ਹੁੰਦੇ ਸੀ। ਕੁਝ ਗੱਲਾਂ ਇਤਿਹਾਸਕ ਨੇ, ਜੇ ਮੈਂ ਤੁਹਾਨੂੰ ਸੁਣਾਵਾਂ ਤੇ ਹੈਰਾਨੀ ਜੀ ਹੁੰਦੀ ਹੈ ਤੇ ਮਨ ਮੰਨਦਾ ਵੀ ਨਹੀਂ ਵੀ ਇਹਨਾਂ ਗੱਲਾਂ ਨੂੰ ਜ਼ਿਆਦਾ ਕੀਤਾ ਜਾਵੇ। ਉਹਨਾਂ ਦਿਨਾਂ ਵਿੱਚ ਮੰਹਤਾਂ ਦਾ ਕਬਜ਼ਾ ਸੀਗਾ ਜੀ। ਹਾਂਜੀ, ਕਿਉਂ 120 ਸਾਲ ਦੇ ਹੋ ਕੇ ਬਾਬਾ ਜੀ ਨੇ ਸਰੀਰ ਤਿਆਗਿਆ, ਬਾਬਾ ਸ਼ਾਮ ਸਿੰਘ ਜੀ ਨੇ, ਤੇ ਬੜਾ ਚਿਰ ਹੋ ਗਿਆ ਉਹਨਾਂ ਨੂੰ ਸਰੀਰ ਤਿਆਗੇ ਨੂੰ। ਮੰਹਤਾਂ ਦਾ ਕਬਜ਼ਾ ਸੀਗਾ। ਪ੍ਰਕਰਮਾ ਛੋਟੀ ਤੇ ਕੱਚੀ ਸੀ। ਗਾਵਾਂ ਮੱਝਾਂ ਕੁੱਤੇ ਪ੍ਰਕਰਮਾਂ 'ਚ ਗੰਦਗੀ ਪਾ ਜਾਂਦੇ ਸੀ ਤੇ ਜਿਹੜੇ ਕਮੇਟੀ ਵਾਲੇ ਨੌਕਰ ਸ਼ਹਿਰ 'ਚ ਸਫਾਈਆਂ ਕਰਦੇ ਉਹ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਸਾਫ਼ ਕਰਦੇ ਹੁੰਦੇ ਸੀ ਜੀ। ਇਹੋ ਜਿਹੀਆਂ ਗੱਲਾਂ ਸੁਣਾਈਏ ਤੇ ਸ਼ਰਮ ਜੀ ਆਉਂਦੀ ਹੈ ਜੀ। ਧੰਨ ਬਾਬਾ ਸ਼ਾਮ ਸਿੰਘ ਜੀ ਨੇ ਇੱਕ ਐਡਾ ਕੁ ਬਾਟਾ ਚੁੱਕ ਲੈਣਾ ਜੀ, ਇੱਕ ਰੰਬਾ ਰੱਖ ਲੈਣਾ ਜੀ ਕੋਲ, ਝਾੜੂ ਰੱਖ ਲੈਣਾ ਤੇ 20-20 ਘੰਟੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੀ ਸੇਵਾ ਚਲਾ ਦੇਣੀ ਜੀ ਉਹਨਾਂ ਨੇ। ਫਿਰ ਸਹਿਜੇ ਸਹਿਜੇ 2 ਰਲੇ 4 ਰਲੇ ਨਾਲ ਫਿਰ ਬਾਬਾ ਗੁਰਮੁਖ ਸਿੰਘ ਜੀ, ਬਾਬਾ ਸਾਧੂ ਸਿੰਘ ਜੀ ਉਹਨਾਂ ਦੇ ਕੋਲ ਆ ਗਏ। ਫਿਰ ਬੜੀ ਵੱਡੀ ਪੱਧਰ ਦੇ ਉੱਤੇ ਗੁਰੂ ਘਰ ਦੀ ਸੇਵਾ ਬਾਬਾ ਸ਼ਾਮ ਸਿੰਘ ਜੀ ਨੇ ਆਰੰਭ ਕਰਵਾਈ ਜੀ। ਸੰਤੋਖ ਸਰ ਸਰੋਵਰ ਦੇ ਵਿੱਚ 4 ਚੁਫੇਰੇ ਸਾਰੇ ਘਰਾਂ ਦਾ ਗੰਦਾ ਪਾਣੀ ਸਰੋਵਰ 'ਚ ਜਾਂਦਾ ਹੁੰਦਾ ਹੈ ਜੀ। ਤੇ ਕੁਝ ਕੁ ਤਾਂ ਮੈਂ ਆਪਣੀਆਂ ਅੱਖਾਂ ਨਾਲ ਵੀ ਵੇਖਿਆ ਜੀ, ਥੋੜ੍ਹਾ ਜਿਹਾ ਮੈਂ ਆਪਣੀਆਂ ਅੱਖਾਂ ਨਾਲ ਹੀ ਵੇਖਿਆ, ਪਰ ਇਹ ਪੁਰਾਣੀ ਗੱਲ ਆ। ਗੰਦੇ ਮੰਦੇ ਹੱਥ ਲੋਕ ਸੰਤੋਖ ਸਰ ਸਰੋਵਰ 'ਚ ਧੋਂਦੇ ਹੁੰਦੇ ਸੀਗੇ ਜੀ। ਬਾਬਾ ਸ਼ਾਮ ਸਿੰਘ ਜੀ ਨੇ ਬਾਬਾ ਗੁਰਮੁਖ ਸਿੰਘ ਜੀ ਨੂੰ ਪ੍ਰੇਰਿਆ, ਬਾਬਾ ਜੀ ਗੁਰੂ ਘਰ ਦੇ ਵਿੱਚ ਸਭ ਤੋਂ ਪਹਿਲਾ ਸਰੋਵਰ ਬੜਾ ਵੱਡਾ ਤੀਰਥ ਹੈ ਸੰਤੋਖ ਸਰ ਸਾਹਿਬ। ਖੁਦ ਗੁਰੂ ਸਾਹਿਬ ਨੇ ਇੱਥੋਂ ਦੀ ਸੇਵਾ ਆਪ ਕਰਵਾਈ।
ਇੱਥੋਂ ਦੀ ਬੇਅਦਬੀ ਸਹਿਣ ਨਹੀਂ ਹੋ ਰਹੀ ਤੇ ਇੱਥੋਂ ਸੰਗਤਾਂ ਨੂੰ ਲੈ ਕੇ ਸੇਵਾ ਆਰੰਭ ਕਰਵਾਓ ਜੀ। ਬੜਾ ਵਿਰੋਧ ਹੋਇਆ, ਆਂਢੀ ਗੁਆਂਢੀ ਲੜਨ ਵਾਸਤੇ ਆਏ, ਪਰ ਮਹਾਂਪੁਰਖਾਂ ਨੇ ਪਰਵਾਹ ਨਹੀਂ ਕੀਤੀ। ਸੰਤੋਖ ਸਰ ਸਾਹਿਬ ਸਰੋਵਰ ਦੀ ਪਵਿੱਤਰਤਾ ਕਾਇਮ ਕੀਤੀ ਮਹਾਂਪੁਰਖਾਂ ਨੇ ਜੀ। ਹਾਂਜੀ, ਦਰਬਾਰ ਸਾਹਿਬ ਪ੍ਰਕਰਮਾਂ ਦੀ ਸੇਵਾ 'ਚ ਦਿਨ ਰਾਤ ਹਾਜ਼ਰ ਰਹਿਣਾ ਜੀ। ਹਾਂਜੀ, ਫਿਰ ਗੁਰੂ ਜੀ ਨੇ ਕਿਰਪਾ ਕੀਤੀ। ਮੈਨੂੰ ਦੁੱਖ ਹੁੰਦਾ ਹੈ ਜਦੋਂ ਅਸੀਂ ਉਹਨਾਂ ਲੋਕਾਂ ਨੂੰ ਭੁੱਲ ਜਾਂਦੇ ਜਿਨ੍ਹਾਂ ਸੇਵਾ ਕੀਤੀ ਜੀ, ਜਿਨ੍ਹਾਂ ਨੇ ਸੇਵਾ ਕੀਤੀ। ਇੱਕ ਹਿੰਦੂ ਦੇਸ ਰਾਜ, ਇਹੀ ਨਾਮ ਸੀ ਨਾ ਜਿਹਨੇ ਪ੍ਰਕਰਮਾਂ ਦੇ ਦੇਸ ਰਾਜ, ਉਹ ਦਰਬਾਰ ਸਾਹਿਬ ਆਇਆ ਮੱਥਾ ਟੇਕਣ, ਤੇ ਆਉਂਦਿਆਂ ਨੂੰ ਬਾਬਾ ਸ਼ਾਮ ਸਿੰਘ ਜੀ ਕੀਰਤਨ ਕਰਨ ਡਏ ਜੀ। ਬਾਬਾ ਜੀ ਨੇ ਸ਼ਬਦ ਪੜ੍ਹਿਆ, ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ। ਇਹ ਜਿਹੜੀ ਬਾਣੀ ਆ ਨਾ ਜੀ, ਮਾਰੇ ਕਹਿੰਦੇ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਜਦੋਂ ਕੋਈ ਮਹਾਂਪੁਰਖ ਇਹਨੂੰ ਗਾਏਗਾ ਨਾ ਜੀ, ਇਹ ਸਰੋਤਿਆਂ ਦੇ ਮਨਾਂ 'ਚ ਵਸ ਜਾਂਦੀ ਆ। ਜਦੋਂ ਸਾਡੇ ਵਰਗੇ ਲਾਲਚੀ ਜੇ ਬੰਦੇ ਬਾਣੀ ਪੜ੍ਹਦੇ ਆ ਨਾ ਜੀ, ਨਾ ਆਪ ਹੀ ਕੋਈ ਆਨੰਦ ਮਾਣਦੇ, ਨਾ ਦੂਜਿਆਂ ਤੇ ਕੋਈ ਗੱਲ ਬਣਦੀ ਹੈ ਜੀ। ਇਹ ਬਾਣੀ ਮਹਾਂਪੁਰਖ ਕੀ, ਜਿਨ੍ਹਾਂ ਦਾ ਜੀਵਨ ਐਸਾ ਹੈ। ਬਾਬਾ ਜੀ ਸ਼ਬਦ ਪੜ੍ਹ ਰਹੇ ਸੀ ਤੇ ਦੇਸ ਰਾਜ ਦੇ ਹਿਰਦੇ 'ਚ ਸ਼ਬਦ ਵਸ ਗਿਆ ਜੀ। ਘਰ ਆ ਕੇ ਘਰ ਵਾਲੀ ਨੂੰ ਕਹਿਣ ਲੱਗਾ ਵੀ ਸ਼ਬਦ ਸੁਣ ਕੇ ਮੇਰੇ ਮਨ ਤੇ ਹੋ ਗਿਆ ਹੀ ਅਸਰ, ਤੇ ਮੈਂ ਤੈਨੂੰ ਦੱਸਣਾ ਹੀ ਸੀ। ਹੁਣ ਮੈਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਬੇਨਤੀ ਕਰਨ ਚੱਲਿਆ ਸੀ, ਤੇ ਨਾਲ ਤੂੰ ਵੀ ਤੁਰ ਪਾ ਮੇਰੇ। ਤੇ ਹੁਣ ਜੋ ਕੁਝ ਵੀ ਕਾਰੋਬਾਰ, ਘਰ, ਬੂਆ, ਜਾਇਦਾਦ ਹੈ, ਇਹ ਸਾਰੀ ਗੁਰੂ ਰਾਮਦਾਸ ਜੀ ਦੀ ਸੇਵਾ 'ਚ ਲਾ ਦੇਣੀ। ਕਹਿਣ ਲੱਗਾ ਤੂੰ ਸਹਿਮਤ ਆ? ਉਹ ਕਹਿਣ ਲੱਗੀ ਜੀ ਮੈਂ ਸਹਿਮਤ ਆ, ਜਦੋਂ ਮੈਂ ਤੁਹਾਡਾ ਪੱਲਾ ਫੜਿਆ ਤੇ ਜੋ ਤੁਸੀਂ ਕਰੋਗੇ ਮੇਰੇ ਵਾਸਤੇ ਭਲਾ ਹੈਗਾ। ਉਹਨੇ ਆਖਿਆ ਫਿਰ ਬੰਦੇ ਲਾਉਣੇ ਸੇਵਾ 'ਚ, ਰੋਟੀਆਂ ਪਕਾਇਆ ਕਰਾਂਗੀ? ਕਹਿੰਦੀ 7 ਵਜਣ ਜੀ। ਹਾਂਜੀ, ਦੇਸ ਰਾਜ ਨੇ ਉਹਨਾਂ ਦਿਨਾਂ 'ਚ ਉਹਦੀ ਲੱਖਾਂ ਦੀ ਜਾਇਦਾਦ ਸੀ, ਬੜਾ ਵੱਡਾ ਕਾਰੋਬਾਰ ਜੀ। ਜੋ ਕੁਝ ਹੈਗਾ ਸੀ ਸਾਰਾ ਕੁਝ ਜੀ ਉਹਨੇ ਲਾ ਕੇ ਨਾ ਜੀ ਪ੍ਰਕਰਮਾ ਚੌੜੀ ਕਰਵਾਈ ਤੇ ਪੱਕੀ ਕਰਵਾਈ, ਬਾਬਾ ਸ਼ਾਮ ਸਿੰਘ ਜੀ ਦੀ ਪ੍ਰੇਰਨਾ ਦੇ ਨਾਲ ਜੀ। ਜੋ ਘਰ ਦੀ ਛੱਲੀ ਪਾਉਣੀ ਸੀ, ਇੱਕ ਦਿਨ ਘਰ ਵਾਲੀ ਕਹਿਣ ਲੱਗੀ ਜੀ ਸਵਾਤ ਜਿਹੜੀ ਆ ਬਾਲਾ ਟੁੱਟ ਗਿਆ ਤੇ ਪਾਣੀ ਚੋਈ ਜਾਂਦਾ, ਤੇ ਸਵਾਤ ਦੀ ਜਿਹੜੀ ਛੱਤ ਠੀਕ ਕਰਾ ਦਿਓ। ਤੇ ਦੇਸ ਰਾਜ ਕਹਿਣ ਲੱਗਾ ਭਲੀ ਲੋਕੇ ਜੀ ਆਪਣਾ ਕੁਝ ਹੁੰਦਾ ਤੇ ਮੈਂ ਕਰਾ ਦਿੰਦਾ, ਹੁਣ ਤੇ ਸਭ ਕੁਝ ਗੁਰੂ ਰਾਮਦਾਸ ਜੀ ਨੂੰ ਭੇਟ ਕਰਤਾ, ਜਿਸ ਤਰ੍ਹਾਂ ਗੁਜ਼ਾਰਾ ਹੁੰਦਾ ਉਸ ਤਰ੍ਹਾਂ ਕਰੀ ਜਾ। ਹੁਣ ਆਪਾਂ ਆਪਣਾ ਘਰ ਨਹੀਂ ਬਣਾਉਣਾ, ਹੁਣ ਜੋ ਕੁਝ ਹੈ ਇਹ ਗੁਰੂ ਘਰ ਦੀ ਸੇਵਾ ਵਾਸਤੇ ਹੀ ਹੈ ਜੀ। ਤੇ ਤੁਸੀਂ ਹੈਰਾਨ ਹੋਵੋਗੇ ਉਹਨਾਂ ਬੰਦਿਆਂ ਦਾ ਸ਼ਾਇਦ ਆਪਾਂ ਨੂੰ ਚੇਤਾ ਹੀ ਨਹੀਂ, ਪਤਾ ਹੀ ਨਹੀਂ, ਕਿਸੇ ਦੱਸਿਆ ਹੀ ਨਹੀਂ ਆਪਾਂ ਨੂੰ ਜੀ। ਹਾਂਜੀ, ਇਹੋ ਜਿਹੇ ਬੰਦਿਆਂ ਨੂੰ ਜਦੋਂ ਅਸੀਂ ਸੇਵਾ ਵਾਲਿਆਂ ਨੂੰ ਯਾਦ ਕਰਾਂਗੇ, ਸਾਡੇ ਅੰਦਰ ਵੀ ਪਿਆਰ ਵਧੇਗਾ, ਭਾਵਨਾ ਵਧੇਗੀ। ਬਾਬਾ ਜੀ ਦਿਨ ਰਾਤ, ਫਿਰ ਉਹਨਾਂ ਦਿਨਾਂ 'ਚ ਲੰਗਰ ਦੇ ਪਹਿਰੇ ਬੜੇ ਘੱਟ ਹੁੰਦੇ ਸਨ ਜੀ। ਲੰਗਰ ਦੇ ਪਹਿਰੇ ਜਿਹੜੇ ਆ ਧੰਨ ਹਨ। ਅੱਜ ਜਿਹੜੇ ਮੂੰਹ ਪਾੜ ਕੇ ਲੋਕ ਸੰਤਾਂ ਦੀ ਨਿੰਦਿਆ ਕਰਦੇ, ਮਹਾਂ ਮੂਰਖ ਬੰਦੇ, ਉਹ ਕੁਝ ਪੜ੍ਹਨ, ਕੁਝ ਸੋਚਣ, ਕੁਝ ਵਿਚਾਰਨ। ਲੰਗਰਾਂ ਦਾ ਪ੍ਰਬੰਧ ਬਹੁਤ ਘੱਟ ਹੁੰਦਾ ਸੀ। ਪਾਣੀ ਵਾਲਾ ਡੱਬਾ ਕਿੱਥੇ ਲਾਗੇ ਰੱਖਿਆ ਕਰ। ਮਹਾਂਪੁਰਖਾਂ ਨੇ ਆਪਣੇ ਅਸਥਾਨਾਂ ਤੋਂ ਰਸਤਾਂ ਬਸਤਾਂ ਲੈ ਕੇ ਲੰਗਰ ਲਾਉਣੇ। ਬਾਬਾ ਜਵਾਲਾ ਸਿੰਘ ਜੀ, ਜਿੰਨੇ ਵੀ ਗੁਰ ਅਸਥਾਨ ਤੇ ਵੱਡੇ ਵੱਡੇ ਮਹਾਨ ਗੁਰਪੁਰਬ ਮਨਾਏ ਜਾਂਦੇ ਸੀ ਨਾ ਜੀ, ਕਿੱਥੇ ਹਰਖੋਵਾਲ ਹੁਸ਼ਿਆਰਪੁਰ ਜ਼ਿਲ੍ਹੇ 'ਚ ਜੀ, ਕਿੱਥੇ ਨਨਕਾਣਾ ਸਾਹਿਬ ਜੀ, ਸਮਾਨ ਲੱਦ ਕੇ ਲੈ ਕੇ ਜਾਣਾ ਤੇ ਕਈ ਦਿਨ ਰਾਤ ਦੇਸੀ ਘਿਓ ਦਾ ਲੰਗਰ ਛਕਾਉਣਾ। ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ, ਕੋਈ ਭੁੱਖਾ ਨਾ ਚਲਾ ਜਾਵੇ। ਇਹ ਗੁਰਦੁਆਰਾ ਮਹਾਰਾਜ ਦਾ ਜਨਮ ਅਸਥਾਨ ਹੈ ਜੀ। ਵਿਸਾਖੀ ਦਾ ਦਿਹਾੜਾ ਆਇਆ, ਦਮਦਮਾ ਸਾਹਿਬ ਜਾ ਕੇ ਲੰਗਰ ਲਾਉਣਾ। ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ, ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਸਾਹਿਬ, ਸਾਰੇ ਗੁਰ ਅਸਥਾਨਾਂ ਤੇ ਜਾਣਾ। ਗੱਡਿਆਂ ਤੇ ਬੜਾ ਔਖਾ ਹੁੰਦਾ ਸੀ ਉਹਨਾਂ ਦਿਨਾਂ 'ਚ, ਕੋਈ ਕਿਸੇ ਥਾਂ ਤੇ ਪੁਲ ਨਹੀਂ ਹੈਗਾ ਜੀ, ਕੱਚੇ ਰਾਹ, ਬੜੇ ਔਖੇ ਹੋ ਕੇ ਜਾ ਕੇ। ਕਿਉਂ? ਗੁਰਸਿੱਖ ਨੇ ਸੇਵਾ ਕਰਨੀ ਆ। ਗੁਰਸਿੱਖ ਦੇ ਮਨ 'ਚ ਭਰੋਸਾ ਟਿਕਣਾ ਹੀ ਉਦੋਂ, ਭਰੋਸਾ ਬਣਨਾ ਹੀ ਉਦੋਂ ਜਦੋਂ ਸੇਵਾ ਦੇ ਵਿੱਚ ਲੱਗ ਪਏਗਾ। ਸੇਵਾ ਦੀ ਸਾਨੂੰ ਲੋੜ ਹੈ, ਆਪਣੀ ਲੋੜ ਨੂੰ ਕਰਨੀ ਆ। ਤੁਸੀਂ ਮੇਰਾ ਖਿਆਲ ਇੱਕ ਬਹੁਤ ਵਾਰ ਇੱਕ ਗੱਲ ਕਹੀ ਵੀ ਹੋਏਗੀ ਤੇ ਸੁਣੀ ਵੀ ਹੋਏਗੀ। ਹਾਂਜੀ, ਕਹੀ ਵੀ ਹੋਏਗੀ, ਸੁਣੀ ਵੀ ਹੋਏਗੀ। ਪਤਾ ਕਿਹੜੀ? ਉਹ ਫਲਾਨਾ ਬੰਦਾ ਜਿਹੜਾ, ਉਹਦਾ ਕੀ ਭਰੋਸਾ ਜੀ। ਉਹ ਕੋਈ ਬੰਦਾ ਕਹਿੰਦੇ ਉਹਦਾ ਤੇ ਭਰੋਸਾ ਹੀ ਕੋਈ ਨਹੀਂ ਹੈਗਾ। ਜਾਂਦੇ ਹੁੰਦੇ ਜੀ ਕਿ ਨਹੀਂ? ਉਹ ਜਿਹੜਾ ਬੰਦਾ ਧੋਖੇਬਾਜ਼ ਆ, ਬਚਨ ਤੇ ਪਹਿਰਾ ਨਹੀਂ ਦਿੰਦਾ, ਆਪਾਂ ਕਹਿੰਦੇ ਉਹ ਬੰਦਾ ਕੋਈ, ਉਹਦਾ ਤੇ ਭਰੋਸਾ ਹੀ ਕੋਈ ਨਹੀਂ ਹੈਗਾ ਜੀ। ਜਿਸ ਮਨੁੱਖ ਦੇ ਅੰਦਰ ਭਰੋਸਾ ਹੀ ਕੋਈ ਨਹੀਂ ਹੈਗਾ, ਉਹਨੂੰ ਤੇ ਬੰਦਾ ਹੀ ਨਹੀਂ ਮੰਨਦੇ ਜੀ।
ਸਿੱਖ ਨੂੰ ਭਰੋਸੇ ਦੀ ਲੋੜ ਹੈ, ਤੇ ਭਰੋਸਾ ਮਿਲਣਾ ਜੇ ਗੁਰੂ ਦੀ ਸੇਵਾ ਦੇ ਵਿੱਚੋਂ। ਸੇਵਾ ਦੇ ਵਿੱਚੋਂ ਗੁਰਮੁਖ ਪਿਆਰੇ ਪਰਮੇਸ਼ਰ ਦੇ ਘਰ ਆਪਣਾ ਭਰੋਸਾ ਬਣਾਉਣ ਵਾਸਤੇ, ਗੁਰੂ ਅੱਗੇ ਆਪਣਾ ਭਰੋਸਾ ਬਣਾਉਣ ਵਾਸਤੇ ਦਿਨ ਰਾਤ ਸੇਵਾ ਕਰਦੇ ਜੀ। ਦਿਨ ਰਾਤ ਗੁਰੂ ਸਾਡੇ ਤੇ ਭਰੋਸਾ ਕਰੇ ਕਿ ਇਹ ਬੰਦਾ ਮੇਰਾ ਹੈ, ਇਹ ਗੁਰੂ ਦਾ ਸਿੱਖ ਹੈ, ਇਹ ਪਿਆਰ ਕਰਦਾ ਸਾਡੇ ਨਾਲ। ਇਹਨਾਂ ਮਹਾਂਪੁਰਖਾਂ ਨੇ ਦਿਨ ਰਾਤ ਸੇਵਾ ਕਰ ਕਰਕੇ ਇੰਨਾ ਭਰੋਸਾ ਬਣਾਇਆ, ਅੱਜ ਸੰਗਤ ਉਹਨਾਂ ਦੇ ਉੱਤੇ ਭਰੋਸਾ ਕਰ ਰਹੀ ਹੈ ਜੀ। ਗੁਰ ਸੇਵਾ ਤੇ ਮਨ ਪਤੀ ਆਏ, ਆਰੰਭਤਾ ਦੀ ਭਗਤੀ ਆ। ਗੌੜੀ ਗੁਆਰੇਰੀ ਮਹੱਲਾ ਤੀਜਾ, ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛੋ ਜਾਏ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਕੋਲੋਂ ਸਿੱਖਿਆ ਲੈ ਕੇ, ਗੁਰੂ ਵਾਲੇ ਬਣ ਕੇ, ਗੁਰੂ ਦੀ ਮੱਤ ਲੈ ਕੇ ਸਾਵਧਾਨ ਹੋ ਕੇ ਸੇਵਾ ਕੀਤੀ, ਸਿਮਰਨ ਪ੍ਰਾਪਤ ਕੀਤਾ, ਮਾਰੇ ਕਹਿੰਦੇ ਉਹਨਾਂ ਨੂੰ ਪੁੱਛੋ ਜਾ ਕੇ ਵੀ ਤੁਸੀਂ ਕਿਸ ਤਰ੍ਹਾਂ ਇੰਨੇ ਟਿਕਾਓ ਵਿੱਚ ਆ ਗਏ ਜੇ, ਤੁਹਾਡੇ ਵਿੱਚ ਇੰਨਾ ਸੰਤੋਖ ਕਿੱਥੋਂ ਆ ਗਿਆ, ਤੁਹਾਡੀਆਂ ਭੁੱਖਾਂ ਕਿਸ ਤਰ੍ਹਾਂ ਦੂਰ ਹੋ ਗਈਆਂ, ਤੁਹਾਡਾ ਮਨ ਕਿਸ ਤਰ੍ਹਾਂ ਨਿਰਮਲ ਹੋ ਗਿਆ। ਉਹਨਾਂ ਨੂੰ ਪੁੱਛੋ ਜਾ ਕੇ, ਤੇ ਅੱਗੋਂ ਉੱਤਰ ਮਿਲਦਾ ਗੁਰ ਸੇਵਾ ਤੇ ਮਨ ਪਤੀ ਆਏ। ਭਾਈ ਗੁਰੂ ਦੀ ਸੇਵਾ ਕਰਨ ਦੇ ਨਾਲ ਮਨ ਪਤੀਜ ਜਾਂਦਾ, ਮਨ ਵਿੱਚ ਭਰੋਸਾ ਆ ਜਾਂਦਾ ਹੈ। ਇਸੇ ਲਈ ਮਹਾਂਪੁਰਖਾਂ ਨੇ ਦਿਨ ਰਾਤ ਜੀਵਨ ਹੀ ਆਪਣੇ ਸੇਵਾ ਵਿੱਚ ਲਾ ਦਿੱਤੇ। ਫਿਰ ਬਾਬਾ ਜੀ ਨੇ ਕੀ ਕਰਨਾ, ਭੋਜਨ ਪ੍ਰਸ਼ਾਦਾ ਤਿਆਰ ਕਰਕੇ ਤੇ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਤੁਰੇ ਫਿਰਨਾ ਜੀ। ਸੇਵਾਦਾਰ ਨਾਲ ਲੈਣੇ ਵੀ ਕੋਈ ਭੁੱਖਾ ਨਾ ਹੋਵੇ ਇੱਥੇ ਜੀ, ਭੁੱਖਾ ਨਾ ਕੋਈ ਉੱਥੇ ਹੋਵੇ, ਕੋਈ ਇਹ ਨਾ ਆਖੇ ਗੁਰੂ ਰਾਮਦਾਸ ਦੇ ਘਰ ਵਿੱਚ ਗਏ ਸਾਂ ਤੇ ਰੋਟੀ ਨਹੀਂ ਮਿਲੀ ਜੀ। ਜ਼ਿੰਮੇਵਾਰੀ ਆ, ਫਰਜ਼ ਹੈ, ਆਪਣਾ ਧਰਮ ਹੈ, ਪਰ ਕੋਈ ਕੋਈ ਨਿਭਾਉਂਦਾ। ਇਸ ਸ਼ਬਦ ਵਿੱਚ ਤੁਹਾਂ ਪੰਕਤੀ ਸੁਣੀ ਹੋਣੀ ਹੈ ਕਿ ਜਿੰਨਾ ਧਿਆਨ ਨਾਲ ਸੁਣਿਆ, ਗੁਰਮਤਿ ਵਿਰਲਾ ਬੂਝੈ ਕੋਏ। ਸੁਣਦੇ ਤੇ ਸਾਰੇ ਹੀ ਆ ਗੁਰੂ ਘਰ ਦੀਆਂ ਗੱਲਾਂ, ਪਰ ਵਿਰਲਾ ਵਿਰਲਾ ਹੈ ਜਿਹੜਾ ਗੁਰੂ ਦੀ ਮੱਤ ਨੂੰ ਸਮਝ ਲੈਂਦਾ ਜੀ, ਸਮਝ ਲੈਂਦਾ ਤੇ ਉਹ ਸੰਸਾਰ ਚੱਲਣ ਦਾ ਉਦਮ ਕਰ ਲੈਂਦਾ ਜੀ। ਬਾਬਾ ਸ਼ਾਮ ਸਿੰਘ ਜੀ ਉਹਨਾਂ ਨੇ ਇਸੇ ਤਰ੍ਹਾਂ ਫਿਰ ਅੱਗੇ ਸੇਵਾ ਦਾ ਪਹਿਰਾ ਚੱਲਿਆ। ਸਤਿਕਾਰਯੋਗ ਬਾਬਾ ਜੀ ਬਾਬਾ ਅਤਰ ਸਿੰਘ ਜੀ ਨੇ ਵੇਖਿਆ ਵੀ ਮਾਹੌਲ ਬੜਾ ਖਰਾਬ ਹੋ ਗਿਆ, ਸਿੱਖਾਂ ਦੇ ਘਰਾਂ ਵਿੱਚ ਹੁੱਕੇ ਆ ਗਏ, ਸ਼ਰਾਬਾਂ ਕਬਾਬਾਂ ਆ ਗਈਆਂ, ਕੇਸਾਂ ਦੀ ਬੇਅਦਬੀ ਕਰ ਰਹੇ ਨੇ, ਪਤਾ ਹੀ ਨਹੀਂ ਲੱਗਦਾ ਇਹ ਸਿੱਖ ਨੇ ਜੀ। ਤੇ ਮਹਾਂਪੁਰਖਾਂ ਨੇ ਕਿਉਂ ਧਰਮ ਦਾ ਕੰਮ ਕਰਨ ਵਾਸਤੇ ਪਹਿਲਾਂ ਕਮਾਈ ਦੀ ਬੜੀ ਲੋੜ ਹੈ ਜੀ। ਗੱਲ 'ਚ ਅਸਰ ਹੀ ਨਹੀਂ ਹੁੰਦਾ ਜੀ ਜਿੰਨਾ ਚਿਰ ਆਪਣੇ ਪੱਲੇ ਕੁਝ ਨਾ ਹੋਵੇ ਜੀ, ਅਸਰ ਹੀ ਨਹੀਂ ਹੁੰਦਾ ਗੱਲ ਵਿੱਚ। ਹੁਣ ਕਿਤੇ ਕੀਰਤਨ ਘੱਟ ਹੋ ਰਿਹਾ ਜੀ, ਪਹਿਲਾਂ ਕਿਤੇ ਦਰਬਾਰ ਸਾਹਿਬ ਤੋਂ ਕੀਰਤਨ ਸੁਣਨਾ ਹੋਵੇ ਤੇ ਬੜੀ ਮਿਹਨਤ ਕਰਨੀ ਪੈਂਦੀ ਸੀ, ਜਾਣਾ ਪੈਂਦਾ ਸੀ। ਹਾਂਜੀ, ਕਿੰਨਾ ਖਰਚਾ, ਕਿੰਨਾ ਸਮਾਂ ਲੱਗਣਾ। ਅੱਜ ਘਰ ਬੈਠੇ ਕੋਲ ਮੋਬਾਈਲ ਤੁਰੇ ਫਿਰਦੇ, ਜਿੱਥੇ ਮਰਜ਼ੀ ਸੁਣੀ ਚੱਲੋ ਜੀ, ਜੋ ਦੁਨੀਆ ਦਾ ਗੁਣੀ ਗਿਆਨੀ ਵਿਦਵਾਨ ਸੁਣੀ ਚੱਲੋ ਜੀ। ਹਾਂਜੀ, ਪਰ ਬਦਲਾਓ ਕੋਈ ਨਹੀਂ ਆਉਣ ਡਿਆ ਜੀ, ਬਦਲਾਓ ਕੋਈ ਨਹੀਂ ਆਉਣ ਡਿਆ। ਸਿੱਖ ਪੰਥ ਦੇ ਵਿੱਚ ਇਸ ਵੇਲੇ ਚਿੰਤਾ ਦਾ ਵਿਸ਼ਾ ਬਹੁਤ ਵੱਡਾ, ਵੀ ਸਿੱਖ ਜਗਤ ਦੇ ਵਿੱਚ ਬਹੁਤ ਜ਼ਿਆਦਾ ਨਿਘਾਰ ਆ ਰਿਹਾ ਜੀ। ਨਸ਼ੇ ਵੱਧ ਰਹੇ ਨੇ ਜੀ, ਕੇਸਾਂ ਦੀ ਬੇਅਦਬੀ ਵੱਧ ਰਹੀ ਹੈ ਜੀ, ਚਾਰ ਚਫੇਰੇ ਝੂਠ ਤੂਫਾਨ ਵੱਧ ਰਿਹਾ ਜੀ। ਉਹਦਾ ਕਾਰਨ ਇਹ ਹੈ ਵੀ ਕਮਾਈ ਵਾਲੇ ਲੋਕ ਜਿਹੜੇ, ਉਹਨਾਂ ਦੀ ਥੋੜੀ ਘਾਟ ਹੋ ਗਈ ਹੈ ਜੀ। ਹੈਗੇ ਤੇ ਜ਼ਰੂਰ ਹੈ, ਪਰ ਘੱਟ ਨੇ ਥੋੜੇ ਜਿਹੇ। ਬਾਬਾ ਜੀ ਬਾਬਾ ਅਤਰ ਸਿੰਘ ਜੀ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ, ਜਿਨ੍ਹਾਂ ਸਮਿਆਂ ਵਿੱਚ ਲੰਮਾ ਸਫ਼ਰ ਕਰਨ ਵਾਸਤੇ ਟਾਂਗੇ ਤੇ ਬਹਿ ਕੇ ਜਾਣਾ ਪੈਂਦਾ ਸੀ ਜੀ, ਰਾਹ ਹੀ ਕੱਚੇ ਸੀ। ਜੇ ਮਤਲਬ ਬਹੁਤ ਜ਼ਰੂਰੀ ਸਵਾਰੀ ਤੇ ਟਾਂਗਾ ਹੀ ਜੀ, ਨਹੀਂ ਤਾਂ ਤੁਰ ਕੇ ਪੈਦਲ। ਉਹਨਾਂ ਸਮਿਆਂ ਵਿੱਚ, ਜਿਨ੍ਹਾਂ ਸਮਿਆਂ ਵਿੱਚ ਸਾਧਨ ਕੋਈ ਨਹੀਂ ਸੀ, 14 ਲੱਖ ਬੰਦੇ ਨੂੰ ਬਾਬਾ ਜੀ ਨੇ ਅੰਮ੍ਰਿਤ ਛਕਾਇਆ ਜੀ, ਬਾਬਾ ਅਤਰ ਸਿੰਘ ਜੀ ਉਹਨਾਂ ਨੇ ਜੀ। ਤੇ ਬੜੇ ਪਰਪੱਕ ਕੀਤੇ ਜੀ, ਕਿਉਂ ਆਪਣੀ ਕਮਾਈ ਸੀ, ਆਪਣਾ ਜਪ ਤਪ ਸੀ ਉਹਨਾਂ ਦਾ। ਬਾਬਾ ਅਤਰ ਸਿੰਘ ਜੀ ਇਸ਼ਨਾਨ ਕਰਕੇ, ਚੌਂਕੜਾ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅਖੰਡ ਪਾਠ ਸਾਹਿਬ ਆਰੰਭ ਕਰਕੇ ਤੇ ਸੰਪੂਰਨ ਕਰਕੇ ਉੱਠਦੇ ਹੁੰਦੇ ਸਨ। ਕਿੱਡਾ ਵੱਡਾ ਅਭਿਆਸ ਹੋਏਗਾ ਜੀਵਨ ਦਾ, ਕਿੰਨੀ ਲੰਮੀ ਸਾਧਨਾ ਕੀਤੀ ਹੋਏਗੀ। ਤੇ 6-6 ਮਹੀਨਾ ਪ੍ਰਸ਼ਾਦਾ ਛਕਣ ਤੋਂ ਬਿਨਾਂ ਸਮਾਧੀ ਲਾ ਲੈਂਦੇ ਹੁੰਦੇ ਸਨ। ਥੋੜਾ ਜਿਹਾ ਪਾਣੀ ਘੁੱਟ ਪੀ ਲਿਆ ਜੀ, ਅੰਮ੍ਰਿਤ ਜਗ੍ਹਾ ਉਹ ਲੱਭਣੀ ਜਿਹੜੀ ਇਕਾਂਤ ਆ, ਤੇ ਜਿੱਥੇ ਪਾਣੀ ਦਾ ਸਾਧਨ, ਕਿਉਂ ਸਿੱਖ ਨੇ ਇਸ਼ਨਾਨ ਤੇ ਜ਼ਰੂਰ ਕਰਨਾ ਜੀ। ਹਾਂਜੀ, ਤੇ ਦਿਨ ਰਾਤ ਪਰਮੇਸ਼ਰ ਦੀ ਭਗਤੀ, ਕੁਝ ਕਰਨ ਵਾਸਤੇ ਤਿਆਰੀ ਤੇ ਕਰਨੀ ਪੈਂਦੀ ਹੈ ਜੀ। 10ਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਆਪਣੇ ਜੀਵਨ ਦੀ ਗੱਲ ਲਿਖੀ, ਜਿੱਥੇ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹੇ ਬਿਦ ਮੋਹਿਆ ਨੂੰ। ਹਾਂਜੀ, ਉਹਦੇ ਵਿੱਚ ਮਹਾਰਾਜ ਦੱਸਦੇ ਨਾ, ਇਹ ਬਿਦ ਕਰਤ ਤਪੱਸਿਆ ਪਇਓ ਦਵਾਇ ਤੇ
ਏਕ ਰੂਪ ਹਵ ਗਇਓ। ਫਿਰ ਨਿਰਾ ਆਪਣੀ ਗੱਲ ਨਹੀਂ ਕੀਤੀ, ਕਹਿੰਦੇ ਤਾਤ ਮਾਤ ਮੁਰ ਅਲਾਖਾ ਰਾਧਾ। ਮੇਰੇ ਮਾਤਾ ਪਿਤਾ ਨੇ ਵੀ ਕਹਿੰਦੇ ਬੜੀ ਬੰਦਗੀ ਕੀਤੀ ਜੀ, ਬੜੀ ਭਗਤੀ ਕੀਤੀ। ਤਾਤ ਮਾਤ ਮੁਰ ਅਲਾਖਾ ਰਾਧਾ, ਬਹੁ ਜੋਗ ਸਾਧਨਾ ਸਾਦਾ। ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਤਿੰਨ ਪ੍ਰਭ ਜਬ ਆਏ ਸਮੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲਿਆ। ਮਤਲਬ ਕਮਾਈ ਦੀ ਬੜੀ ਲੋੜ ਹੈ। ਤੇ ਹੁਣ ਤੇ ਪ੍ਰੋਗਰਾਮ ਵਧੀਆ ਜੇ। ਇੱਕ ਮੇਰੇ ਕੋਲ ਮੁੰਡਾ ਆਇਆ, ਮੈਨੂੰ ਕਹਿੰਦਾ ਬਾਬਾ ਜੀ ਕੀਰਤਨ ਸਿਖਾ ਦਿਓਗੇ? ਮੈਂ ਕਿਹਾ ਸਿਖਾ ਦਿਆਂਗੇ, ਪਰ ਤੂੰ ਦੱਸ ਵੀ ਕੀਰਤਨ ਸਿੱਖਣਾ ਕਾਹਦੇ ਵਾਸਤੇ ਆ? ਕਹਿੰਦਾ ਜੀ ਸਾਡੇ ਰਿਸ਼ਤੇਦਾਰਾਂ 'ਚ ਇੱਕ ਪ੍ਰੋਗਰਾਮ ਸੀ ਤੇ ਉਹਨਾਂ ਨੇ ਸ੍ਰੀਨਗਰ ਵਾਲੇ ਭਾਈ ਹਰਜਿੰਦਰ ਸਿੰਘ ਹੋਣੀ ਸੱਦੇ ਸੀ। ਕਹਿੰਦਾ ਬਾਬਾ ਜੀ ਬੜਾ ਸਵਾਗਤ ਉਹਨਾਂ ਦਾ ਕੀਤਾ ਸਾਰਿਆਂ ਨੇ। ਤੇ ਜਦੋਂ ਉਹਨਾਂ ਕੀਰਤਨ ਕੀਤਾ, ਐਡਾ ਢੇਰ ਕਹਿੰਦਾ ਨੋਟਾਂ ਦਾ ਲੱਗ ਗਿਆ। ਨਵੀਂ ਕਾਰ ਤੇ ਆਏ ਹੋ, ਕਹਿੰਦਾ ਕੀਰਤਨ ਸਿੱਖਿਆ ਪੈਸੇ ਬੜੇ ਮਿਲਦੇ। ਮੇਰਾ ਉਦੋਂ ਦਾ ਇਰਾਦਾ ਬਣ ਗਿਆ ਵੀ ਕੀਰਤਨ ਸਿੱਖ ਲਈਏ। ਤੇ ਮੈਂ ਕਿਹਾ ਮੇਰੀ ਇੱਕ ਤੈਨੂੰ ਬੇਨਤੀ ਆ ਵੀ ਤੂੰ ਕੋਈ ਹੋਰ ਕੰਮ ਕਰ ਲਾ। ਮੈਂ ਕਿਹਾ ਤੇਰੇ ਵਰਗਿਆਂ ਦੀ ਤੇ ਅੱਗੇ ਸਾਨੂੰ ਘਾਟ ਨਹੀਂ ਹੈਗੀ, ਤੇਰੇ ਵਰਗੇ ਮੈਂ ਕਿਹਾ ਅੱਗੇ ਸਾਡੇ ਕੋਲ ਬਹੁਤ ਹੈਗੇ ਆ, ਤੂੰ ਹੋਰ ਕੋਈ ਕੰਮ ਸਿੱਖ ਲਾ। ਮੈਂ ਕਿਹਾ ਪੈਸੇ ਜਿੰਨੇ ਮਰਜ਼ੀ ਕਮਾ ਲਈ, ਮੁੱਖ ਨਿਸ਼ਾਨਾ ਹੀ ਜਿਸ ਬੰਦੇ ਦਾ ਆਰੰਭ 'ਚ ਇਹ ਬਣ ਗਿਆ ਜੀ, ਤੇ ਉਹ ਕੀ ਸਵਾਰੇਗਾ ਕਿਸੇ ਦਾ? ਜੀ ਦੱਸੋ ਕੀ ਸਵਾਰੇਗਾ? ਇਹ ਸ਼ਬਦ ਵਿੱਚ ਬਹੁਤ ਕੁਝ ਆਏਗਾ। ਸੱਚੇ ਪਾਤਸ਼ਾਹ ਸਮੱਤ ਦਿੰਦੇ ਨੇ। ਬਾਬਾ ਜੀ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਬਹੁਤ ਬੰਦਗੀ ਕੀਤੀ, ਬਹੁਤ ਭਗਤੀ ਕੀਤੀ ਜੀ। ਤੇ ਉਹਨਾਂ ਦੇ ਦਰਸ਼ਨ ਕਰਕੇ ਬਾਬਾ ਤੇਜਾ ਸਿੰਘ ਜੀ ਏਡੇ ਪੜ੍ਹੇ ਲਿਖੇ ਮਹਾਨ ਵਿਦਵਾਨ, ਇਹਨਾਂ ਦਾ ਜੀਵਨ ਬਦਲ ਗਿਆ ਜੀ। ਗੁਰੂ ਪਰਮੇਸ਼ਰ ਵਾਲੇ ਪਾਸੇ ਇਹਨਾਂ ਦਾ ਧਿਆਨ ਲੱਗ ਗਿਆ, ਸੁਰਤ ਲੱਗ ਗਈ। ਤੇ ਫਿਰ ਇਹਨਾਂ ਨੇ ਜਿੱਡੇ ਵੱਡੇ ਵੱਡੇ ਕੰਮ ਕੀਤੇ, ਤੁਸੀਂ ਅਚਰਜ ਹੋ ਜਾਓਗੇ। ਜਦੋਂ ਬਾਹਰਲੇ ਮੁਲਕਾਂ 'ਚ ਵਿਦਿਆ ਪੜ੍ਹਨ ਵਾਸਤੇ ਗਏ ਨਾ ਜੀ, ਤੇ ਬਾਹਰਲੇ ਮੁਲਕਾਂ 'ਚ ਸਭ ਤੋਂ ਪਹਿਲਾਂ ਗੁਰਦੁਆਰੇ ਬਾਬਾ ਤੇਜਾ ਸਿੰਘ ਜੀ ਨੇ ਬਣਵਾਏ। ਵੇਖਿਆ ਵੀ ਸਿੱਖਾਂ ਵਾਸਤੇ ਤਾਂ ਕੋਈ ਜਪ ਤਪ ਵਾਸਤੇ ਜਗ੍ਹਾ ਹੀ ਨਹੀਂ ਹੈਗੀ ਜੀ। ਕਿਤੇ ਗੁਰੂ ਜੀ ਦੇ ਦਰਸ਼ਨ ਕਰ ਲੈਣ, ਕਿਤੇ ਆਪਣੇ ਸਤਿਗੁਰ ਦੇ ਕੋਲ ਬੈਠਣ, ਕਿਤੇ ਕੋਈ ਨਿਤਨੇਮ ਕਰ ਲੈਣ, ਥਾਂ ਹੀ ਕੋਈ ਨਹੀਂ ਹੈਗਾ। ਮਹਾਂਪੁਰਖਾਂ ਨੇ ਦਿਨ ਰਾਤ ਮਿਹਨਤਾਂ ਕਰ ਕਰਕੇ, ਭੁੱਖੇ ਧਿਆਏ ਰਹਿ ਕੇ ਗੁਰਦੁਆਰੇ ਸਾਹਿਬ ਵਿਦੇਸ਼ਾਂ ਵਿੱਚ ਬਣਾਏ ਜੀ। ਫਿਰ ਤੁਸੀਂ ਅਚਰਜ ਹੋਵੋਗੇ, ਜਿਨ੍ਹਾਂ ਸਮਿਆਂ 'ਚ ਪੜ੍ਹਾਈ ਦਾ ਬਹੁਤ ਪਹਿਰਾ ਢਿੱਲਾ ਸੀ, ਬਾਬਾ ਜੀ ਨੇ ਇੰਗਲੈਂਡ ਜਾ ਕੇ ਵਿੱਦਿਆ ਪੜ੍ਹੀ ਜੀ। ਫਿਰ ਦੁਨੀਆ ਭਰ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਅਮਰੀਕਾ 'ਚ ਹਾਰਵਰਡ, ਉਹਦੇ ਵਿੱਚ ਬਾਬਾ ਜੀ ਜਾ ਕੇ ਪੜ੍ਹਾਈ ਕਰਕੇ ਆਏ। ਤੇ ਪੜ੍ਹਦਿਆਂ ਨਾ ਜੀ, ਉੱਥੇ ਪੜ੍ਹ ਰਹੇ ਸਨ ਬਾਬਾ ਜੀ। 1 ਸਾਲ ਦੀ ਪੜ੍ਹਾਈ ਜਦੋਂ ਹੋ ਗਈ ਨਾ ਜੀ, ਇਸ ਸ਼ਬਦ ਵਿੱਚ ਇੱਕ ਪੰਕਤੀ ਆਈ ਆ, ਹਾਂਜੀ, ਉਹ ਪੰਕਤੀ ਆਈ, ਆਪ ਪਛਾਣੈ ਮਨ ਨਿਰਮਲ ਹੋਏ। ਆਪ ਪਛਾਣੈ ਮਨ ਨਿਰਮਲ ਹੋਏ। ਬਾਬਾ ਜੀ ਜਦੋਂ ਉੱਥੇ ਪੜ੍ਹ ਰਹੇ ਸਨ ਨਾ ਜੀ, 1 ਸਾਲ ਦਾ ਖਰਚਾ ਜਿਹੜਾ ਸੀ ਉਹ ਜਮ੍ਹਾਂ ਕਰਾਇਆ ਸੀ ਜੀ, ਫੀਸਾਂ ਜਮ੍ਹਾਂ ਕਰਾਈਆਂ ਸਨ। ਤੇ ਅਗਲੇ ਸਾਲ ਜਮ੍ਹਾਂ ਕਰਾਉਣ ਵਾਸਤੇ ਪੈਸੇ ਨਹੀਂ ਸੀ ਕੋਲ ਹੈਗੇ ਜੀ, ਮਾਇਆ ਨਹੀਂ ਸੀ ਕੋਲ ਹੈਗੀ ਜੀ। ਤੇ ਉੱਥੇ ਉਹਨਾਂ ਨੇ ਚਿੱਠੀ ਲਿਖ ਕੇ ਛਾਪ ਕੇ ਫੜਾ ਦਿੱਤੀ ਵੀ ਤੁਹਾਡੀ ਫੀਸ ਨਹੀਂ ਆਈ, ਇਸ ਵਾਸਤੇ ਤੁਸੀਂ ਹੁਣ ਇੱਥੇ ਆ ਕੇ ਪੜ੍ਹਾਈ ਨਹੀਂ ਕਰ ਸਕਦੇ। ਫੀਸ ਜਮ੍ਹਾਂ ਹੋਏਗੀ, ਫਿਰ ਤੁਸੀਂ ਅਗਲੀ ਜਮਾਤ ਦੇ ਵਿੱਚ ਬਹਿ ਸਕਦੇ ਜੇ, ਅਗਲੀ ਪੜ੍ਹਾਈ ਕਰ ਸਕਦੇ ਜੇ। ਤੇ ਬੜੀ ਫਿਕਰ ਵਾਲੀ ਗੱਲ ਹੈ ਜੀ, ਬੜੀ ਚਿੰਤਾ ਵਾਲੀ ਗੱਲ ਆ। ਇੰਨੀ ਮੁਸ਼ਕਲ ਦੇ ਨਾਲ ਜਦੋਂ ਵਿਦੇਸ਼ ਵਿੱਚ ਗਏ, ਬੜੇ ਔਖੇ ਹੋ ਕੇ ਗਏ। 3 ਦਿਨ ਪਾਣੀ ਵਾਲੇ ਜਹਾਜ਼ 'ਚ ਛੱਲਾਂ ਦੇ ਨਾਲ ਟਾਕਰਾ ਕਰਨਾ ਪਿਆ ਜੀ। ਕਹਿੰਦੇ ਆਂਦਰਾਂ ਇਕੱਠੀਆਂ ਹੋ ਗਈਆਂ, ਕਦੀ ਜਹਾਜ਼ ਉੱਤੇ ਤੇ ਕਦੇ ਥੱਲੇ। 3 ਦਿਨ ਜੀ। ਫਿਰ ਸਹਿਜੇ ਸ਼ਾਂਤੀ ਦਾ ਮਾਹੌਲ ਬਣਿਆ ਉੱਥੇ। ਹੁਣ ਇੰਨੀ ਮੁਸ਼ਕਲ ਦੇ ਨਾਲ ਗਏ ਤੇ ਉਹਨਾਂ ਨੇ ਕਹਿ ਦਿੱਤਾ ਕਿ ਜਿੰਨਾ ਚਿਰ ਅਗਲੀ ਫੀਸ ਜਮ੍ਹਾਂ ਨਹੀਂ ਹੋਏਗੀ ਤੇ ਫੀਸ ਵਾਸਤੇ ਪੈਸਾ ਕੋਲ ਕੋਈ ਨਹੀਂ, ਸਾਧਨ ਕੋਈ ਨਹੀਂ ਹੈਗਾ। ਬੜਾ ਫਿਕਰ ਜਿਹਾ ਲੱਗਾ। ਮਹਾਂਪੁਰਖ ਆਪਣੀ ਪਤਨੀ ਨੂੰ ਲੈ ਕੇ ਨਾ ਜੀ ਬਾਹਰ ਇੱਕ ਪਾਰਕ ਵਿੱਚ ਰੁੱਖ ਸੀ, ਉਹਦੇ ਥੱਲੇ ਬਹਿ ਗਏ ਜੀ। ਆਪ ਪਛਾਣੇ ਮਨ ਨਿਰਮਲ ਹੋਏ। ਉੱਥੇ ਬਹਿ ਗਏ ਤੇ ਬਹਿ ਕੇ ਹੁਣ ਆਪਾ ਪਛਾਣਨ ਲੱਗੇ ਜੀ ਵੀ ਇਹ ਜਿਹੜਾ ਸਾਨੂੰ ਜਵਾਬ ਮਿਲ ਗਿਆ ਨਾ, ਇਹਦੇ ਵਿੱਚ ਕੋਈ ਨਾ ਕੋਈ ਕਸੂਰ ਆਪਣਾ ਹੀ ਹੋਣਾ ਵਾ, ਆਪਣਾ ਹੀ ਹੋਣਾ। ਨਹੀਂ ਤੇ ਗੁਰੂ ਸਾਹਿਬ ਆਪਣੇ ਸੇਵਕਾਂ ਦੀ ਮਦਦ ਕਰਦੇ ਆ ਜੀ। ਤੇ ਬਾਬਾ ਜੀ ਹੁਣ ਆਪਣੀ ਘਰ ਵਾਲੀ ਨੂੰ ਪੁੱਛਦੇ ਆ ਵੀ ਸੱਚੋ ਸੱਚ ਦੱਸੀ ਬਾਬਾ ਤੇਜਾ ਸਿੰਘ ਜੀ ਵੀ ਤੂੰ ਕੋਈ ਫੁਰਨਾ ਤਾਂ ਨਹੀਂ ਬਣਾਇਆ? ਕਹਿੰਦੇ ਜੀ 5-7 ਦਿਨ ਪਹਿਲਾਂ ਮੈਂ ਫੁਰਨਾ ਬਣਾਇਆ ਸੀਗਾ ਵੀ ਮੇਰੇ ਪਤੀ ਜੀ ਪੜ੍ਹਾਈ ਬਹੁਤ ਉੱਚ ਕੋਟੀ ਦੀ ਕਰ ਰਹੇ ਆ ਤੇ ਬੜੇ ਵੱਡੇ ਅਫਸਰ ਬਣਨਗੇ ਤੇ ਮੌਜਾਂ ਲਿਆ ਕਰਾਂਗੇ ਜੀ।
ਹਾਂਜੀ ਮੌਜਾਂ ਲਿਆ ਕਰਾਂਗੇ। ਤੁਸੀਂ ਪੜ੍ਹਾਈ ਬੜੀ ਵੱਡੀ ਕਰ ਰਹੇ, ਜਿਹੜੀ ਕੋਈ ਹਿੰਦੁਸਤਾਨ 'ਚ ਤੇ ਕੋਈ ਵਿਰਲਾ ਬੰਦਾ ਹੀ ਹੋਏਗਾ ਜਿਹਨੇ ਇੰਨੀ ਵੱਡੀ ਵਿੱਦਿਆ ਪ੍ਰਾਪਤ ਕੀਤੀ ਹੋਵੇ। ਤੇ ਮੈਨੂੰ ਬੜਾ ਇਹ ਸੋਚ ਸੋਚ ਕੇ ਚਾਅ ਚੜ੍ਹਿਆ ਪਿਆ ਸੀ, ਤੇ ਮੈਂ ਮਹਾਰਾਜ ਅੱਗੇ ਅਰਦਾਸਾਂ ਵੀ ਕਰਦੀ ਸਾਂ ਵੀ ਮਹਾਰਾਜ ਕਿਰਪਾ ਕਰਿਓ ਮੇਰੇ ਪਤੀ ਨੂੰ ਵੱਡਾ ਉੱਚਾ ਅਹੁਦਾ ਬਖਸ਼ਿਓ। ਹਾਂਜੀ, ਇੰਨਾ ਖੁੱਲ੍ਹਾ ਪੈਸਾ ਟਕਾ ਸਾਡੇ ਘਰ ਆਏਗਾ, ਸਾਡੀ ਇੱਜ਼ਤ ਵਧੇਗੀ। ਤੇ ਬਾਬਾ ਜੀ ਕਹਿਣ ਲੱਗੇ ਬਸ ਇਹੋ ਗੱਲ ਵਿਘਨ ਬਣ ਗਈ ਭਲੀਏ ਲੋਕੇ, ਆਹ ਗੱਲ ਹੀ ਵਿਘਨ ਬਣ ਗਈ। ਉਹ ਜਿਹੜਾ ਉੱਥੋਂ ਆਰਡਰ ਹੋ ਗਿਆ ਨਾ ਵੀ ਹੁਣ ਆ ਕੇ ਤੁਸੀਂ ਕਲਾਸ ਵਿੱਚ ਨਹੀਂ ਬਹਿ ਸਕਦੇ, ਜਿੰਨਾ ਚਿਰ ਅਗਲੀ ਫੀਸ ਨਹੀਂ ਜਮ੍ਹਾਂ ਕਰਾਉਂਦੇ ਨਾ ਉਹਨਾਂ ਚਿਰ ਆ ਕੇ ਇੱਥੇ ਬਹਿ ਨਹੀਂ ਸਕਦੇ, ਇੱਥੇ ਵੜਨਾ ਨਹੀਂਗਾ। ਤੇ ਕਹਿਣ ਲੱਗੀ ਹੁਣ ਕੀ ਕਰੀਏ? ਕਹਿਣ ਲੱਗੇ ਹੁਣ ਆਪਣੀ ਨੀਤ ਸਾਫ਼ ਕਰੀਏ। ਬਾਬਾ ਜੀ ਕਹਿਣ ਲੱਗੇ ਆਪਣੀ ਨੀਤ ਸਾਫ਼ ਕਰੀਏ, ਆਪਣੇ ਫੁਰਨੇ ਸ਼ੁੱਧ ਕਰੀਏ, ਆਪਣੇ ਵਿਚਾਰ ਸ਼ੁੱਧ ਕਰੀਏ। ਕਹਿੰਦੀ ਜੀ ਉਹ ਕਿਸ ਤਰ੍ਹਾਂ ਕਰੀਏ? ਬਾਬਾ ਜੀ ਕਹਿੰਦੇ ਉੱਠ ਖੜੀ ਹੋ, ਮੈਂ ਤੈਨੂੰ ਦੱਸਦਾ। ਗਲ 'ਚ ਪਾ ਪੱਲਾ ਤੇ ਕਹੇ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਮਨ ਵੀ ਤੇਰਾ, ਤਨ ਵੀ ਤੇਰਾ, ਤੇ ਜਿਹੜੀ ਤੂੰ ਸਾਨੂੰ ਤਰੱਕੀ ਦੇਣੀ ਉਹ ਵੀ ਤੇਰੀ ਸੱਚੇ ਪਾਤਸ਼ਾਹ। ਮਹਾਰਾਜ ਅਸੀਂ ਸਾਰਾ ਜੀਵਨ ਤੇਰੀ ਸੇਵਾ 'ਚ ਲਾਵਾਂਗੇ। ਇਹ ਜਿਹੜੇ ਫੁਰਨੇ ਤੂੰ ਬਣਾਉਣੀ ਆ ਨਾ ਇਹ ਵਿਘਨਕਾਰੀ ਨੇ। ਇਹਦੇ ਵਿੱਚ ਮੈਨੂੰ ਵੀ ਕਿਉਂ ਗੱਲ ਆ, ਪਰਿਵਾਰ ਜੁੜਿਆ ਹੁੰਦਾ ਆਪਸ ਵਿੱਚ ਨਾ ਜੀ। ਹਾਂਜੀ, ਇੱਥੇ ਪੰਕਤੀ ਆਪ ਪਛਾਣੇ ਮਨ ਨਿਰਮਲ। ਜੋ ਤੁਹਾਡਾ ਪੁੱਤ ਲਾਗੇ ਖੜਾ ਹੋਵੇ ਜੀ ਤੁਹਾਡੇ, ਤੇ ਕੋਈ ਪੁੱਛੇ ਮੁੰਡਾ ਕਿਹਦਾ, ਕੀ ਆਖੋਗੇ ਜੀ? ਕਿਉਂ ਜੀ? ਇਹੋ ਕਹਿ ਕੇ ਨਾ ਆਪਣਾ ਪੁੱਤ ਹੈ ਜੀ। ਘਰ ਵਾਲੀ ਲਾਗੇ ਖੜੀ ਹੋਵੇ, ਕੋਈ ਪੁੱਛੇ ਵੀ ਬੀਬੀ ਕੌਣ ਹੈ, ਇਹੋ ਕਹੇਗਾ ਬੰਦਾ ਮੇਰੀ ਆਪਣੀ ਪਤਨੀ ਆ। ਹਾਂਜੀ, ਆਪ ਪਛਾਣ ਹੈ ਨਿਰਾ, ਆਪਣੇ ਤੱਕ ਨਹੀਂ ਇਹ ਗੱਲ, ਪਰਿਵਾਰ ਤੱਕ ਵੀ ਹੈਗੀ ਹੈ। ਸਾਰਿਆਂ ਦੇ ਫੁਰਨੇ ਰਲੇ ਮਿਲੇ ਹੀ ਚੱਲਦੇ, ਅਸਰ ਕਰਦੇ ਆ ਜੀ, ਹਰ ਗੱਲ ਅਸਰ ਕਰਦੀ ਹੈ। ਘਰ ਵਾਲੀ ਨੇ ਫੁਰਨਾ ਬਣਾਇਆ, ਵਿਗੜ ਬਣ ਗਿਆ ਜੀ। ਤੇ ਬਾਬਾ ਤੇਜਾ ਸਿੰਘ ਜੀ ਨੇ ਕੀਤੀ ਪੂਰਨ ਮਹਾਂਪੁਰਖਾਂ ਦੀ ਸੰਗਤ, ਕਹਿਣ ਲੱਗੇ ਭਲੀ ਲੋਕੇ ਤੇਰਾ ਫੁਰਨਾ ਹੀ ਵਿਗਨ ਬਣ ਗਿਆ ਹੀ, ਹੁਣ ਇਹੋ ਹੀ ਪੰਗਾ ਖੜਾ ਹੋ ਗਿਆ ਹੀ ਹੋਣਾ ਹੈ। ਉੱਠ ਖੜੀ ਹੋ, ਗਲ 'ਚ ਪਾ ਪੱਲਾ ਤੇ ਕਰ ਅਰਦਾਸ, ਸੱਚੇ ਪਾਤਸ਼ਾਹ ਮਨ ਵੀ ਤੇਰਾ, ਤਨ ਵੀ ਤੇਰਾ, ਤੇ ਜਿਹੜੀ ਸਾਨੂੰ ਡਿਗਰੀ ਮਿਲਣੀ ਉਹ ਵੀ ਤੇਰੀ ਸੇਵਾ 'ਚ ਹੀ ਸਾਰਾ ਜੀਵਨ ਲਾਵਾਂਗੇ। ਜੋ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਕਹਿਣਗੇ ਅਸੀਂ ਉਹੀ ਸੇਵਾ ਕਰਾਂਗੇ। ਉੱਠ ਕੇ ਖੜੀ ਹੋਈ, ਉਹਨੇ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ, ਭੁੱਲ ਦੀ ਮਾਫੀ ਮੰਗੀ, ਤੇ ਦੋਵੇਂ ਜਣੇ ਘਰ ਆ ਗਏ ਜੀ। ਜਦੋਂ ਘਰ ਆ ਕੇ ਬੈਠੇ ਨਾ ਜੀ, ਤੇ ਦਰਵਾਜ਼ਾ ਖੜਕਿਆ ਜੀ। ਬਾਬਾ ਤੇਜਾ ਸਿੰਘ ਜੀ ਨੇ ਉੱਠ ਕੇ ਬੂਹਾ ਖੋਲ੍ਹਿਆ ਜੀ, ਤੇ ਬੂਹੇ ਦੇ ਅੱਗੇ ਕੌਣ ਖੜਾ? ਉਸ ਯੂਨੀਵਰਸਿਟੀ ਦਾ ਪ੍ਰੋਫੈਸਰ ਮੈਰੀ ਪ੍ਰੋਫੈਸਰ ਬੂਹੇ ਅੱਗੇ ਖੜਾ। ਕਹਿੰਦਾ ਤੇਜਾ ਸਿੰਘ ਮੈਂ ਉਹ ਚਿੱਠੀ ਪੜ੍ਹੀ ਆ, ਜਿਸ ਚਿੱਠੀ ਦਾ ਤੁਹਾਨੂੰ ਜਵਾਬ ਮਿਲਿਆ ਨਾ, ਤੇ ਜਿੰਨਾ ਚਿਰ ਫੀਸ ਜਮ੍ਹਾਂ ਨਾ ਕਰਾਈ ਉਹਨਾਂ ਚਿਰ ਤੁਸੀਂ ਆ ਕੇ ਕਲਾਸ 'ਚ ਨਹੀਂ ਬਹਿ ਸਕਦੇ। ਤੇਜਾ ਸਿੰਘ ਤੂੰ ਬਹੁਤ ਕਾਬਲ ਆਦਮੀ ਆ, ਮੈਂ ਤੈਨੂੰ ਵੇਖਿਆ, ਤੂੰ ਬਾਕੀ ਵਿਦਿਆਰਥੀਆਂ ਵਰਗਾ ਨਹੀਂ ਹੈਗਾ। ਪ੍ਰੇਰਤਾ ਨਾ ਪਰਮੇਸ਼ਰ ਨੇ, ਖੁਦ ਪ੍ਰੋਫੈਸਰ ਯੂਨੀਵਰਸਿਟੀ ਦਾ ਚੱਲ ਕੇ ਘਰ ਆਇਆ ਜੀ ਉਹਦੇ। ਕਹਿੰਦਾ ਤੇਰੀ ਰਹਿਣੀ ਬਹਿਣੀ ਤੇ ਮੈਂ ਬੜਾ ਖੁਸ਼ ਹਾਂ, ਤੇਰੇ ਜੀਵਨ ਤੇ ਮੈਂ ਬੜਾ ਖੁਸ਼ ਹਾਂ। ਮੈਂ ਅੱਜ ਤੱਕ ਤੇਰੇ 'ਚ ਕੋਈ ਵੇਖੀ ਨਹੀਂ ਚੰਚਲਤਾ ਵਾਲੀ ਗੱਲ। ਇੰਨਾ ਟਿਕਿਆ ਹੋਇਆ ਤੂੰ ਬੰਦਾ, ਤੇਰੇ ਵਰਗੇ ਬੰਦੇ ਨੂੰ ਇੱਥੋਂ ਕੱਢ ਦਿੱਤਾ ਜਾਵੇ, ਜਵਾਬ ਮਿਲ ਜੇ, ਕਹਿੰਦਾ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇਜਾ ਸਿੰਘ ਆ $60 ਮੇਰੇ ਕੋਲ ਲੈ, ਫੀਸ ਤਾਰ, ਤੇ ਅਗਲੀ ਜਮਾਤ ਵਾਸਤੇ ਵੀ $50 ਮੈਂ ਤੈਨੂੰ ਦੇ ਦਿੰਦਾ, ਜਿਹੜੀ ਐਡਮਿਸ਼ਨ ਜਮ੍ਹਾਂ ਕਰਾਉਂਦੇ ਨਾ ਜੀ ਉਹ ਤੂੰ ਜਮ੍ਹਾਂ ਕਰਾ ਦੀ, ਮੈਂ ਸਮੇਂ ਦੇ ਨਾਲ ਉੱਥੋਂ ਕਢਾ ਲਾਂਗਾ ਆਪੇ। ਆ ਜਿਹੜੇ $60 ਮੈਂ ਤੇਥੋਂ ਵਾਪਸ ਨਹੀਂ ਲੈਣੇ। ਕਿਉਂ? ਮੈਂ ਵੀ ਜਰਮਨ ਦੇ ਵਿੱਚ ਰਹਿ ਕੇ ਪੜ੍ਹਿਆ, ਮੈਨੂੰ ਪਤਾ ਕਹਿੰਦਾ ਵਿਦਿਆਰਥੀਆਂ ਨੂੰ ਮੁਸ਼ਕਲਾਂ ਕੀ ਆਉਂਦੀਆਂ ਨੇ। ਇੰਨੇ ਬਦਲੇ ਤੇਰੇ ਜੀਵਨ ਦੇ ਵਿੱਚ ਏਡਾ ਵੱਡਾ ਵਿਘਨ ਹੋ ਜਾਵੇ, ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਹ $60 ਮੈਂ ਤੇਥੋਂ ਵਾਪਸ ਨਹੀਂ ਲੈਣੇ। ਤੂੰ ਆਪਣੀ ਪੜ੍ਹਾਈ ਕਰਕੇ ਜਦੋਂ ਤੇਰੇ ਕੋਲ ਤਾਕਤ ਹੋਏਗੀ ਕਿਸੇ ਲੋੜਵੰਦ ਦੀ ਮਦਦ ਕਰਦੀ ਨਹੀਂ ਕਰਨ ਲੱਗਾ। ਕਦੇ ਨਾ ਸੋਚੀ ਵੀ ਮੈਂ ਤੈਨੂੰ ਉਧਾਰੇ ਦੇ ਰਿਹਾ ਤੇ ਮੁੜ ਕੇ ਤੇਰੇ ਕੋਲ ਮੈਂ ਲੈਣੇ ਆ। ਹਾਂਜੀ, ਜਦੋਂ ਹੱਥ ਜੋੜ ਕੇ ਆਪਣੇ ਆਪ ਨੂੰ ਪਛਾਣਿਆ ਤੇ ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ, ਤੇ ਵਾਹਿਗੁਰੂ ਨੇ ਪ੍ਰੇਰ ਕੇ ਬੰਦਾ ਬੂਹੇ ਅੱਗੇ ਖਿਲਾਰ ਦਿੱਤਾ ਜੀ ਲੈਣ ਕੇ। ਹਾਂਜੀ, ਸੱਚੇ ਪਾਤਸ਼ਾਹ ਜੀ ਬਾਣੀ ਸਤਿਗੁਰੂ ਜੀ ਸਮੱਤ ਦਿੰਦੇ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੁੱਛ ਹੋ ਜਾਏ। ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਸਾਵਧਾਨ ਹੋ ਕੇ ਸੇਵਾ ਸਿਮਰਨ ਦੇ ਵਿੱਚ ਲੱਗਣਾ ਕੀਤਾ, ਉਹਨਾਂ ਨੂੰ ਪੁੱਛੋ ਜਾ ਕੇ, ਪੁੱਛੋ ਉਹਨਾਂ ਨੂੰ ਜਾ ਕੇ। ਹਾਂਜੀ, ਤੇ ਮਹਾਰਾਜ ਕਹਿੰਦੇ ਗੁਰ ਸੇਵਾ ਤੇ ਮਨ ਪਤੀ ਆਏ। ਗੁਰੂ ਦੀ ਸੇਵਾ ਕਰਨ ਦੇ ਨਾਲ ਮਨ ਦੇ ਵਿੱਚ ਭਰੋਸਾ ਬਣ ਜਾਂਦਾ ਜੀ। ਭਰੋਸਾ ਬਣ ਗਿਆ ਤੇ ਗੱਲ ਬਣ ਗਈ ਜੀ, ਭਰੋਸਾ ਨਾ ਬਣਿਆ ਤੇ ਕੋਈ ਗੱਲ ਬਣੀ ਨਾ ਜੀ।
ਗੁਰ ਸੇਵਾ ਤੇ ਮਨ ਪਤੀ ਆਏ। ਮਹਾਰਾਜ ਕਹਿੰਦੇ ਸੇ ਧਨਵੰਤ ਹਰ ਨਾਮ ਕਮਾਏ। ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਅਸਲੀ ਧਨਾੜ ਉਹ ਨੇ ਜੀ। ਬਾਕੀਆਂ ਦਾ ਤਾਂ ਨਾਮ ਹੀ ਕੋਈ ਨਹੀਂ ਲੈਂਦਾ ਜੀ। ਹਾਂਜੀ, ਭਾਵੇਂ ਕਿਸੇ ਨੇ ਜ਼ਮੀਨ ਬਣਾਈ, ਭਾਵੇਂ ਰਾਜਨੀਤੀ ਦੇ ਵਿੱਚ ਕੋਈ ਰਿਹਾ, ਭਾਵੇਂ ਕਿਸੇ ਨੇ ਹੋਰ ਕਈ ਕੁਝ ਕਰ ਲਿਆ, ਕਦੇ ਕਿਸੇ ਨੇ ਚੇਤਾ ਕੀਤਾ ਕੌਣ ਹੋਇਆ ਜੀ? ਕਿਸੇ ਦਾ ਕੋਈ ਨਾਮ ਨਹੀਂ ਲੈਂਦਾ ਜੀ। ਪਰ ਜਿਨ੍ਹਾਂ ਨੇ ਨਾਮ ਜਪਿਆ ਰੜੇ ਮੈਦਾਨ ਬੈਠ ਕੇ, ਕੱਖਾਂ ਦੀਆਂ ਕੁੱਲੀਆਂ ਵਿੱਚ ਬੈਠ ਕੇ। ਮੈਂ ਹਰਖੋਵਾਲ ਗਿਆ, ਬਾਬਾ ਜਵਾਲਾ ਸਿੰਘ ਜੀ ਹੁਣਾਂ ਦਾ ਬਰਸੀ ਸਮਾਗਮ ਸੀ। ਮੈਂ ਤਾਂ ਬਾਬਾ ਮਨਜੀਤ ਸਿੰਘ ਜੀ ਬੈਠੇ ਜਿਹੜੇ ਉੱਥੋਂ ਦੇ ਮੁੱਖ ਪ੍ਰਬੰਧਕ ਨੇ, ਤੇ ਕੋਈ ਸੰਗਤ ਆਈ ਉਹਨਾਂ ਦੇ ਕੋਲ। ਉਹ ਆਂਦੇ ਬਾਬਾ ਜੀ ਕਮਰਾ ਨਹੀਂ ਸਾਨੂੰ ਮਿਲਿਆ। ਬਾਬਾ ਜੀ ਨੇ ਪ੍ਰਬੰਧਕ ਨੂੰ ਸੱਦਿਆ, ਕਹਿਣ ਲੱਗੇ ਭਾਈ ਇਹਨਾਂ ਨੂੰ ਕਮਰਾ ਦਿਓ। ਉਹ ਕਹਿੰਦਾ ਜੀ ਕਮਰੇ ਤੇ ਸਾਰੇ ਵੰਡੇ ਗਏ ਨੇ। ਤੇ ਮੈਨੂੰ ਬਾਬਾ ਮਨਜੀਤ ਸਿੰਘ ਜੀ ਕਹਿਣ ਲੱਗੇ ਵੀ ਬਾਬਾ ਜੀ 400 ਕਮਰਾ ਸੰਗਤ ਵਾਸਤੇ ਤਿਆਰ ਕੀਤਾ, ਤੇ 400 ਦਾ 400 ਹੀ ਕਹਿਣ ਲੱਗੇ ਸੰਗਤਾਂ ਵਾਸਤੇ ਦਿੱਤਾ ਗਿਆ। ਤੇ ਹੁਣ ਕੀ ਕਰੀਏ? ਸੰਗਤ ਅੱਗੇ ਨੂੰ ਜ਼ਿਆਦਾ ਹੋ ਗਈ ਹੈ, ਕਮਰੇ ਹੁਣ ਇੰਨੇ ਹੈ ਨਹੀਂ ਗੇ ਸਾਡੇ ਕੋਲ। ਹਾਂਜੀ, ਮਹਾਂਪੁਰਖਾਂ ਨੇ ਕੱਖਾਂ ਦੀ ਕੁੱਲੀ ਅਜੇ ਸਾਂਭ ਕੇ ਰੱਖੀ ਜੀ। ਉਹਨਾਂ ਨੇ ਕੱਖਾਂ ਦੀ ਕੁੱਲੀ ਉੱਥੇ ਜੀ, ਕੱਖਾਂ ਦੀ ਕੁੱਲੀ 'ਚ ਨਾਮ ਜਪਿਆ। ਜੇ ਮੌਜੂਦ ਆ ਉਹ ਕੁੱਲੀ, ਪਰ ਨਾਮ ਜਪਿਆ ਏਡੇ ਵੱਡੇ ਭਾਗ ਲੱਗੇ। ਦਿਨ ਰਾਤ 8 ਪਹਿਰ ਗੁਰੂ ਕੇ ਲੰਗਰ। ਇੰਨੀਆਂ ਸੰਗਤਾਂ 400 ਕਮਰਾ ਹੁੰਦਿਆਂ ਵੀ ਕਮਰੇ ਥੁੱਟ ਜਾਂਦੇ ਆ ਜੀ। ਹਾਂਜੀ, ਨਾਮ ਦਾ ਪ੍ਰਤਾਪ ਕਿੱਡੇ ਧਨਾੜ ਹੋਣਗੇ ਜੀ। ਕੋਈ ਵੱਡੇ ਤੋਂ ਵੱਡਾ ਅਮੀਰ ਬੰਦਾ 10 20 100 50 200 500 ਬੰਦੇ ਨੂੰ ਸਾਂਭ ਲੂ, ਕਿੰਨਿਆਂ ਕੁ ਨੂੰ ਸਾਂਭ ਲੂਗਾ ਜੀ ਉਹ? ਹਾਂਜੀ, ਪਰ ਵੇਖੋ ਜਾ ਕੇ ਜਿੱਥੇ ਜਿੱਥੇ ਪਰਮੇਸ਼ਰ ਦਾ ਸਿਮਰਨ ਹੋਇਆ, ਜਿਨ੍ਹਾਂ ਨੇ ਕੀਤਾ, ਮਹਾਰਾਜ ਕਹਿੰਦੇ ਸੇ ਧਨਵੰਤ ਹਰ ਨਾਮ ਕਮਾਏ, ਪੂਰੇ ਗੁਰ ਤੇ ਸੋਝੀ ਪਾਏ। ਇਹ ਅਕਲ ਜਿਹੜੀ ਆ ਸਮਾਤੇ ਪੂਰੇ ਗੁਰੂ ਦੇ ਕੋਲੋਂ ਬੰਦੇ ਨੂੰ ਪ੍ਰਾਪਤ ਹੋਣੀ, ਅਧੂਰੇ ਕੋਲੋਂ ਨਹੀਂ ਹੋਣੀ ਜੀ। ਪੂਰਾ ਗੁਰੂ ਜੀ। ਹੁਣ ਇੱਥੇ ਫੇਰ ਵੱਡੀ ਗੱਲ ਹੈਗੀ ਹੈ ਜੀ। ਹਾਂਜੀ, ਪੂਰਾ ਗੁਰੂ। ਇਹ ਪੂਰੇ ਗੁਰੂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਪਰ ਇਹ ਜਿਨ੍ਹਾਂ ਦੇ ਹਿਰਦੇ ਵਿੱਚ ਵਸੇ ਆ ਨਾ ਜੀ, ਜਿਨ੍ਹਾਂ ਦੇ ਹਿਰਦੇ ਵਿੱਚ ਵਸੇ ਨੇ। ਇੱਕੋ ਪਟਿਆਲੇ ਇੱਕ ਬੰਦਾ ਸੀਗਾ, ਬੜਾ ਪੜ੍ਹਿਆ ਲਿਖਿਆ, ਬਹੁਤ ਵਿਦਵਾਨ ਤੇ ਕੱਟੜਵਾਦੀ ਸੀ। ਬਾਬਾ ਅਤਰ ਸਿੰਘ ਜੀ ਮਹਾਰਾਜ ਦੇ ਅੱਗੇ ਰਾਜੇ ਮਹਾਰਾਜੇ ਝੁਕਦੇ ਹੁੰਦੇ ਸਨ ਜੀ। ਉਹ ਬਾਬਾ ਜੀ ਦੀ ਨਿੰਦਿਆ ਕਰਦਾ ਹੁੰਦਾ ਸੀ ਜੀ। ਜਿਸ ਤਰ੍ਹਾਂ ਹੁਣ ਵੀ ਕਈ ਵਿਦਵਾਨਾਂ ਨੂੰ ਆਦਤ ਆ ਨਾ, ਉਹ ਕਰਦੇ ਨੇ ਜੀ, ਉਹਨੇ ਨਿੰਦਿਆ ਕਰਨੀ ਜੀ। ਕੁਦਰਤੀ ਨਾ ਕਿਤੇ ਕੋਈ ਸਮਾਗਮ ਚੱਲ ਰਿਹਾ ਸੀ ਤੇ ਪਟਿਆਲੇ ਦਾ ਜਿਹੜਾ ਰਾਜਾ ਸੀ ਮਹਾਰਾਜਾ ਉਸ ਸਮਾਗਮ 'ਚ ਆਇਆ ਜੀ। ਤੇ ਪ੍ਰਸ਼ਾਦ ਵਰਤਾਉਣ ਵਾਲਾ ਜਿਹੜਾ ਸੀ ਨਾ ਜੀ, ਉਹਨੇ 5 ਪਿਆਰਿਆਂ ਦਾ ਪ੍ਰਸ਼ਾਦ ਵਰਤਾਉਣਾ ਸੀ। ਤੇ ਉਹਨੇ ਮਹਾਰਾਜੇ ਨੂੰ ਪ੍ਰਸ਼ਾਦ ਨਾ ਦਿੱਤਾ ਜੀ। ਉਦੋਂ ਗੱਦੀਆਂ ਚੱਲਦੀਆਂ ਸੀ, ਰਾਜੇ ਚੱਲਦੇ ਸਨ। ਉਹਨੇ ਇਸ ਕਰਕੇ ਨਾ ਦਿੱਤਾ ਵੀ ਇਹਨੇ ਦਾੜੀ ਵੀ ਬੱਧੀ ਆ ਤੇ ਇਹਨੇ ਦਾੜੀ ਵੀ ਰੰਗੀ ਹੈ ਜੀ, ਤੇ 5 ਪਿਆਰਿਆਂ ਦਾ ਪ੍ਰਸ਼ਾਦ ਨਹੀਂ ਦੇਣਾ ਜੀ। ਕੁਝ ਕੱਟੜਵਾਦੀ ਸੁਭਾਅ ਦਾ ਵੀ ਸੀ ਉਹ, ਕੁਝ ਉਹਨੇ ਜਾਇਜ਼ ਵੀ ਸਮਝਿਆ ਜੀ। ਜਦੋਂ ਉਹਨੇ ਨਾਂ ਨਾ ਦਿੱਤਾ ਜੀ, ਉਹਨੂੰ ਫਿਰ ਉਹਦੇ ਵਜ਼ੀਰਾਂ ਨੇ ਘਰ ਜਾ ਕੇ ਚੁੱਕਿਆ। ਉਹਨੇ ਆਖਿਆ ਮਹਾਰਾਜਾ ਜੀ ਇਸ ਬੰਦੇ ਨੇ ਤੁਹਾਡੀ ਕਿੱਡੀ ਹੱਤਕ ਕੀਤੀ ਹੈ, ਇਸ ਬੰਦੇ ਨੇ ਤੁਹਾਨੂੰ ਆਮ ਬੰਦਿਆਂ ਵਰਗਾ ਵੀ ਨਹੀਂ ਸਮਝਿਆ, ਏਡੀ ਤੁਹਾਡੀ ਬੇਇੱਜ਼ਤੀ ਕੀਤੀ। ਹੋ ਸਕਦਾ ਸੀ ਉਹ ਨਾ ਚੇਤੇ ਕਰਦਾ, ਪਰ ਚੁੱਕਣਾ ਵਾਲਿਆਂ ਨੇ ਯਾਦ ਕਰਾ ਦਿੱਤਾ ਜੀ ਉਹਨੂੰ। ਹਾਂਜੀ, ਉਹ ਗੁੱਸੇ 'ਚ ਆ ਗਿਆ, ਕਹਿੰਦਾ ਇਹਨੂੰ ਫੜ ਕੇ ਜੇਲ੍ਹ 'ਚ ਸੁੱਟੋ। ਕਹਿੰਦਾ ਹੁਣ ਉਹਨੂੰ ਫੜ ਕੇ ਜੇਲ੍ਹ 'ਚ ਸੁੱਟ ਦਿੱਤਾ ਜੀ। ਬੜੀ ਬੁਰੀ ਹਾਲਤ ਉਹਦੀ ਉੱਥੇ ਜੇਲ੍ਹ ਦੇ ਵਿੱਚ। ਬਾਬਾ ਅਤਰ ਸਿੰਘ ਜੀ ਪਟਿਆਲੇ ਆਏ ਤੇ ਮਹਾਰਾਜਾ ਆਖੇ ਬਾਬਾ ਜੀ ਸਾਡੇ ਘਰ ਚਰਨ ਪਾਓ। ਬਾਬਾ ਜੀ ਬੋਲਣੀ ਨਾ ਜੀ ਉਹਦੇ ਨਾਲ ਜੀ। ਫਿਰ ਉਹ ਕਹਿੰਦਾ ਵੀ ਬਾਬਾ ਜੀ ਮੈਥੋਂ ਗਲਤੀ ਕੀ ਹੋਈ ਹੈ? ਜਾਣਾ ਕਿੱਥੇ ਜੀ, ਮੈਥੋਂ ਗਲਤੀ ਕੀ ਹੋਈ ਆ? ਤੇ ਵੇਖੋ ਨਿਰਵੈਰ ਮਹਾਂਪੁਰਖ, ਉਹ ਬੰਦਾ ਦਿਨ ਰਾਤ ਨਿੰਦਾ ਕਰਦਾ ਸੀ ਜੀ। ਬਾਬਾ ਜੀ ਕਹਿਣ ਲੱਗੇ ਤੂੰ ਬੜੀ ਗਲਤੀ ਕੀਤੀ। ਉਹਨੂੰ ਗਿਆਨੀ ਨੂੰ ਜੇਲ੍ਹ 'ਚ ਕਿਉਂ ਸੁੱਟਿਆ? ਕਹਿਣ ਲੱਗੇ, ਕਹਿੰਦਾ ਜੋ ਬੜਾ ਖਰਾਬ ਬੰਦਾ ਤੁਹਾਡਾ ਨਿੰਦਕ ਹੈਗਾ। ਕਹਿਣ ਲੱਗੇ ਫਿਰ ਕੀ ਆ, ਇਸ ਤਰ੍ਹਾਂ ਹੀ ਭਰਾ ਭਾਈ ਇੱਕ ਦੂਜੇ ਨੂੰ ਗੱਲਾਂ ਕਰ ਹੀ ਲੈਂਦੇ, ਇਸ ਗੱਲ ਦਾ ਗੁੱਸਾ ਕਾਹਦਾ? ਕਹਿਣ ਲੱਗੇ, ਕਹਿੰਦੇ ਨਹੀਂ ਉਹ ਨਹੀਂ ਛੱਡਣ ਵਾਲਾ ਬਾਬਾ ਜੀ, ਉਹ ਆਪਣੀ ਗੱਲ ਤੇ ਦੱਸੇ ਨਾ ਵੀ ਕਿਹੜੀ ਗੱਲ ਵਿੱਚੋਂ। ਬਾਬਾ ਜੀ ਕਹਿੰਦੇ ਨਹੀਂ, ਅਸੀਂ ਤੇਰੇ ਘਰ ਤਾਂ ਜਾਣਾ ਜੇ ਤੂੰ ਉਹਨੂੰ ਰਿਹਾ ਕਰੇਂਗਾ ਤੇ। ਹਾਂਜੀ, ਉਹ ਫਿਰ ਜੀ ਜਾ ਕੇ ਉਹਨੂੰ ਫਿਰ ਬੰਦੇ ਭੇਜੇ, ਬਾਹਰ ਕੱਢਿਆ। ਉਹਨੂੰ ਫਿਰ ਦੱਸਿਆ ਗਿਆ ਵੀ ਤੈਨੂੰ ਬਾਬਾ ਅਤਰ ਸਿੰਘ ਜੀ ਨੇ ਛਡਾਇਆ ਜੀ। ਤੇ ਉਹਨੇ ਫਿਰ ਸੋਚਿਆ ਵੀ ਮੈਂ ਤੇ ਉਹਨਾਂ ਦਾ ਬੜਾ ਵੱਡਾ ਵਿਰੋਧੀ ਸੀ, ਤੇ ਉਹਨਾਂ ਨੂੰ ਪਤਾ ਵੀ ਆ ਮੇਰੇ ਬਾਰੇ, ਮੈਂ ਸਾਹਮਣੇ ਉਹਨਾਂ ਦੇ ਬੈਠਿਆਂ ਉਹਨਾਂ ਦੇ ਵਿਰੁੱਧ ਬੋਲਦਾ ਰਿਹਾ, ਤੇ ਇੰਨੇ ਨਿਰਵੈਰ ਵੀ ਮੈਨੂੰ ਉਹਨਾਂ ਨੇ ਛਡਾਇਆ। ਉਹ ਫਿਰ ਇਸ਼ਨਾਨ ਪਾਨ ਕਰਕੇ ਲੀੜੇ ਪਾ ਕੇ ਬਾਬਾ ਜੀ ਨੂੰ ਮਿਲਣ ਆਇਆ ਜੀ ਸਿੱਧਾ ਜੀ। ਜਦੋਂ ਬਾਬਾ ਜੀ ਨੂੰ ਮਿਲਣ ਆਇਆ ਨਾ,
ਤੇ ਬਾਬਾ ਜੀ ਨੇ ਫਿਰ ਉਹਦਾ ਸ਼ੰਕਾ ਹੱਲ ਕਰਨ ਵਾਸਤੇ ਸਮਝਾਇਆ। ਕਹਿਣ ਲੱਗੇ, ਵੇਖ ਗਿਆਨੀ ਜੀ, ਵੀ ਕਾਗਜ਼ ਬਾਜ਼ਾਰ ਦੇ ਵਿੱਚ ਬਣਦਾ, ਕਾਗਜ਼ ਬਾਜ਼ਾਰ ਵਿੱਚ ਬਣਦਾ, ਬਾਜ਼ਾਰ 'ਚ ਤਿਆਰ ਕੀਤਾ ਜਾਂਦਾ, ਉਹ ਕਾਗਜ਼ ਫਿਰ ਲਿਆਂਦਾ ਜਾਂਦਾ। ਉਹਨਾਂ ਦਿਨਾਂ 'ਚ ਮਸ਼ੀਨਾਂ ਨਹੀਂ ਸੀ ਹੁੰਦੀਆਂ, ਹੱਥਾਂ ਨਾਲ ਬਾਣੀ ਲਿਖੀ ਜਾਂਦੀ ਸੀ। ਕਹਿੰਦੇ ਪਹਿਲਾਂ ਖਾਲੀ ਕਾਗਜ਼ ਹੁੰਦਾ ਵਾ, ਫਿਰ ਉਸ ਕਾਗਜ਼ ਦੇ ਉੱਪਰ ਸਤਿਗੁਰੂ ਜੀ ਦੀ ਬਾਣੀ ਲਿਖੀ ਜਾਂਦੀ ਆ। ਉਹ ਫਿਰ ਕਾਗਜ਼ ਨਹੀਂ ਰਹਿ ਜਾਂਦਾ, ਉਹ ਗੁਰੂ ਰੂਪ ਹੋ ਜਾਂਦਾ। ਕਹਿਣ ਲੱਗੇ, ਬਾਣੀ ਦੇ ਪ੍ਰਤਾਪ ਨਾਲ ਬਾਣੀ ਲਿਖੀ ਗਈ ਉਹਦੇ ਉੱਤੇ, ਹਰ ਸਿੱਖ ਉਹਨੂੰ ਮੱਥਾ ਟੇਕਦਾ, ਭਾਵੇਂ ਗੁਟਕਾ ਸਾਹਿਬ ਆ, ਭਾਵੇਂ ਪੋਥੀ ਸਾਹਿਬ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਕਹਿਣ ਲੱਗੇ, ਬਾਣੀ ਲਿਖੀ ਆ, ਬਾਣੀ ਸਿੱਖ ਦਾ ਗੁਰੂ ਆ। ਤੇ ਕਹਿਣ ਲੱਗੇ, ਭਾਈ ਗਿਆਨੀ, ਜੇ ਕਿਸੇ ਦੇ ਹਿਰਦੇ ਵਿੱਚ ਬਾਣੀ ਵਸ ਜਾਵੇ ਤੇ ਉੱਥੇ ਵੀ ਤੇ ਗੁਰੂ ਬੈਠਾ। ਕਹਿਣ ਲੱਗੇ, ਬਾਣੀ ਨੂੰ ਹਿਰਦੇ ਵਿੱਚ ਵਸਾ ਲਵੇ, ਅੱਠੇ ਪਹਿਰ ਬਾਣੀ ਦੇ ਰੰਗ ਵਿੱਚ ਰਵੇ, ਜੋ ਬਾਣੀ ਕਹਿੰਦੀ ਉਹ ਕਰੇ। ਹਾਂਜੀ। ਤੇ ਕਹਿਣ ਲੱਗੇ, ਗਿਆਨੀ ਜੀ, ਜਿੱਥੇ ਗੁਰੂ ਵਸ ਗਿਆ ਉੱਥੋਂ ਗੁਰੂ ਹੀ ਬੋਲਦਾ, ਉੱਥੋਂ ਹੋਰ ਕੋਈ ਨਹੀਂ ਬੋਲਦਾ। ਕਹਿਣ ਲੱਗੇ, ਉੱਥੋਂ ਹੋਰ ਕੋਈ ਨਹੀਂ ਬੋਲਦਾ। ਉਹ ਬਾਬਾ ਜੀ ਦੀ ਅਵਸਥਾ ਬੜੀ ਉੱਚੀ ਸੀ। ਕਹਿਣ ਲੱਗੇ, ਅਸੀਂ ਤਾਂ ਬੋਲਦੇ ਹੀ ਨਹੀਂ, ਅਸੀਂ ਤਾਂ ਹੈ ਹੀ ਕੁਝ ਨਹੀਂ, ਹੈ ਹੀ ਕੁਝ ਨਹੀਂ, ਆਪਣਾ ਆਪ ਸਾਡਾ ਖਤਮ ਹੋ ਗਿਆ। ਹੁਣ ਜੋ ਮਾਲਕ ਬੁਲਾਉਂਦਾ ਬੋਲੀਦਾ, ਜੋ ਕਰਾਉਂਦਾ ਉਹ ਕਰਦੇ ਆ। ਇਸ ਵਾਸਤੇ ਨਿੰਦਿਆ ਚੁਗਲੀ ਵਿੱਚ ਕਿਹਾ ਪਿਆ। ਕਹਿਣ ਲੱਗੇ, ਤੂੰ ਵੀ ਆਪਣੀ ਅਵਸਥਾ ਉੱਚੀ ਬਣਾ, ਤੇਰੇ ਅੰਦਰ ਵੀ ਨਰਵੈਰ ਬਿਰਤੀ ਆਵੇ, ਸਾਰਿਆਂ ਦਾ ਭਲਾ ਕਰਨ ਦਾ ਤੇਰਾ ਵੀ ਫੁਰਨਾ ਬਣੇ। ਗਿਆਨੀ ਜੀ ਉਹਨਾਂ ਦਾ ਜੀਵਨ ਬਦਲ ਗਿਆ ਜੀ, ਉਹਨਾਂ ਦਾ ਜੀ ਮਹਾਂਪੁਰਖਾਂ ਦੀ ਪ੍ਰੇਰਨਾ ਦੇ ਨਾਲ। ਸੋ ਸੱਚੇ ਪਾਤਸ਼ਾਹ ਮਹਾਰਾਜ ਸਮੱਤ ਦਿੰਦੇ ਨੇ। ਵੇਖੋ, ਜਿੱਥੋਂ ਬਾਣੀ ਬੋਲਦੀ ਆ, ਜਿੱਥੇ ਬਾਣੀ ਵਸੀ ਪਈ ਆ, ਜਿੱਥੇ ਪੂਰਨ ਸਚਾਈ ਵਰਤ ਰਹੀ ਹੈ, ਤੇ ਮਹਾਰਾਜ ਨੇ ਤੇ ਬੜੇ ਸ਼ੰਕੇ ਹੱਲ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਪ੍ਰਾਨੀ ਨਿਸ ਦਿਨ ਭਜੈ, ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਨ ਮਰ। ਕਹਿੰਦੇ ਸੱਚੀ ਗੱਲ ਹੈ, ਪਰ ਗੱਲ ਪੱਕੀ ਹੋਵੇ ਜੀ, ਨਿਰਾ ਪਖੰਡ ਤੇ ਵਿਖਾਵਾ ਨਾ ਹੋਵੇ ਜੀ। ਸਤਿਗੁਰੂ ਜੀ ਕਹਿੰਦੇ ਨੇ, ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਘਾਲ ਥਾਏ ਪਾਈ। ਮੇਰੇ ਭਰਾਓ, ਮੇਰੇ ਵੀਰੋ, ਗੁਰੂ ਕੋਲੋਂ ਮੱਤ ਲੈ ਕੇ ਪਰਮੇਸ਼ਰ ਦਾ ਨਾਮ ਜਪਿਆ ਕਰੋ। ਤੁਹਾਡੀ ਸੇਵਾ, ਤੁਹਾਡੀ ਘਾਲਣਾ ਪਰਮੇਸ਼ਰ ਆਪਣੇ ਦਰ ਤੇ ਪ੍ਰਵਾਨ ਕਰ ਲੈਣਗੇ ਜੀ। ਜਿਹਦੀ ਪ੍ਰਵਾਨ ਹੋ ਗਈ ਉਹਦਾ ਆਇਆ ਸਫਲ ਹੋ ਗਿਆ। ਮਹਾਂਪੁਰਖ ਬਾਬਾ ਤੇਜਾ ਸਿੰਘ ਜੀ, ਜਿਨ੍ਹਾਂ ਦਾ ਆਪਾਂ ਦਿਹਾੜਾ ਮਨਾ ਰਹੇ, ਆਖੋ ਗੱਜ ਕੇ ਸਾਰੇ ਸ੍ਰੀ ਵਾਹਿਗੁਰੂ ਜੀ। ਮਹਾਂਪੁਰਖਾਂ ਦਾ ਸੁਭਾਅ ਵੇਖੋ ਕਿੱਡਾ ਵੱਡਾ ਹੁੰਦਾ। ਬਾਬਾ ਜੀ ਨਾ ਪਟਿਆਲੇ ਜਦੋਂ ਜਾਣਾ ਨਾ ਜੀ, ਨਾ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਜਦੋਂ ਪਟਿਆਲੇ ਜਾਣਾ, ਤੇ ਦੋ ਸਰਦਾਰ ਸੀ, ਉਹ ਨਾ ਸ਼ਰਾਬੀ ਕਬਾਬੀ ਸੀਗੇ ਜੀ, ਤੇ ਬਾਬਾ ਜੀ ਨੇ ਉਹਨਾਂ ਦੀ ਕੋਠੀ ਵਿੱਚ ਡੇਰਾ ਲਾਉਣਾ ਜੀ। ਹੋਰਨਾਂ ਨੇ ਬੜਾ ਹੀ ਆਖਣਾ, ਸ਼ੰਕਾ ਵੀ ਕਰਨਾ, ਬਾਬਿਆਂ ਕਹਿਣਾ ਨਹੀਂ ਉੱਧਰ ਠਹਿਰਾਂਗੇ। ਇੱਕ ਦਿਨ ਫਿਰ ਪੁੱਛ ਹੀ ਲਿਆ ਮਹਾਂਪੁਰਖਾਂ ਨੂੰ, ਇਹ ਬਾਬਾ ਜੀ ਇਹਨਾਂ ਦਾ ਜੀਵਨ ਵੀ ਕੋਈ ਏਡਾ ਖਾਸ ਨਹੀਂ ਹੈਗਾ, ਨਸ਼ਾ ਛਕਦੇ, ਰੋਜ਼ ਦੇ ਸ਼ਰਾਬੀ ਨੇ, ਤੇ ਕਿੱਡੇ ਕਿੱਡੇ ਗੁਰਸਿੱਖ ਤੁਹਾਡੇ ਤਰਲੇ ਲੈਂਦੇ, ਤੁਸੀਂ ਉੱਧਰ ਜਾਂਦੇ ਨਹੀਂ, ਇੱਧਰ ਡੇਰਾ ਲਾ ਲੈਂਦੇ ਹੋ। ਬਾਬਾ ਜੀ ਕਹਿਣ ਲੱਗੇ, ਇਹਨਾਂ ਦੀ ਪਿਛਲੀ ਸੇਵਾ ਬੜੀ ਹੈ, ਇਹ ਪਿਛਲੇ ਜਨਮ ਦੇ ਵਿੱਚ ਖਾਲਸੇ ਪੰਥ ਦੇ ਜਰਨੈਲ ਰਹੇ ਨੇ, ਤੇ ਬੜੀ ਇਹਨਾਂ ਕਮਾਈ ਕੀਤੀ ਆ। ਪੁੰਨਾਂ ਦਾ ਸਦਕਾ ਮਾਇਆ ਬਹੁਤ ਆ ਗਈ ਇਹਨਾਂ ਦੇ ਕੋਲ, ਤੇ ਮਾਇਆ ਦੇ ਕਾਰਨ ਮੋਹ 'ਚ ਫਸੇ ਆ। ਅਸੀਂ ਚਾਹੁੰਦੇ ਇਹਨਾਂ ਦੇ ਘਰ ਸਤਸੰਗ ਹੋਵੇ, ਇਹਨਾਂ ਦੇ ਪੁੰਨ ਵਧਣ, ਤੇ ਉਹ ਕਰਮ ਇਹਨਾਂ ਦੇ ਜਾਗ ਪੈਣ, ਉਹ ਜਿਹੜੇ ਪਿਛਲੇ ਆ ਜੀ। ਇਹ ਫਿਰ ਗੁਰੂ ਪੰਥ ਦੀ ਸੇਵਾ ਡਟ ਕੇ ਕਰਨ। ਇਹਨਾਂ ਦੇ ਘਰ ਲੰਗਰ ਲੱਗੇਗਾ, ਕੀਰਤਨ ਹੋਏਗਾ, ਸਤਸੰਗ ਹੋਏਗਾ, ਇਹਨਾਂ ਨੂੰ ਸਮੱਤ ਆਏਗੀ, ਇਹਨਾਂ ਦੇ ਸੁੱਤੇ ਭਾਗ ਜਾਗ ਪੈਣਗੇ। ਪਿਛਲੇ ਜਨਮਾਂ ਦੇ ਇਹਨਾਂ ਦੇ ਤਜਰਬੇ ਨੇ, ਜ਼ਿਆਦਾ ਪੰਥ ਦੀ ਸੇਵਾ ਕਰਨਗੇ ਜੀ। ਕਹਿਣ ਲੱਗੇ ਜੀ, ਇਸ ਵਾਸਤੇ ਆ ਰਹੇ ਵੀ ਇਹਨਾਂ ਦਾ ਜੀਵਨ ਵੀ ਚੰਗਾ ਜੀਵਨ ਬਣ ਜੇ, ਭਲਾ ਜੀਵਨ ਬਣ ਜੇ। ਮਹਾਂਪੁਰਖ ਬੜੇ ਪਰਉਪਕਾਰੀ ਹੁੰਦੇ ਨੇ। ਬਾਬਾ ਜੀ, ਬਾਬਾ ਤੇਜਾ ਸਿੰਘ ਜੀ ਨੇ ਸਿੰਗਾਪੁਰ, ਮਲਾਇਆ, ਬੈਂਕਾਕ, ਅਫਰੀਕਾ, ਕੈਨੇਡਾ, ਅਮਰੀਕਾ ਦੇ ਵਿੱਚ ਬੜੇ ਬੜੇ ਦੇਸ਼ਾਂ ਦੇ ਵਿੱਚ ਉਹਨਾਂ ਸਮਿਆਂ ਜਦੋਂ ਪਾਣੀ ਵਾਲੇ ਜਹਾਜ਼ਾਂ ਤੇ ਜਾਈਦਾ ਹੈ ਜੀ, ਬਹੁਤ ਸਿੱਖੀ ਪ੍ਰਚਾਰ ਕੀਤਾ ਜੀ। ਕੀਨੀਆ ਦੇਸ਼ ਵਿੱਚ ਗਏ, ਤੇ ਸਿੱਖਾਂ ਨੂੰ ਉੱਥੇ ਬਾਬਾ ਜੀ ਨੇ ਸਮਝਾਉਣਾ, ਗੁਰਸਿੱਖੋ ਇਸ ਤਰ੍ਹਾਂ ਦਾ ਜੀਵਨ ਜੀਓ, ਇਹ ਲੋਕ ਤੁਹਾਡੇ ਤੇ ਇਤਬਾਰ ਕਰਨ ਜੀ, ਇਹ ਲੋਕ ਤੁਹਾਡੇ ਤੇ ਇਤਬਾਰ ਕਰਨ ਵੀ ਇਹ ਸਿੱਖ ਬੜੇ ਵਧੀਆ ਜੀਵਨ ਵਾਲੇ ਨੇ, ਇਹ ਸਿੱਖ ਆਪਣੇ ਗੁਰੂ ਨੂੰ ਮੰਨਣ ਵਾਲੇ ਨੇ, ਇਤਬਾਰੀ ਨੇ, ਭਰੋਸਾ ਬਣਾਓ ਆਪਣਾ, ਹਰ ਇੱਕ ਦਾ ਭਲਾ ਕਰੋ। ਮਹਾਂਪੁਰਖਾਂ ਦੀ ਪ੍ਰੇਰਨਾ ਦੇ ਨਾਲ ਬੜੇ ਲੋਕਾਂ ਦੇ ਜੀਵਨ ਉੱਥੇ ਬਦਲੇ, ਤੇ ਬਹੁਤ ਸਾਰੇ ਲੋਕਾਂ ਦਾ ਭਲਾ ਹੋਇਆ ਜੀ। ਕਹਿ ਕਹਿ ਕੇ ਬਾਬਾ ਜੀ ਨੇ ਮਦਦ ਕਰਾ ਕਰਾ ਕੇ
ਪੜ੍ਹਾਈਆਂ ਦੇ ਵਿੱਚ ਨੌਜਵਾਨਾਂ ਦਾ ਬੜਾ ਸਾਥ ਦਿੱਤਾ ਜੀ, ਬੜੇ ਪਰਉਪਕਾਰ ਕੀਤੇ। ਤੇ ਇੱਧਰ ਬਾਬਾ ਅਤਰ ਸਿੰਘ ਜੀ ਤੋਂ ਬਾਅਦ ਬਾਬਾ ਤੇਜਾ ਸਿੰਘ ਜੀ ਨੇ ਬੜੀ ਵੱਡੀ ਸਿੱਖੀ ਦੀ ਲਹਿਰ ਚਲਾਈ ਜੀ। ਹਰ ਬੰਦੇ ਨੂੰ ਇਹ ਚੰਗਾ ਨਹੀਂ ਲੱਗਦਾ ਜੀ, ਹਰ ਬੰਦਾ ਬਰਦਾਸ਼ਤ ਨਹੀਂ ਕਰਦਾ ਵੀ ਹੈ ਏਡੀ ਵੱਡੀ ਪੱਧਰ ਤੇ ਗੁਰਸਿੱਖੀ ਦੀ ਫੁਲਵਾੜੀ ਖਿੜ ਗਈ ਆ, ਪਿੰਡਾਂ ਦੇ ਪਿੰਡ ਅੰਮ੍ਰਿਤਧਾਰੀ ਹੋ ਗਏ ਨੇ। ਇੱਕ ਬੰਦੇ ਨੇ ਨਾ ਜੀ ਇਰਾਦਾ ਬਣਾ ਲਿਆ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਵੀ ਇਹ ਤੇ ਬਾਬਾ ਦਿਨ ਰਾਤ ਅੰਮ੍ਰਿਤ ਹੀ ਛਕਾਈ ਜਾਂਦਾ ਹੈ, ਇਹਨੂੰ ਆਪਾਂ ਮਾਰ ਘਤੀਏ। ਇਸ ਤਰ੍ਹਾਂ ਦੇ ਲੋਕ ਹੈਗੇ ਨੇ ਜੀ, ਹੈਗੇ ਨੇ ਸੰਸਾਰ ਵਿੱਚ, ਸਦਾ ਹੀ ਹੁੰਦੇ ਨੇ ਜੀ। ਹੁਣ ਦੱਸੋ ਪ੍ਰਹਿਲਾਦ ਨੇ ਕੀ ਵਿਗਾੜਿਆ ਸੀ ਕਿਸੇ ਦਾ? ਛੋਟਾ ਜਿਹਾ ਬੱਚਾ, ਪਿਓ ਹੀ ਵੈਰੀ ਬਣ ਗਿਆ ਜੀ। ਹਾਂਜੀ, ਦੁਨੀਆ ਵਿੱਚ ਐਸੇ ਲੋਕ ਹਨ। ਗੁਰੂ ਸਾਹਿਬ ਨੇ ਕਦੀ ਕਿਸੇ ਦੀ ਜਗ੍ਹਾ ਨਹੀਂ ਮੱਲੀ, ਕਿਸੇ ਦਾ ਪੈਸਾ ਨਹੀਂ ਖੋਇਆ, ਕਿਸੇ ਦਾ ਰਾਜ ਨਹੀਂ ਖੋਇਆ। ਗੁਰੂ ਸਾਹਿਬ ਧਰਮ ਦੀ ਗੱਲ ਕਰਦੇ ਸੀ, ਵੇਖ ਲਓ 10 ਪਾਤਸ਼ਾਹਾਂ ਨਾਲ ਵਿਰੋਧਤਾ ਹੋਈ ਜੀ। ਹਾਂਜੀ, ਇਹ ਆਦਤ ਹੈ ਲੋਕਾਂ ਦੀ, ਜਿਹੜੇ ਬੁਰੇ ਲੋਕ ਨੇ ਨਾ ਬੁਰਾ ਹੀ ਕਰਨਾ ਜੀ। ਉਸ ਬੰਦੇ ਨੇ ਸਕੀਮ ਬਣਾ ਲਈ ਤੇ ਬਾਬਾ ਤੇਜਾ ਸਿੰਘ ਜੀ ਦੀ ਮਰਜ਼ਾਦਾ ਇਹ ਸੀ, ਉਹ ਦਿਨੇ ਤੇ ਰਾਤ, ਜੇ ਦਿਨੇ ਵੀ ਆਸਣ ਤੇ ਬਹਿਣਾ ਤੇ 5-7 ਸਿੰਘ ਉਹਨਾਂ ਦੇ ਦਾਲੇ ਹੋਣਗੇ ਜੀ, ਤੇ ਜੇ ਰਾਤ ਉਹਨਾਂ ਸੌਣਾ ਤੇ ਉਹਨਾਂ ਦੇ 4 ਚਫੇਰੇ ਸਿੰਘਾਂ ਦੇ ਮੰਜੇ ਹੁੰਦੇ ਸੀਗੇ। ਹਾਂਜੀ, 4 ਚਫੇਰੇ ਮੰਜੇ ਹੁੰਦੇ ਸੀ ਉਹਨਾਂ ਦੇ, ਸਿੰਘ ਆਰਾਮ ਕਰਦੇ ਸਨ ਲਾਗੇ। ਜਦੋਂ ਬਾਬਾ ਜੀ ਦੀ ਦ੍ਰਿਸ਼ਟੀ ਵਿੱਚ ਆਇਆ ਨਾ ਵੀ ਇਹ ਬੰਦਾ ਸਾਨੂੰ ਮਾਰਨ ਦੀ ਤਿਆਰੀ ਕਰ ਰਿਹਾ, ਤੇ ਬਾਬਾ ਜੀ ਨੇ ਸੋਚਿਆ ਵੀ ਇਹ ਜੇ ਮਾਰਨ ਵਾਸਤੇ ਆਇਆ, ਇਹਨੇ ਗੋਲੀ ਚਲਾਈ ਤੇ ਕਿਤੇ ਹੋਰ ਨਾ ਕਿਸੇ ਦੇ ਵੱਜ ਜਾਵੇ ਹਨੇਰੇ 'ਚ। ਬਾਬਾ ਜੀ ਸੇਵਕ ਨੂੰ ਕਹਿਣ ਲੱਗੇ, ਸਾਡਾ ਮੰਜਾ ਉੱਥੇ ਕੱਲਿਆਂ ਦਾ ਡਾ ਦੇ। 7 ਵਜਨ ਕੀਤਾ, ਮੰਜਾ ਥੋੜਾ ਉਹਨਾਂ ਕਿੱਲਾ ਹਟਵਾ ਢਵਾ ਲਿਆ ਜੀ ਬਾਬਾ ਜੀ ਨੇ। ਹਾਂਜੀ, ਉਹ ਆਇਆ ਰਾਤ ਨੂੰ ਬੰਦੂਕ ਲੈ ਕੇ ਫਿਰਦਾ ਰਿਹਾ, ਪਰ ਕੁਦਰਤ ਦੀ ਲੀਲਾ ਵਰਤੀ, ਉਹਦੇ ਕੋਲ ਹੋਇਆ ਨਹੀਂ ਜੀ ਇਹ ਕੰਮ, ਇਹ ਕਰ ਨਹੀਂ ਸਕਿਆ। ਇਹ ਹੁਣ ਮਹਾਰਾਜ ਜਾਣਦੇ ਉਹਨੂੰ ਕੀ ਦੱਸਿਆ ਜਾਂ ਕਿਸ ਤਰ੍ਹਾਂ ਹੋਇਆ ਜੀ, ਉਹ ਨਹੀਂ ਇਹ ਪਾਪ ਕਰ ਨਹੀਂ ਸਕਿਆ ਉਹ। ਤੇ ਸੇਵਕ ਨੇ ਦਿਨੇ ਪੁੱਛ ਲਿਆ, ਬਾਬਾ ਜੀ ਤੁਸੀਂ ਕਦੀ ਇਕੱਲੇ ਆਸੇ-ਪਾਸੇ ਆਸਣ ਨਹੀਂ ਲਾਉਂਦੇ, ਹਰ ਵੇਲੇ 4 ਚਫੇਰੇ ਤੁਹਾਡੇ ਸਿੰਘ ਹੁੰਦੇ ਆ, ਹਾਂਜੀ, ਤੇ ਤੁਸੀਂ ਅੱਜ ਇਕੱਲੇ ਕਿਉਂ ਦੂਰ ਆਸਣ ਲਵਾਇਆ? ਕਹਿਣ ਲੱਗੇ, ਉਹ ਫਲਾਣੇ ਬੰਦੇ ਨੇ ਸਕੀਮ ਬਣਾਈ ਸੀ ਸਾਨੂੰ ਮਾਰਨ ਦੀ, ਤੇ ਹਨੇਰੇ ਵਿੱਚ ਅਸੀਂ ਸੋਚਿਆ ਵੀ ਕਿਤੇ ਗਲਤ ਗੋਲੀ ਚੱਲ ਕੇ ਹੋਰ ਨਾ ਕਿਸੇ ਦੇ ਵੱਜ ਜਾਵੇ, ਉਹ ਆਵੇ ਮੈਨੂੰ ਇਕੱਲੇ ਨੂੰ ਸਿਆਣ ਕੇ ਮੇਰੇ ਗੋਲੀ ਮਾਰੇ, ਹੋਰ ਨਾ ਕਿਸੇ ਦੇ, ਮੇਰਾ ਕਰਕੇ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਜੀ। ਹਾਂਜੀ, ਜਦੋਂ ਇਹ ਸਾਰੀ ਗੱਲ ਉਸ ਦੁਸ਼ਟ ਬੰਦੇ ਨੂੰ ਪਤਾ ਲੱਗਾ ਨਾ ਜੀ, ਉਹਨੇ ਆਣ ਕੇ ਫਿਰ ਮਾਫੀ ਮੰਗੀ ਮਹਾਂਪੁਰਖਾਂ ਦੇ ਕੋਲੋਂ ਜੀ, ਮਾਫੀ ਮੰਗੀ ਉਹਨੇ, ਉਹਦਾ ਵੀ ਜੀਵਨ ਬਦਲ ਗਿਆ। ਸੋ ਸੰਗਤ ਜੀ, ਇਹਨਾਂ ਗੁਰਮੁਖਾਂ ਪਿਆਰਿਆਂ ਦੀਆਂ ਬੜੀਆਂ ਵੱਡੀਆਂ ਸੇਵਾਵਾਂ। ਬੜੂ ਸਾਹਿਬ ਵਾਲੀ ਜਗ੍ਹਾ ਵੇਖ ਲਓ, ਬਾਬਾ ਜੀ ਬਾਬਾ ਤੇਜਾ ਸਿੰਘ ਜੀ ਨੇ ਲੱਭੀ ਜੀ। ਬੜੂ ਸਾਹਿਬ ਬੜਾ ਡਰਾਉਣਾ ਥਾਂ ਸੀ ਜੀ, ਬੜਾ ਡਰਾਉਣੀ ਜਗ੍ਹਾ। ਇੰਨੇ ਮਾਰਖੋਰੇ ਜਾਨਵਰ ਉੱਥੇ ਰਹਿੰਦੇ ਸੀਗੇ। ਸੋਲਨ ਤੋਂ ਬਾਬਾ ਜੀ ਨੇ ਤੁਰ ਕੇ ਜਾਣਾ ਜੀ, ਗੱਡੀਆਂ ਤੇ ਜਾਈਏ ਤੇ ਦਿਲ ਨੂੰ ਘੇਰਾਂ ਪੈਂਦੀਆਂ ਜੀ, ਏਡੇ ਵੱਡੇ ਵੱਡੇ ਪਹਾੜ ਹੈ। ਮਹਾਂਪੁਰਖਾਂ ਨੇ ਤੁਰ ਕੇ ਉੱਥੇ ਜਾਣਾ ਤੇ ਦੱਸਿਆ ਕਿ ਕਲਗੀਧਰ ਪਾਤਸ਼ਾਹ ਦੇ ਇੱਥੇ ਚਰਨ ਪਏ ਨੇ, ਇੱਥੇ ਭਾਗ ਲੱਗਣੇ ਨੇ ਜੀ। ਅਜੇ ਤੱਕ ਵੀ ਬਾਬਾ ਤੇਜਾ ਸਿੰਘ ਜੀ ਦਾ ਕੱਚਾ ਕੋਠਾ ਉੱਥੇ ਸਾਂਭ ਕੇ ਰੱਖਿਆ ਜੀ ਉਹਨਾਂ ਨੇ ਜੀ, ਕੱਚੀ ਕੁਟੀਆ। ਤੇ ਵੇਖੋ ਕਿੱਡਾ ਵੱਡਾ ਵਿਦਿਆ ਦਾ ਕੇਂਦਰ ਹੈ। 100 ਤੋਂ ਵੱਧ ਉਹਨਾਂ ਦੇ ਪ੍ਰੇਮੀਆਂ ਵੱਲੋਂ, ਉਹਨਾਂ ਦੇ ਸੇਵਕਾਂ ਵੱਲੋਂ ਅਕੈਡਮੀਆਂ ਖੁੱਲ੍ਹ ਚੁੱਕੀਆਂ ਨੇ, ਜਿੱਥੇ ਸਭ ਤੋਂ ਪਹਿਲੀ ਸ਼ਰਤ ਆ ਵੀ ਜਿਹੜਾ ਬੱਚਾ ਪੜ੍ਹੇਗਾ ਉਹ ਗੁਰਸਿੱਖੀ ਰੂਪ ਵਿੱਚ ਜ਼ਰੂਰ ਹੋਏਗਾ ਜੀ। ਹਾਂਜੀ, ਬਾਣਾ ਗੁਰੂ ਕਾ ਹੋਏਗਾ ਤੇ ਨਿਤਨੇਮ ਸਵੇਰੇ ਜ਼ਰੂਰ ਕਰਨਾ ਪਏਗਾ ਹਰ ਬੱਚੇ ਨੂੰ ਜੀ। ਹਾਂਜੀ, ਮਹਾਂਪੁਰਖਾਂ ਦੀ ਸੋਚ ਅਨੁਸਾਰ ਪਰਉਪਕਾਰ ਦੇ ਕੰਮ ਉਦੋਂ ਵੀ ਹੋਏ ਤੇ ਅੱਜ ਵੀ ਉਹਨਾਂ ਦੇ ਨਾਮ ਤੇ ਹੋ ਰਹੇ ਨੇ। ਇਸ ਵਾਸਤੇ ਉਹਨਾਂ ਦੀ ਯਾਦ ਮਨਾਉਣੀ ਇਹ ਬੜਾ ਚੰਗਾ ਕੰਮ ਤੇ ਬੜਾ ਭਲਾ ਕੰਮ ਹੈ। ਜਦੋਂ ਅਸੀਂ ਆਪਣੇ ਵੱਡਿਆਂ ਵਡੇਰਿਆਂ ਦੇ ਗੁਣ ਚੇਤੇ ਕਰਾਂਗੇ ਤੇ ਜ਼ਰੂਰ ਸੁਣਦਿਆਂ ਕਿਣਕਾ ਕਿ ਸਾਡੇ ਹਿਰਦੇ 'ਚ ਤੇ ਵਸੇਗਾ ਜੀ ਜ਼ਰੂਰ। ਚਲੋ ਜਿੰਨਾ ਕੁ ਆਪਾਂ ਕਰ ਸਕਦੇ, ਸਾਡਾ ਵੀ ਜੀ ਕਰੇਗਾ ਅਸੀਂ ਵੀ ਕੋਈ ਚੰਗਾ ਕੰਮ ਕਰੀਏ ਜੀ, ਅਸੀਂ ਵੀ ਕੋਈ ਭਲਾ ਕਰੀਏ। ਹੁਣ ਜਿੰਨੇ ਜਣੇ ਆਪਾਂ ਇੱਥੇ ਬੈਠੇ ਅਸੀਂ ਬਾਬਾ ਤੇਜਾ ਸਿੰਘ ਜੀ ਨੂੰ ਕਿਸੇ ਵੇਖਿਆ ਨਹੀਂ ਜੀ, ਅਸੀਂ ਉਹਨਾਂ ਨੂੰ ਜਾਣਦੇ ਨਹੀਂ ਗੇ, ਹਾਂਜੀ, ਪਰ ਉਹਨਾਂ ਦੇ ਚੰਗੇ ਕੰਮ ਸਾਡੇ ਸਾਰਿਆਂ ਦੇ ਦਿਲਾਂ 'ਚ ਸਤਿਕਾਰ ਬਣਾ ਰਹੇ ਨੇ। ਅਸੀਂ ਯਾਦ ਕਰ ਰਹੇ ਹਾਂ। ਵੇਖੋ ਮਹਾਰਾਜ ਦੀ ਹਾਜ਼ਰੀ 'ਚ ਉਹਨਾਂ ਦਾ ਫੋਟੋ ਲੱਗਾ ਜੀ। ਹਾਂਜੀ, ਇੰਨੇ ਚੰਗੇ ਕੰਮ ਕੀਤੇ ਜਿਹੜੇ ਲੋਕ ਨਹੀਂ ਜਾਣਦੇ, ਉਹ ਵੀ ਉਹਨਾਂ ਦੇ ਕੰਮਾਂ ਤੋਂ ਉਹਨਾਂ ਦੀ ਸਿਫਤ ਕਰ ਰਹੇ ਨੇ, ਉਹਨਾਂ ਨੂੰ ਯਾਦ ਕਰ ਰਹੇ ਨੇ, ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਰਹੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰਨ।
ਗੁਰਮੁਖ ਮਹਾਂਪੁਰਖ ਜਦੋਂ ਤੁਸੀਂ ਵਿਚਰੋਗੇ ਸੰਸਾਰ ਵਿੱਚ, ਵੇਖੋਗੇ ਨਾ ਬੜੇ ਬੜੇ ਕਮਾਈਆਂ ਵਾਲੇ ਪੁਰਸ਼ ਜਿਹੜੇ ਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮਿਲ ਪੈਂਦੇ ਨੇ ਜੀ, ਮਿਲ ਪੈਂਦੇ ਨੇ। ਬੰਦੇ ਦੇ ਅੰਦਰ ਖੋਜ ਹੋਣੀ ਚਾਹੀਦੀ ਹੈ ਜੀ, ਇੱਛਾ ਹੋਣੀ ਚਾਹੀਦੀ, ਭਾਵਨਾ ਹੋਣੀ ਚਾਹੀਦੀ ਆ। ਚੰਗਿਆਂ ਨੂੰ ਮਿਲੂ ਤੇ ਚੰਗਾ ਬਣ ਜਾਏਗਾ ਜੀ, ਤੇ ਜੇ ਦੂਜਿਆਂ ਨਾਲ ਫਿਰਦਾ ਰਹੇਗਾ ਤੇ ਉਹ ਜਿਹਾ ਹੋ ਜਾਏਗਾ। ਤੇ ਪੱਕਾ ਫੈਸਲਾ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਪ ਪਛਾਣੇ ਮਨ ਨਿਰਮਲ ਹੋਏ। ਆਪਣੇ ਆਪ ਨੂੰ ਬੰਦਾ ਕਿੱਥੇ ਪਛਾਣਦਾ ਜੀ? ਹਾਂਜੀ, ਹੁਣ ਵੇਖੋ ਨਾ, ਆਪਣੇ ਆਪ ਦੀ ਪਛਾਣ ਕਰੇ ਵੀ ਮੇਰੀ ਸੋਚ ਕਿਹੋ ਜਿਹੀ ਆ, ਹਾਂਜੀ, ਮੇਰੀ ਦ੍ਰਿਸ਼ਟੀ ਕਿਸ ਤਰ੍ਹਾਂ ਦੀ ਆ, ਮੈਂ ਕਰਦਾ ਕੀ ਆ। ਹਰ ਬੰਦੇ ਨੂੰ ਪਤਾ ਆਪਣੇ ਕੰਮਾਂ ਦਾ, ਪਰ ਬੰਦਾ ਆਪਣੇ ਆਪ ਨੂੰ ਪਛਾਣਦਾ ਨਹੀਂ। ਅੱਤ ਦਾ ਮਾੜਾ ਬੰਦਾ ਵੀ ਚਾਹੁੰਦਾ ਵੀ ਮੇਰੀ ਸੋਭਾ ਹੋਣੀ ਚਾਹੀਦੀ ਜੀ, ਮੈਨੂੰ ਲੋਕੀ ਆਖਣੇ ਬੜਾ ਗੁਰਮੁਖ ਆ, ਤੇ ਬੜਾ ਖੁਸ਼ ਹੁੰਦਾ ਜੀ, ਉਹ ਬੜਾ ਪ੍ਰਸੰਨ ਹੁੰਦਾ। ਮਹਾਰਾਜ ਕਹਿੰਦੇ ਨਹੀਂ ਬੰਦਿਆ, ਜੇ ਆਪਣੇ ਆਪ ਨੂੰ ਸ਼ੁੱਧ ਕਰਨਾ ਤੇ ਆਪਣੇ ਆਪ ਨੂੰ ਪਛਾਣ, ਵੇਖ ਆਪਣੇ ਆਪ ਨੂੰ ਮੈਂ ਕੀ ਹੈਗਾ ਜੀ। ਹਾਂਜੀ, ਬਾਬਾ ਜੀ ਨੇ ਲੱਭ ਲਈ ਨਾ ਗੱਲ, ਬਾਬਾ ਤੇਜਾ ਸਿੰਘ ਜੀ ਨੇ, ਕਿ ਜਿਹੜਾ ਸਾਨੂੰ ਯੂਨੀਵਰਸਿਟੀ ਵਿੱਚੋਂ ਜਵਾਬ ਹੋਇਆ, ਇਹਦੇ ਪਿੱਛੇ ਕੋਈ ਕਾਰਨ ਹੈ ਜੀ। ਕਾਰਨ ਪਛਾਣ ਕੀਤੀ ਤੇ ਘਰ ਵਾਲੀ ਵਿੱਚੋਂ ਗੱਲ ਲੱਭ ਗਈ ਜੀ, ਕਿ ਤੂੰ ਫੁਰਨਾ ਗਲਤ ਬਣਾਇਆ ਤਾਂ ਕਰਕੇ ਵਿਘਨ ਪਿਆ ਹੀ ਹੈ। ਹਾਂਜੀ, ਹੁਣ ਫੁਰਨਾ ਸ਼ੁੱਧ ਕਰ ਲੈ, ਗੁਰੂ ਸਾਡੀ ਮਦਦ ਕਰੇਗਾ। ਪਰਮੇਸ਼ਰ ਪ੍ਰੇਰਨ ਵਾਲਾ ਜੀ, ਕਿਆ ਪਤਾ ਉਹਨੇ ਕਿਸ ਨੂੰ ਪ੍ਰੇਰ ਦੇਣਾ ਜੀ। ਕੀ ਟਾਈਮ ਤੁਸੀਂ ਲੇਟ ਨਾ ਹੋਇਓ। ਅੱਛਾ ਜੀ, ਗਿਆਨੀ ਜੀ ਹੁਣੀ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਕਰਦੇ ਨੇ। ਉਹ ਕਥਾ ਫਿਰ ਤਕਰੀਬਨ 177 ਦੇਸ਼ਾਂ ਦੇ ਵਿੱਚ ਸੰਗਤ ਸੁਣਦੀ ਹੈ ਜੀ। ਰੋਜ਼ਾਨਾ ਹੀ ਜਾ ਕੇ ਇਹਨਾਂ ਕਥਾ ਕਰਨੀ ਆ। ਆਪਾਂ ਕੋਸ਼ਿਸ਼ ਕਰਾਂਗੇ, ਸੰਗਤਾਂ ਨੇ ਦੂਰ ਦੂਰ ਜਾਣਾ। ਜਥੇਦਾਰ ਜੀ ਹਰਦੇਵ ਸਿੰਘ ਜੀ ਨਾਗੋਕਿਆਂ ਵਾਲੇ, ਮੈਂ ਬੇਨਤੀ ਕੀਤੀ, ਉਸੇ ਵੇਲੇ ਇਹਨਾਂ ਸਤ ਬਚਨ ਕੀਤਾ। ਇਹਨਾਂ ਦੇ ਪਿਤਾ ਜੀ ਨੇ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਸੇਵਾ ਨਿਭਾਈ। ਹੁਣ ਵੀ ਇਲਾਕੇ ਵਿੱਚ ਵੱਧ ਤੋਂ ਵੱਧ ਲੋਕਾਂ ਦਾ ਸਾਥ ਦਿੰਦੇ ਨੇ। ਮੈਂ ਟੈਲੀਫੋਨ ਤੇ ਆਖਿਆ, ਮੈਂ ਕਿਹਾ ਆਪਾਂ ਚੱਲਣਾ ਉੱਥੇ, ਕਹਿੰਦੇ ਸਤ ਬਚਨ ਜੀ ਸਾਡੇ ਆਉਂਦਿਆਂ ਨੂੰ ਰਾਹ 'ਚ ਹਾਜ਼ਰ ਸਨ, ਸੋ ਇਹਨਾਂ ਨੂੰ ਵੀ ਜ਼ਰੂਰੀ ਕੰਮ ਹੈ। ਸਾਰੀਆਂ ਸੰਗਤਾਂ ਨੇ, ਆਪਾਂ ਥੋੜ੍ਹੇ ਮਿੰਟਾਂ ਦੇ ਵਿੱਚ ਸੰਪੂਰਨਤਾ ਹੀ ਕਰਦੇ ਹਾਂ। ਸੰਗਤਾਂ ਸਮੇਂ ਦੇ ਨਾਲ ਫਿਰ ਦੂਰ ਦੂਰ ਤੱਕ ਜਾਣਾ। ਸਾਰਿਆਂ ਨੇ ਆਖੋ, ਸਾਰੇ ਗੱਜ ਕੇ ਸ੍ਰੀ ਵਾਹਿਗੁਰੂ ਜੀ। ਆਪ ਪਛਾਣੇ ਮਨ ਨਿਰਮਲ ਹੋਏ। ਮਹਾਰਾਜ ਕਹਿੰਦੇ ਵੀ ਜੇ ਕਿਸੇ ਨੇ ਆਪਣਾ ਹਿਰਦਾ ਸ਼ੁੱਧ ਕਰਨਾ, ਮਨ ਸ਼ੁੱਧ ਕਰਨਾ ਨਾ, ਉਹ ਆਪਣੇ ਆਪ ਨੂੰ ਪਛਾਣੇ ਜੀ, ਆਪਣੇ ਆਪ ਨੂੰ ਵੇਖੇ ਵੀ ਮੈਂ ਕਿਸ ਤਰ੍ਹਾਂ ਦਾ ਹੈਗਾ। ਪਰ ਉਲਟਾ ਕੰਮ ਚੱਲ ਰਿਹਾ, ਸਾਡਾ ਸਾਰਾ ਜ਼ੋਰ ਇਸ ਗੱਲ ਤੇ ਲੱਗ ਰਿਹਾ ਵੀ ਉਹ ਕਿਸ ਤਰ੍ਹਾਂ ਦਾ ਜੀ, ਉਹ ਕਿਸ ਤਰ੍ਹਾਂ ਦਾ ਜੀ। ਹਾਂਜੀ, ਅਖਬਾਰ ਪੜ੍ਹਦਿਆਂ ਵੀ ਖੁੱਲ੍ਹਾ ਟਾਈਮ ਲਾਉਂਦੇ, ਇਹੀ ਕੁਝ ਲੱਭਣ ਵਾਸਤੇ ਜੀ, ਤੇ ਉਹਦੇ ਤੇ ਫਿਰ ਸਾਨੂੰ ਭਰੋਸਾ ਨਹੀਂ ਰਹਿੰਦਾ। ਫਿਰ ਅਸੀਂ ਕਹਿੰਦੇ ਵੀ ਸਾਡੇ ਸਾਹਮਣੇ ਸਭ ਕੁਝ ਦਿਸੇ ਜੀ। ਹਾਂਜੀ, ਉਹ ਵੀ ਵੇਖੀ ਜਾਂਦੇ ਹਾਂ, ਸਾਰੀ ਦੁਨੀਆ ਨੂੰ ਵੇਖੀ ਜਾਂਦੇ, ਖਬਰਾਂ ਸੁਣੀ ਜਾਂਦੇ ਹਾਂ, ਕਦੇ ਆਪਣੇ ਆਪ ਨੂੰ ਨਾ ਵੇਹਨੇ ਤੇ ਨਾ ਪਛਾਣਦੇ ਆ। ਤੇ ਕੰਮ ਉਦਣ ਬਣਨਾ ਜਦੋਂ ਆਪਣੇ ਆਪ ਨੂੰ ਪਛਾਣਿਆ ਜੀ, ਆਪਣੇ ਆਪ ਨੂੰ ਪਛਾਣਿਆ ਵੀ ਮੈਂ ਕੀ ਹੈਗਾ ਜੀ। ਹਾਂਜੀ, ਹੁਣ ਵੇਖੋ ਨਾ, ਅਸੀਂ ਆਪਣੇ ਘਰ ਨੂੰ ਵੇਖਦੇ ਹਾਂ ਜੀ, ਤੇ ਘਰ ਵਿੱਚ ਕੂੜਾ ਪਿਆ, ਆਪਾਂ ਸਫਾਈ ਕਰਾਉਂਦੇ ਹਾਂ ਜੀ। ਹਾਂਜੀ, ਸਕਾ ਪੁੱਤ ਵੀ ਘਰ ਦੇ ਵਿੱਚ ਖਲਾਰਾ ਪਾਵੇ ਤੇ ਉਹਨੂੰ ਵੀ ਬੰਦਾ ਦਬਕਾ ਮਾਰਦਾ, ਉਹ ਤੈਨੂੰ ਅਕਲ ਨਹੀਂ ਹੈਗੀ, ਤੂੰ ਉੱਠਦਾ ਤੇ ਖਲਾਰਾ ਪਾ ਦਿੰਦਾ। ਹਾਂਜੀ, ਉਹਨੂੰ ਵੀ ਰੋਕਦੇ, ਸਮਝਾਉਂਦੇ ਆ। ਕੋਈ ਵੀ ਆਪਣੇ ਘਰ ਵਿੱਚ ਗੰਦਗੀ ਪਈ ਹੋਈ ਨੂੰ, ਆਪਣੇ ਕੱਪੜੇ ਵੇਖ ਕੇ ਬੰਦਾ ਮਹਿਸੂਸ ਕਰਦਾ ਮੇਰੇ ਲੀੜੇ ਮੈਲੇ ਆ ਜੀ। ਹਾਂਜੀ, ਆਪਣਾ ਸਰੀਰ ਲਿਬੜਿਆ ਹੋਵੇ ਤੇ ਆਦਮੀ ਨੇ ਕਿਤੇ ਜਾਣਾ ਆਉਣਾ ਹੋਵੇ ਤੇ ਸਫਾਈ ਕਰਦਾ, ਆਪਣੇ ਵੇਹਦਾ ਸਰੀਰ ਵੱਲ, ਪਰ ਆਪਣੇ ਮਨ ਨੂੰ ਨਹੀਂ ਜੇ ਕੋਈ ਵੇਹਦਾ ਵੀ ਮੇਰਾ ਮਨ ਕਿੰਨਾ ਕੁ ਲਿਬੜਿਆ ਜੀ। ਗੁਰੂ ਜੀ ਕਹਿੰਦੇ ਕਿਉਂ, ਸਰੀਰ ਨੇ ਤੇ ਰਹਿ ਜਾਣਾ ਤੇ ਮਨ ਨੇ ਅਗਲੇ ਬੰਨੇ ਜਾਣਾ ਜੀ, ਹਾਜ਼ਰ ਹੋਣਾ। ਤਾਂਹੀਓ ਤੇ ਆਖਿਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਤੇ ਜਿੰਨੇ ਅੱਗੇ ਜਾ ਕੇ ਹਿਸਾਬ ਕਿਤਾਬ ਦੇਣਾ ਜੀ, ਮਹਾਰਾਜ ਕਹਿੰਦੇ ਉਹਨੂੰ ਸਾਫ਼ ਕਰਨ ਵਾਸਤੇ ਜ਼ੋਰ ਲਾਓ। ਆਪ ਪਛਾਣੈ ਮਨ ਨਿਰਮਲ ਹੋਏ। ਨਿਰਮਲ ਉਹਨੂੰ ਕਹਿੰਦੇ ਜੇ ਚ ਭੋਰਾ ਜਿੰਨੀ ਮੈਲ ਵੀ ਨਹੀਂ ਰਹਿ ਜਾਂਦੀ। ਤੇ ਜਿੰਨਾ ਚਿਰ ਵੇਂਦੇ ਨਹੀਂ ਅਸੀਂ ਆਪਣਾ ਆਪ। ਹਾਂਜੀ, ਹੁਣ ਜਿਹੜਾ ਬੰਦਾ ਅੱਠੋ ਪੈਰ ਕ੍ਰੋਧ ਨਾਲ ਭਰਿਆ ਰਹਿੰਦਾ ਜੀ, ਕਿਉਂ ਸਾਨੂੰ ਵੀ ਰੋਜ਼ ਦੇ ਤਜਰਬੇ ਕਰਦੇ ਰਹਿੰਦੇ ਜੀ। ਇੱਕ ਬੰਦਾ ਨਾ ਜੀ ਬੜਾ ਲੜਾਕਾ ਸੀ ਜੀ। ਹਾਂਜੀ, ਤੇ ਜਦੋਂ ਸੰਗਤ ਬੈਠਣੀ ਨਾ, ਤੇ ਮੈਂ ਸੰਗਤ ਨੂੰ ਦੱਸਣਾ, ਮੈਂ ਨਾ ਜੀ ਇਹ ਬੜੇ ਗੁਰਮੁਖ ਬੰਦੇ ਨੇ, ਇਹਨਾਂ ਦਾ ਬੜਾ ਸ਼ਾਂਤੀ ਵਾਲਾ ਸੁਭਾਅ। ਤਾਂ ਉਹਨੇ ਚੌੜੇ ਹੋਈ ਜਾਣਾ ਜੀ, ਮੈਨੂੰ ਬੜਾ ਸਲਾਹ ਰਹੇ ਜੀ। ਹਾਂਜੀ, ਇਹ ਇੱਕ ਦੀ ਆਦਤ ਨਹੀਂ, ਤਕਰੀਬਨ ਸਾਡੀ ਸਾਰਿਆਂ ਦੀ ਹੈ ਜੀ। ਅਸੀਂ ਹਾਂ ਕੁਝ ਹੋਰ ਤੇ ਸੁਣਨਾ ਕੁਝ ਹੋਰ ਚਾਹੁੰਦੇ ਹਾਂ ਜੀ। ਤੇ ਜੇ ਕਿਤੇ ਸਾਨੂੰ ਮੂਰਖਾਂ ਨੂੰ ਕੋਈ ਮੂਰਖ ਕਹਿ ਦੇ ਤਾਂ ਉਹਨੂੰ ਜਾਨ ਛਡਾਉਣੀ ਔਖੀ ਹੋ ਜਾਂਦੀ ਹੈ ਜੀ। ਤੇ ਮਹਾਰਾਜ ਨੂੰ ਤਾਂਹੀਓ ਪਤਾ ਸੀ ਵੀ ਇਹਨਾਂ ਨੇ ਮੰਨਣਾ ਨਹੀਂ ਗਾ,
तो गुरु जी ने फिर बाणी उचार दी, चलो होर कुछ नहीं, बाणी पढ़दे तो कहणगे ना कि जप तप संजम धर्म ना कमाया, सेवा साधना जानिया हर राया, कहो नानक हम नीच करमा, शरण परे की राखो शर्मा। कौन कहता मैं नीच कर्मा वाला जी? महाराज ने सानू समत देती भी बाणी पढ़ी जाणगे, फिर आपे आखण लग पैणगे कि मैं भुल्लण आ रहा, मैं गुनाहगार हाँ, मेरे विच गलतियां ने। जिन्ना बंदा इहो जिहियां गल्लां करेगा निमरता जरूर आएगी, जरूर आएगी, अपने आप नूं वेखेगा ते आदमी दा सुभाਅ बन गया। हाँ जी, चोर भी चाहुंदा भी मेरी सिफत होवे ते मैनूं लोकी साध आखण जी। हाँ जी, वो भी चाहुंदा जी। हाँ जी, आ राजनीतिक बंदे जदों जांदे जी ते हुण तुहानूं पता ही भी जो कुछ हैगे आ, पर झोली चुक के इन्हां दीयां सिफतां करी जांदे। एक मैं गुरद्वारा साहब गया, गुरुद्वारे का प्रधान मैनू कहता भी बाबा जी पहला तो ना गेड़े बड़े लाए, मैं उन्होंने हाँ ना करा जान दी, बड़ा मिहनत तरला उन्हें किया, असीं टाइम देता। जो गुरुद्वारे गए ना जी, मैनू आंदे बाबा जी असी ना एक राजनीतिक लीडर सद्या इत्थे, उन्हें ना सानू 50,000 रुपया दिता है गुरुद्वारे वास्ते। हाँ जी, तो वो को टाइम बड़ा थोड़ा, तो जदों आवे तुसीं उत्थे ही शब्द बंद कर दिओ। उन्हें 2-4 मिनट वास्ते आना जी, उन्हें छेती जाना अगे, तुसीं शब्द छेती छेती पढ़ के बंद कर देना, मगरों फिर आपां जिन्ना चਿਰ जी करूँ लगे रहांगे। मैं आख्या ये तो काबू करने वाले बंदे आ, मैं कहा कोई नहीं, जितना गुरु जी कराउणगे जी। जदों आ गया बह गया जी, नासां फलाइयां जी उन्हें जी, छां छां करे जी, सारा दिन राशन खा खा के तोबा हो जाती जी इन्हां लोकां दी जी। कन्नां नूं हत्थ लगदे, कन्नां नूं हत्थ। मैनूं बाबा दया सिंह जी सुर सिंह वाले कहण लगे भी अज समागम बहुत ज़्यादा ने, तो अज आपां वंड वरत के कर लीए। मैं आख्या जी हुक्म करो। मैनूं कहण लगे भी विआह एक बार्डर ते, ये छोटे बाबियां नूं ते बाबा जी दे माता जी जिहड़े बाबा जी दे घर वाले ने, भी तुसीं इन्हां नूं नाल लैके ते उत्थे विआह दे विच आओ, नाले उत्थे आनंद कारज कर आयो, ते तुसीं इधर सारो, असीं इधर 2-4 थावां ते आउने आ। मैं जी 7 वजना ही उहदे चले गए जी। उत्थे अकाली दल वालों चुनिया होया MP आया जी, हुण मैं नाम नहीं लैना जी उहदा, अकाली दल वालों, ये अकाली ने हसदे, इन्हां नूं पता किहो जिहे हैगे आ, ते वो आया जी, ते बेटैमा आया जी। जदों असीं सलोक पढ़न रहे उदों आया जी, बड़ा मोटा जी, पता होना तुहानूं। वो ना जी मैं आख्या, मैं साथ मैं हुण देखो साडी जिम्मेवारी आ, मैं आख्या भी तुहाडा चुनिया होया नुमाइंदा आया ते विआह दे विच तुहां सद्दिया, मैं चलो ये भी बच्चे बच्ची नूं आशीर्वाद देणगे। हाँ जी, महाराज ने आशीर्वाद दिता, उन्हें भोग ही पाता जी उन्हां दे। कहंदा साध संगत जी बाबे होना ने तुहानूं बड़ा निहाल कीता, कहंदा वेखो बोली किड्डी मिठी है जी। कहंदा साध संगत जी बाबे होना ने तुहानूं बड़ा निहाल कीता, ते मैं दोवां परिवारां नूं कहंदा श्रद्धांजलि दे के इत्थे फतेह बुलाउणा, कहंदा टाइम बड़ा हो गया जी। श्रद्धांजलि ते दई दी मरिया नूं जी। हाँ जी, कहंदा मैं दोवां परिवारां नूं श्रद्धांजलि दे के इत्थे फतेह बुलाउणा, ते फिर फतेह पता की बुलाई उन्हें, कहंदा वाहिगुरू जी की खालसा वाहिगुरू जी की फतेह। वाहिगुरू ने आख्या कई लख वोट पवे ते MP बनता जी। हाँ जी, इहो जे बंदे साडे सामने धक्कड़ शाह लिया के बिठा दिंदे ने, नलायक जिन्हां नूं फतेह बुलाउणी भी नहीं आउंदी, ते इन्हां को की तुसीं समझोगे भी कौम दा भला करनगे जी। हाँ जी, कोई बंदा गुरमुख नितनेमी प्रेमी गुरु दे भय वाला होवे, ਉਹਦੇ ਕੋਲ विद्या भी होवे, ਉਹਦੇ ਕੋਲ सेवा भी होवे, ਉਹਦੇ ਕੋਲ ਸਮਤ भी होवे, पर चंगा बंदा आ गया तो इन्हां मनमुखां दे पोतड़े फुलने जी। उन्हें इन्हां ने आउण नहीं देना कोई चंगा बंदा जी अगे। हाँ जी, इस वास्ते असीं दिनों दिन पछड़ गए। मैं सुना रहा तुहानूं भी मनमुख बंदा भी चाहुंदा मेरी सिफत होवे जी, पर नहीं, ऐसा नहीं होना चाहिए। गुरु जी समत दिंदे ने, सच्चे पातशाह महाराज कहंदे आप पछाणै मन निर्मल होए, जीवन मुक्त हर पावे सोए। वो बंदा फिर हर तरह के बंधना तो रहत हो जाएगा, जिहड़ा अपना आप पछाण के परमेश्वर का नाम जप के निर्मल हो जाएगा, उन्होंने कोई बंधन नहीं रहेगा। जीवन मुक्ति का मतलब ही यही है, कोई बंधन नहीं। बंधन बड़े ने जी, गिने नहीं जा सकते इन्ने बंधन बंदे दे शरीर नूं आ, बंदे दे मन नूं आ। खाण दे स्वाद ही नहीं छड्डदे जी, पैर पैरन की आदत नहीं छड्डदी जी, फोकट गल्लां करन दा स्वाद बंदे नूं बड़ा, निंदिया चुगली गिणी चलो कोई हिसाब ही नहीं हैगा किन्ने बंधन है जी। जे गरीब नवाज सच्चे पातशाह कहंदे ने हर गुण गावे मत ऊतम होए। जिहड़ा बंदा परमेश्वर दे गुण गाएगा प्रेम नाल, शरधा नाल, निष्कामताई दे नाल,
ਉਹਦੀ ਮੱਤ ਸ੍ਰੇਸ਼ਟ ਬਣ ਜਾਏਗੀ, ਚੰਗੀ ਬਣ ਜਾਏਗੀ, ਭਲੀ ਬਣ ਜਾਏਗੀ। ਉਹ ਫਿਰ ਭਲਾ ਹੀ ਕਰੇਗਾ ਜੀ, ਭਲਾ ਹੀ ਕਰੇਗਾ ਜੀ। ਹਰ ਗੁਣ ਗਾਵੇ ਮਾਤੂ ਤੁਮ ਹੋਵੇ, ਸਹਿਜੇ ਸਹਿਜ ਸਮਾਵੇ ਸੋਏ। ਅਡੋਲ ਅਵਸਥਾ ਉਹਦੀ ਹੋ ਜਾਏਗੀ, ਅਡੋਲ ਅਵਸਥਾ। ਕੋਈ ਵੀ ਚੀਜ਼ ਉਹਨੂੰ ਡੁਲਾ ਨਹੀਂ ਸਕੇਗੀ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਆਖੋ ਗੱਜ ਕੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ। ਮਹਾਰਾਜ ਕਹਿੰਦੇ ਦੂਜਾ ਭਾਏ ਨਾ ਸੇਵਿਆ ਜਾਏ। ਇੱਕ ਤੇ ਪਰਮੇਸ਼ਰ ਦਾ ਪਿਆਰ ਆ, ਗੁਰੂ ਤੇ ਪਰਮੇਸ਼ਰ ਦਾ ਰਲਿਆ ਹੋਇਆ ਜੀ ਪਿਆਰ ਹੈ ਜੀ। ਹਾਂਜੀ, ਗੁਰ ਪਰਮੇਸ਼ਰ ਇੱਕੋ ਜਾਣ। ਇੱਕ ਪਾਸੇ ਫਿਰ ਮਾਇਆ ਦਾ ਪਿਆਰ ਹੈ ਜੀ। ਮਾਇਆ ਰੁਪਈਏ ਸੋਨੇ ਚਾਂਦੀ ਨੂੰ ਨਹੀਂ ਕਹਿੰਦੇ, ਮਾਇਆ ਉਹਨੂੰ ਕਹਿੰਦੇ ਜਿਹਦੇ 'ਚ ਲੱਗ ਕੇ ਬੰਦਾ ਪੁੱਠੇ ਰਸਤੇ ਚੱਲਦਾ ਜੀ, ਸਿੱਧੇ ਰਾਹ ਨਹੀਂ ਪੈਂਦਾ, ਪੁੱਠੇ ਰਾਹ ਪੈਂਦਾ ਜੀ। ਜਿਸ ਦੇ ਅੰਦਰ ਹੁਣ ਵੇਖੋ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ। ਜਿਸ ਬੰਦੇ ਦੇ ਮਨ ਵਿੱਚ ਲੋਭ ਆ ਗਿਆ, ਉਹਦੀ ਜ਼ੁਬਾਨ ਤੇ ਝੂਠ ਆਏਗਾ ਹੀ ਆਏਗਾ ਜੀ। ਉਹ ਝੂਠ ਬੋਲੇਗਾ, ਹਰ ਗੱਲ 'ਚ ਝੂਠ ਬੋਲੇਗਾ। ਕਿਉਂ? ਇਹਦੇ ਅੰਦਰ ਲੋਭ ਹੈ ਜੀ। ਲੋਭੀ ਬੰਦਾ ਹਮੇਸ਼ਾ ਹੀ ਝੂਠ ਬੋਲੇਗਾ। ਬੰਦੇ ਦੇ ਹਿਰਦੇ ਦੇ ਵਿੱਚ ਧਰਮ ਉਦੋਂ ਟਿਕਣਾ ਜਦੋਂ ਸੰਤੋਖ ਹੋਏਗਾ ਜੀ। ਸੰਤੋਖ ਤੋਂ ਬਿਨਾਂ ਧਰਮ ਨਹੀਂ ਕਦੇ ਆ ਸਕਦਾ ਜੀ। ਸੰਤੋਖੀ ਹੋਣਾ ਬਹੁਤ ਜ਼ਰੂਰੀ, ਤੇ ਸੰਤੋਖੀ ਲੋਭੀ ਹੋ ਹੀ ਨਹੀਂ ਸਕਦਾ ਜੀ। ਹਾਂਜੀ, ਮਹਾਰਾਜ ਕਹਿੰਦੇ ਨਾ ਜੀ, ਸਤਜੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਹੋ। ਤਾਂ ਅੱਗੇ ਧਰਮ ਵਾਲੀ ਗੱਲ ਚੱਲਣੀ ਆ ਜੇ ਸੰਤੋਖੀ ਹੋਏਗਾ ਜੀ। ਜਿਹਦੇ ਅੰਦਰ ਲੋਭ ਆ ਗਿਆ ਉੱਥੇ ਝੂਠ ਆਉਣਾ ਹੀ ਆ, ਤੇ ਝੂਠ ਆ ਗਿਆ ਤੇ ਸਾਰੇ ਪੁਆੜੇ ਪੈ ਗਏ ਜੀ। ਜਿੱਥੇ ਕੂੜ ਆ ਗਿਆ ਉੱਥੇ ਸਾਰਾ ਕੰਮ ਹੀ ਵਿਗੜ ਗਿਆ ਜੀ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੂਜੇ ਭਾਏ ਨਾ ਸੇਵਿਆ ਜਾਏ। ਜਿਹੜਾ ਰੱਬ ਵਾਲਾ, ਪਰਮੇਸ਼ਰ ਵਾਲਾ, ਗੁਰੂ ਵਾਲਾ ਪਾਸਾ ਛੱਡ ਕੇ ਹੋਰ ਪਾਸੇ ਲੱਗਾ ਫਿਰਦਾ, ਉਹ ਬਿਲਕੁਲ ਨਾ ਸੇਵਾ ਕਰ ਸਕਦਾ ਤੇ ਨਾ ਸਿਮਰਨ ਕਰ ਸਕਦਾ। ਜੇ ਉਹ ਕਹਿੰਦਾ ਤੇ ਉਹ ਝੂਠ ਬੋਲਦਾ ਜੀ। ਮਹਾਰਾਜ ਕਹਿੰਦੇ ਦੂਜੇ ਭਾਏ ਨਾ ਸੇਵਿਆ ਜਾਏ, ਹਉਮੈ ਮਾਇਆ ਮਹਾਂ ਬਿਖ ਖਾਏ। ਹਉਮੈ ਤੇ ਮਾਇਆ ਦਾ ਜ਼ਹਿਰ ਬੰਦੇ ਦੇ ਆਤਮਿਕ ਜੀਵਨ ਨੂੰ ਖਤਮ ਕਰ ਦਿੰਦਾ ਜੀ। ਆਪਾਂ ਕਹਿੰਦੇ ਨਾ ਫਲਾਣੇ ਬੰਦੇ ਦੀ ਜ਼ਮੀਰ ਮਰ ਗਈ ਹੈ ਜੀ, ਮਰੀ ਹੋਈ ਜ਼ਮੀਰ ਵਾਲਾ ਆਦਮੀ ਹੈ। ਹਉਮੈ, ਹੰਕਾਰ ਤੇ ਮਾਇਆ ਦੀ ਜਿਹੜੀ ਇੱਛਾ ਤ੍ਰਿਸ਼ਨਾ ਬੰਦੇ ਦੀ ਜਿਹੜੀ ਹੈ, ਇਹ ਬੰਦੇ ਨੂੰ ਅਸਲੀ ਜੀਵਨ ਤੋਂ ਡੇਗ ਦਿੰਦੀ ਆ। ਆਤਮਿਕ ਜੀਵਨ ਖਾਏ ਖਤਮ ਹੋ ਜਾਂਦਾ ਬੰਦੇ ਦਾ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ। ਐਸਾ ਬੰਦਾ ਪਰਿਵਾਰ ਵਿੱਚ, ਧੀਆਂ ਪੁੱਤਰਾਂ ਦੇ ਵਿੱਚ, ਘਰ ਦੇ ਕੰਮਾਂ ਦੇ ਵਿੱਚ ਬੁਰੀ ਤਰ੍ਹਾਂ ਮੋਹ ਵਿੱਚ ਫਸਿਆ ਰਹਿੰਦਾ, ਤੇ ਉਹਦਾ ਰਿਜ਼ਲਟ ਕੀ ਨਿਕਲਦਾ? ਮਨਮੁਖ ਅੰਧਾ ਆਵੇ ਜਾਏ। ਇਹੋ ਜਿਹਾ ਮਨਮੁਖ ਅਗਿਆਨਤਾ ਵਿੱਚ ਆਪਣਾ ਜੀਵਨ ਗਵਾ ਕੇ ਚਲਾ ਜਾਂਦਾ, ਤੇ ਜੰਮਦਾ ਰਹਿੰਦਾ ਤੇ ਮਰਦਾ ਰਹਿੰਦਾ ਜੀ। ਇਹ ਬੜੀਆਂ ਲੰਮੀਆਂ ਗੱਲਾਂ ਨੇ। ਸੱਚੇ ਪਾਤਸ਼ਾਹ ਅੱਗੇ ਸਮੱਤ ਦਿੰਦੇ ਨੇ, ਹਰ ਹਰ ਨਾਮ ਦੇਵੈ ਜਨ ਸੋਏ। ਗੁਰੂ ਉਸ ਬੰਦੇ ਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਦਿੰਦੇ ਜਿਹਦੇ ਅੰਦਰ ਸੇਵਕ ਭਾਵ ਆ ਜਾਂਦਾ। ਜੱਜਾ ਤੇ ਨੰਨੇ ਨੂੰ ਔਂਕੜ। ਹਾਂਜੀ, ਭਾਵ ਇਹ ਹੈ ਜਿਹਦੇ ਵਿੱਚ ਸੇਵਕਾਂ ਵਾਲੇ ਗੁਣ ਆ ਗਏ। ਇੱਕ ਭਾਵਨਾ ਬਸ ਉਹ ਗੁਰੂ ਦਾ ਹੋ ਗਿਆ ਜੀ। ਹੁਣ ਸੇਵਕ ਦਾ ਭਾਵ ਹੀ ਇਹ ਹੈ। ਹਾਂਜੀ, ਗੁਰੂ ਦਾ ਬਣ ਗਿਆ। ਉਹ ਹੀ ਕਰਨਾ ਜੋ ਗੁਰੂ ਜੀ ਨੇ ਕਿਹਾ, ਉਹੀ ਕਰਨਾ ਹੈ। ਐਸੇ ਸੇਵਕ ਨੂੰ ਗੁਰੂ ਜੀ ਪਰਮੇਸ਼ਰ ਦਾ, ਰੱਬ ਦਾ ਨਾਮ ਦੇ ਦਿੰਦੇ ਨੇ ਗੁਰੂ ਸਾਹਿਬ। ਤੇ ਫਿਰ ਕੀ ਹੁੰਦਾ ਏ? ਸੱਚੇ ਪਾਤਸ਼ਾਹ ਕਹਿੰਦੇ ਅਨ ਦਿਨ ਭਗਤ ਗੁਰ ਸ਼ਬਦੀ ਹੋਏ। ਉਹ ਬੰਦਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੋਇਆ ਦਿਨ ਰਾਤ ਹੀ ਪਰਮੇਸ਼ਰ ਦੀ ਭਗਤੀ ਕਰਦਾ ਰਹਿੰਦਾ ਜੀ। ਕਿਉਂ? ਉਹਨੂੰ ਗੁਰੂ ਜੀ ਨੇ ਦਾਤ ਦੇ ਦਿੱਤੀ ਹੈ ਜੀ। ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਗੁਰੂ ਜੀ ਦੇ ਕੋਲੋਂ ਦਾਤ ਲਈ ਸੀ ਜੀ, ਲਈ ਸੀ। ਉਹਨਾਂ ਨੇ ਗੋਦਾਵਰੀ ਦੇ ਵਿੱਚ ਹਜੂਰ ਸਾਹਿਬ ਸਾਰੀ ਰਾਤ ਪਾਣੀ ਵਿੱਚ ਖਲੋ ਕੇ ਬਾਬਾ ਜੀ ਬੰਦਗੀ ਕਰਦੇ ਰਹਿੰਦੇ ਸਨ, ਸਿਮਰਨ ਕਰਦੇ ਰਹਿੰਦੇ ਸਨ। ਤਖਤ ਸਾਹਿਬ ਦੇ ਇਸ਼ਨਾਨ ਵਾਸਤੇ ਸਿਰ ਤੇ ਗਾਗਰ ਚੁੱਕ ਕੇ ਘਣੇ ਜੰਗਲ ਦੀ ਵਿੱਚ ਲੈ ਕੇ ਉਹਨਾਂ ਨੇ ਜਾਣੀ, ਸੇਵਾ ਕਰਨੀ। ਤੇ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਉਹਨਾਂ ਦੇ ਬਖਸ਼ਿਸ਼ ਕੀਤੀ ਜੀ। ਸਤਿਗੁਰੂ ਜੀ ਕਹਿੰਦੇ ਨੇ ਅਨ ਦਿਨ ਭਗਤ ਗੁਰ ਸ਼ਬਦੀ ਹੋਏ, ਗੁਰਮਤਿ ਵਿਰਲਾ ਬੂਝੈ ਕੋਏ। ਗੁਰਮਤਿ ਵਿਰਲਾ ਬੂਝੈ ਕੋਏ। ਗੁਰੂ ਦੀ ਮੱਤ ਨੂੰ ਕੋਈ ਵਿਰਲਾ ਹੀ ਸਮਝਦਾ। ਬਾਕੀ ਹੁਣ ਵੇਖੋ ਕਿੰਨਾ ਚਿਰ ਹੋ ਗਿਆ ਸਾਨੂੰ ਸੁਣਦਿਆਂ ਨੂੰ ਜੀ, ਪੜ੍ਹਦਿਆਂ ਨੂੰ ਜੀ। ਕੌਣ ਸਮਝਣ ਨੂੰ ਤਿਆਰ ਗੁਰੂ ਦੀ ਮੱਤ ਨੂੰ ਜੀ। ਹਾਂਜੀ, ਇੱਕ ਦਿਨ ਮੈਨੂੰ ਇੱਕ ਬਜ਼ੁਰਗ ਮਿਲਿਆ, ਬੜੀਆਂ ਗੱਲਾਂ ਕਰੇ ਜੀ, ਬੜੀਆਂ ਗੱਲਾਂ ਕਰੇ। ਅੰਮ੍ਰਿਤ ਧਾਰੀ, ਸਿਆਣਾ ਬਿਆਣਾ, ਤੇ ਹਉਮੈ ਜਿਹੜੀ ਆ ਨਾ ਜੀ, ਉਲਟ ਕੇ ਪਵੇ ਉਹਦੇ ਅੰਦਰੋਂ ਜੀ। ਤੇ ਮੈਂ ਉਹਨੂੰ ਪੁੱਛਿਆ, ਉਹ ਬਾਰ-ਬਾਰ ਆਖੇ ਗੁਰਮਤਿ ਦੇ ਧਾਰ ਨਹੀਂ ਹੋਣਾ ਚਾਹੀਦਾ,
ਗੁਰਮਤ ਦੇ ਧਾਰ ਨਹੀਂ ਹੋਣਾ ਚਾਹੀਦਾ। ਜਿਹੜਾ ਗੁਰਸਿੱਖ ਗੁਰਮਤ ਨਹੀਂ ਧਾਰਨ ਕਰਦਾ ਉਹ ਕਾਹਦਾ ਸਿੱਖ ਹੈਗਾ? ਤੇ ਮੈਂ ਕਿਹਾ ਬਾਪੂ ਜੀ ਇੰਨਾ ਕੁ ਦੱਸ ਦਿਓ, ਗੁਰਮਤ ਆਂਦੇ ਕਿਹਨੂੰ ਹੈ ਜੀ? ਹਾਂਜੀ, ਤੇ ਰੋਲ ਘਚੋਲ ਪਾਈ ਜਾਵੇ ਜੀ, ਗੱਲ ਕਰੇ ਨਾ। ਮੈਂ ਕਿਹਾ ਜੀ ਸਾਨੂੰ ਸਮਝਾ ਵੀ ਦਿਓ, ਗੁਰਮਤ ਕਹਿੰਦੇ ਕਿਹਨੂੰ? ਬਾਬਾ ਦਇਆ ਸਿੰਘ ਜੀ ਬੈਠੇ ਸੁਰ ਸਿੰਘ ਵਾਲੇ, ਮੈਂ ਉਹਨਾਂ ਦੇ ਲਾਗੇ, ਇੱਕ ਬੰਦਾ ਆਇਆ ਜੀ, ਬੜਾ ਨੇਕ ਆਦਮੀ, ਜੱਟ, ਕਹਿੰਦਾ ਬਾਬਾ ਜੀ ਗਿਆਨੀ ਬੜੀਆਂ ਕਥਾ ਸੁਣਾਉਂਦੇ ਨੇ, ਅਸੀਂ ਕਾਰੋਬਾਰੀ ਬੰਦੇ ਹਲ ਵਾਹੁਣ ਆ ਗਏ, ਸਾਨੂੰ ਨਹੀਂ ਚੇਤੇ ਰਹਿੰਦੀਆਂ। ਕਹਿੰਦਾ ਤੇ ਕਹਿੰਦਾ ਜੀ ਜਿਹੜਾ ਆਂਦਾ ਗੁਰਮਤ ਧਾਰਨ ਕਰਨੀ ਚਾਹੀਦੀ ਹੈ, ਗੁਰਮਤ ਧਾਰਨ ਕਰਨੀ ਚਾਹੀਦੀ ਹੈ। ਬਾਬਾ ਜੀ ਦੱਸੋ ਗੁਰਮਤ ਆਂਦੇ ਕਿਹਨੂੰ ਆ? ਤੇ ਨਾਲ ਆਖੇ ਸੌਖਾ ਜਿਹਾ ਦੱਸਿਓ, ਲੰਮਾ ਚੌੜਾ ਨਹੀਂ ਸਾਨੂੰ ਸਮਝ ਪੈਣੀ। ਬਾਬੇ ਕਹਿੰਦੇ ਸੁਣ ਲਾ ਫਿਰ। ਇੱਕੇ ਸਾਹ 'ਚ ਹੀ ਬਾਬਾ ਜੀ ਨੇ ਗੱਲ ਸਮਝਾਤੀ। ਕਹਿੰਦੇ ਅੰਦਰ ਗਿਆਨ, ਮੂੰਹ ਵਿੱਚ ਨਾਮ ਤੇ ਮੋਹ ਰਹਿਤ ਜੀਵਨ, ਕਹਿੰਦੇ ਇਹਨੂੰ ਕਹਿੰਦੇ ਗੁਰਮਤ ਕਹਿੰਦੇ। ਅੰਦਰ ਗਿਆਨ, ਅੰਦਰ ਚਾਨਣ ਹੋਵੇ ਪੂਰਾ ਗੁਰੂ ਦੀ ਮਿਹਰ ਦੇ ਨਾਲ, ਉਹ ਨਾ ਹੋਵੇ ਅੰਦਰੋਂ ਅੰਧਕਾਰ ਦੇ ਨਾਲ ਭਰਿਆ ਪਿਆ। ਅੰਦਰ ਗਿਆਨ ਹੋਵੇ ਤੇ ਮੂੰਹ ਦੇ ਵਿੱਚ ਹਰ ਵੇਲੇ ਵਾਹਿਗੁਰੂ 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 ਹੋਵੇ, ਤੇ ਮੋਹ ਤੋਂ ਰਹਿਤ ਜੀਵਨ ਹੋਵੇ। ਕਹਿੰਦੇ ਇਹ ਗੁਰਮਤ ਹੈਗੀ। ਸਾਰਾ ਖੁਲਾਸਾ ਅੱਗੇ ਇਸੇ ਦਾ ਹੀ ਆ। ਭਾਵੇਂ ਦਿਨ ਰਾਤ ਇਹਦੀ ਕਥਾ ਕਰੀ ਚਲੋ, ਮੁੱਕ ਨਹੀਂ ਸਕਦੀ ਜੀ। ਤੇ ਨਿਚੋੜ ਇਹ ਹੈਗੀ ਆ, ਅੰਦਰ ਗਿਆਨ, ਮੂੰਹ ਵਿੱਚ ਨਾਮ ਤੇ ਮੋਹ ਰਹਿਤ ਜੀਵਨ ਜੀ। ਮੋਹ ਦਾ ਬੱਧਾ ਬੰਦਾ ਜੰਮਦਾ ਮਰਦਾ ਰਹਿੰਦਾ। ਵੇਖ ਲਓ, ਲੱਖ ਆਖੋ ਕਿਸੇ ਨੂੰ ਪਰਮੇਸ਼ਰ ਦਾ ਚੇਤਾ ਨਹੀਂ ਹੁੰਦਾ, ਨਾਮ ਜਪਣ ਨੂੰ ਤਿਆਰ ਨਹੀਂ ਹੁੰਦੇ ਜੀ। ਤੇ ਅੰਦਰ ਅਗਿਆਨਤਾ ਨਾਲ, ਅੰਧਕਾਰ ਦੇ ਨਾਲ ਭਰਿਆ ਪਿਆ, ਕੁਝ ਨਹੀਂ ਦਿਖਾਈ ਦਿੰਦਾ ਜੀ, ਕੁਝ ਨਹੀਂ ਦਿਖਾਈ ਦਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਦਿੰਦੇ, ਭਾਈ ਪਿਆਰਿਆ ਗੁਰੂ ਕੋਲੋਂ ਗਿਆਨ ਲੈ, ਗੁਰੂ ਗਿਆਨ ਦਾ ਖਜ਼ਾਨਾ ਹੀ, ਗਿਆਨ ਲੈ, ਆਪਣੇ ਜੀਵਨ ਨੂੰ ਚਾਨਣ ਮੁਨਾਰਾ ਬਣਾ। ਤੇ ਗੁਰੂ ਦੇ ਕੋਲੋਂ ਨਾਮ ਵੀ ਲੈ, ਗੁਰੂ ਕੋਲੋਂ ਸ਼ਕਤੀ ਵੀ ਲੈ, ਮੋਹ ਦੀ ਬਿਮਾਰੀ ਤੋਂ ਬਚਿਆ ਰਹੇਗਾ, ਤੇਰਾ ਜੀਵਨ ਸਫਲ ਹੋ ਜਾਏਗਾ। ਸੋ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਗੁਰੂ ਜੀ ਦੀ ਮੱਤ ਲਈ, ਅੱਜ ਅਸੀਂ ਸਾਰੇ ਉਹਨਾਂ ਨੂੰ ਯਾਦ ਕਰਦੇ ਹਾਂ। ਥਾਵਾਂ ਥਾਵਾਂ ਤੇ ਉਹਨਾਂ ਦੇ ਝੰਡੇ ਝੂਲਣ ਡਏ ਨੇ ਜੀ, ਥਾਵਾਂ ਥਾਵਾਂ ਤੇ ਉਹਨਾਂ ਦੀਆਂ ਜੈ ਜੈਕਾਰਾਂ ਨੇ, ਤੇ ਵੱਧ ਰਹੀਆਂ ਨੇ ਜੀ, ਦਿਨ ਰਾਤ ਵੱਧ ਰਹੀਆਂ ਨੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਵੇਖੋ ਘਰਾਂ ਦੇ ਵਿੱਚ ਸਾਡੇ ਵੱਡੇ ਬਜ਼ੁਰਗ ਦਾਦੇ ਪੜਦਾਦੇ ਰਹੇ, ਕਿਹਦਾ ਘਰ ਕਿਸੇ ਨੇ ਸਾਂਭਿਆ ਪਿਆ? ਸਾਡੇ ਬਾਪੂ ਦਾ ਕਮਰਾ ਹੁੰਦਾ ਹੈ ਜੀ, ਹਾਂਜੀ, ਸਾਂਭਿਆ ਕਦੇ ਕਿਸੇ ਨੇ ਜੀ? ਵੇਖੋ ਜਾ ਕੇ ਬਾਬਾ ਤੇਜਾ ਸਿੰਘ ਜੀ ਉਹਨਾਂ ਦਾ ਕੱਚਾ ਘਰ ਮਿੱਟੀ ਦਾ ਬਣਿਆ, ਵੱਡੇ ਵੱਡੇ ਮਹਿਲ ਉਸਰ ਗਏ, ਯੂਨੀਵਰਸਿਟੀਆਂ ਬਣ ਗਈਆਂ ਉੱਥੇ। ਤੇ ਉੱਥੇ ਤਕਰੀਬਨ 27 ਕਿਲੋਮੀਟਰ ਦਾ ਸਫ਼ਰ ਆ, ਜਿੱਥੇ ਚਲਦੀਆਂ ਚਲਦੀਆਂ 2 ਗੱਡੀਆਂ ਪਾਸ ਨਹੀਂ ਹੋ ਸਕਦੀਆਂ। ਪਹਾੜੀ ਇਲਾਕਾ, ਇੱਕ ਬੰਨੇ ਡੂੰਘਾ, ਥੱਲੇ ਬੰਨੇ ਨਦੀ ਆ, ਤੇ ਦੂਜੇ ਬੰਨੇ ਪਹਾੜ ਆ ਜੀ। ਛੋਟਾ ਜਿਹਾ ਰਸਤਾ ਜੀ। ਮੈਂ ਉੱਥੇ ਗਿਆ 2-3 ਵਾਰ, ਹਾਂਜੀ, ਬੜਾ ਜਾਣਾ ਔਖਾ ਹੈ ਉੱਥੇ। ਤੇ ਤੁਹਾਨੂੰ ਮੈਂ ਹੈਰਾਨੀ ਦੀ ਗੱਲ ਦੱਸਾਂ, ਏਡਾ ਵੱਡਾ ਗੁਰਦੁਆਰਾ ਸਾਹਿਬ ਉੱਥੇ ਬਣਿਆ, ਦੁਨੀਆ ਭਰ 'ਚ ਏਡਾ ਵੱਡਾ ਗੁਰਦੁਆਰਾ ਨਹੀਂ ਅਜੇ ਤੱਕ ਬਣਿਆ ਜੀ। ਜਾ ਕੇ ਵੇਖ ਲਓ ਭਾਵੇਂ ਉੱਥੇ ਜੀ, ਜਿੱਡੀ ਵੱਡੀ ਇਮਾਰਤ ਗੁਰਦੁਆਰਾ ਨਾ ਜੀ ਉੱਥੇ ਉਹਨਾਂ ਬਣਾਇਆ ਜੀ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸਥਾਨ, ਅੱਜ ਤੱਕ ਏਡਾ ਗੁਰਦੁਆਰਾ ਸਾਹਿਬ ਕਿਤੇ ਨਹੀਂ ਹੈਗਾ ਜੀ ਬਣਿਆ। ਵੇਖੋ ਇਹੋ ਜਿਹੇ ਥਾਵਾਂ ਤੇ ਜਿੱਥੇ ਖਾਲੀ ਜਾਣਾ ਔਖਾ, ਉੱਥੇ ਇੰਨਾ ਕੁਝ ਬਣ ਜਾਵੇ ਤੇ ਨਾਮ ਦਾ ਪ੍ਰਤਾਪ ਹੀ ਹੈ ਜੀ। ਹਾਂਜੀ, ਮੈਂ ਉੱਥੇ ਸੇਵਾਦਾਰ ਨੂੰ ਪੁੱਛਿਆ, ਮੈਂ ਕਿਹਾ ਤੇ ਕਿੰਨਿਆਂ ਕੁ ਜਣਿਆਂ ਦਾ ਪ੍ਰਸ਼ਾਦਾ ਬਣਦਾ? ਉਹ ਕਹਿੰਦਾ ਜੀ ਇੱਕ ਟਾਈਮ 3000 ਦਾ ਪ੍ਰਸ਼ਾਦਾ ਤਿਆਰ ਹੁੰਦਾ ਜੀ। ਆਇਆ ਗਿਆ ਨਹੀਂ ਵਿੱਚ ਪਾਇਆ, ਕਹਿੰਦਾ ਉਹਨਾਂ ਦੀ ਗਿਣਤੀ ਨਹੀਂ, 3000 ਸਰੀਰ ਇੱਥੇ ਪੱਕਾ ਰਹਿੰਦਾ। ਕਹਿੰਦੇ ਬੜੂ ਸਾਹਿਬ ਦੀ ਗੱਲ ਹੈ ਜੀ। ਹਾਂਜੀ, ਚੋਟੀ ਦੇ ਵਿਦਵਾਨ, ਚੋਟੀ ਦੇ ਸੰਗੀਤਕਾਰ, ਉੱਥੋਂ ਦੇ ਮਹਾਂਪੁਰਖਾਂ ਨਾਲ ਮੇਰੀ ਗੱਲ ਹੋਈ। ਉੱਥੇ ਤੰਤੀ ਸਾਜ਼ ਸਿਖਾਉਣ ਵਾਲੇ ਜਿਹੜੇ ਆਉਂਦੇ ਆ, ਇੱਕ ਇੱਕ ਟਾਈਮ ਦਾ ਲੱਖ ਰੁਪਈਆ ਉਹਨਾਂ ਨੂੰ ਦਿੰਦੇ, ਤੇ ਹਵਾਈ ਜਹਾਜ਼ ਤੇ ਸੱਦਦੇ ਜੀ ਉਹਨਾਂ ਨੂੰ। ਫਿਰ ਮੈਂ ਤੁਹਾਨੂੰ ਅਚਰਜ ਗੱਲ ਦੱਸਾਂ, ਉੱਥੇ ਮੈਨੂੰ 6 ਲੜਕੀਆਂ ਉਹਨਾਂ ਨੇ ਵਿਖਾਈਆਂ, ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਆਰੰਭ ਕਰਕੇ ਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਫਿਰ ਉੱਠਦੀਆਂ ਜੇ। ਏਡਾ ਵੱਡਾ ਅਭਿਆਸ, ਐਵੇਂ ਥੋੜਾ ਭਾਗ ਲੱਗਦੇ ਜੀ। ਤੇ 12 ਬੱਚੀਆਂ ਉਹਨਾਂ ਨੇ ਵਿਖਾਈਆਂ, ਜਿਹੜੀਆਂ ਮੱਧ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਨਾ ਜੀ, ਫਿਰ ਉੱਠ ਕੇ ਜਲ ਪਾਣੀ ਛਕ ਕੇ ਤੇ ਫਿਰ ਭੋਗ ਪਾ ਕੇ ਫਿਰ ਉੱਠਦੀਆਂ ਜੀ। 6 ਲੜਕੀਆਂ ਉਹਨਾਂ ਮੈਨੂੰ ਵਿਖਾਈਆਂ ਵੀ ਇਹਨਾਂ ਦਾ ਇੰਨਾ ਅਭਿਆਸ ਆ ਜੀ ਇੱਥੇ ਭਜਨ ਬੰਦਗੀ ਦਾ ਜੀ। ਪਿੱਛੇ ਜੇ ਸ਼ਾਇਦ ਤੁਸੀਂ ਸੁਣਿਆ ਹੋਵੇ, ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ, ਉਹ ਸਾਰੀ ਦੁਨੀਆ ਵਿੱਚ ਟੈਲੀਵਿਜ਼ਨ ਰਾਹੀਂ ਸੰਗਤਾਂ ਨੇ ਸੁਣਿਆ। ਜਿਸ ਰਾਗ ਵਿੱਚ ਬਾਣੀ ਉਚਾਰੀ, ਉਸੇ ਰਾਗ 'ਚ ਉਹਨਾਂ ਨੇ ਪਾਠ ਕੀਤਾ ਜੀ।
ਸਾਰੀ ਉਮਰ ਪਾਠੀਆਂ ਨੂੰ ਪਾਠ ਕਰਦਿਆਂ ਲੰਘ ਜਾਂਦਾ ਏ। ਇਹਨਾਂ ਨੂੰ ਪੁੱਛੋ ਰਾਗ 'ਚ ਬੋਲ ਕੇ ਵਿਖਾਉਣ ਜੀ। ਹੁਣ ਦੇ ਤੇ ਪਾਠੀਆਂ ਤੋਂ ਰੱਬ ਬਚਾਵੇ, ਇਹਦੇ ਗਾਣਿਆਂ ਦੀਆਂ ਤਰਜ਼ਾਂ ਤੇ ਪਾਠ ਕਰਨ ਲੱਗ ਪੈਂਦੇ ਆ ਜੀ। ਮੈਨੂੰ ਲੋਕ ਕਹਿੰਦੇ ਵੀ ਰਾਗੀ ਗਾਣਿਆਂ ਦੀਆਂ ਤਰਜ਼ਾਂ ਪੜ੍ਹਦੇ, ਮੈਂ ਕਿਹਾ ਪਾਠੀ ਵੀ ਘੱਟ ਨਹੀਂ ਜੇ ਹੈਗੇ। ਇਹ ਵੀ ਮੈਂ ਉਹੋ ਜਿਹੀਆਂ ਆਵਾਜ਼ਾਂ ਕੱਢ ਸੁਣਾਉਂਦੇ ਲੋਕਾਂ ਨੂੰ। ਅਭਿਆਸ ਕੀਤਾ ਹੋਵੇ, ਬਾਣੀ ਨਾਲ ਪਿਆਰ ਹੋਵੇ, ਫਿਰ ਸਮਝ ਪੈਂਦੀ ਇਹਨਾਂ ਗੱਲਾਂ ਦੀ। ਗੁਰੂ ਸਾਹਿਬ ਕਿਰਪਾ ਕਰਨ। ਹੁਣ ਤੁਸੀਂ ਦੂਰ ਦੂਰ ਜਾਣਾ ਸਾਰਿਆਂ ਨੇ, ਹਾਂਜੀ। ਇਹ ਤੇ ਲੰਮੀਆਂ ਚੌੜੀਆਂ ਗੱਲਾਂ ਮੁੱਕਣ ਵਾਲੀਆਂ ਨਹੀਂ ਹੈਗੀਆਂ, ਤੇ ਨਾ ਮੁੱਕਣੀਆਂ ਹੀ ਚਾਹੀਦੀਆਂ ਜੀ। ਇਹ ਨਹੀਂ ਮੁੱਕਣੀਆਂ ਚਾਹੀਦੀਆਂ ਜੀ, ਇਹ ਸਦਾ ਚੱਲਦੀਆਂ ਰਹਿਣ। ਇਹਦੇ 'ਚ ਸਾਡਾ ਭਲਾ ਹੈ। ਸੋ ਬਾਬਾ ਜੀ ਬਾਬਾ ਤੇਜਾ ਸਿੰਘ ਜੀ ਨੇ ਬਹੁਤ ਵੱਡੇ ਵਿਦਵਾਨ ਹੋ ਕੇ ਤੇ ਮਹਾਂਪੁਰਖਾਂ ਦੇ ਕੋਲ ਆ ਕੇ ਖੱਦਰ ਦੀ ਪਾ ਕੇ ਕੁੜਤੀ ਤੇ ਸਾਰੀ ਜ਼ਿੰਦਗੀ ਸਤਿਗੁਰ ਦੀ ਸੇਵਾ ਚਲਾਤੀ। ਬੜੇ ਬੜੇ ਵਿਦਿਆ ਦੇ ਕੇਂਦਰ ਉਹਨਾਂ ਨੇ ਖੋਲੇ, ਬੜੇ ਬੜੇ ਨਾਮ ਅਭਿਆਸੀ ਗੁਰੂ ਕੇ ਪਿਆਰੇ ਉਹਨਾਂ ਨੇ ਪ੍ਰੇਰ ਕੇ ਗੁਰੂ ਕੀ ਸੇਵਾ ਵਾਸਤੇ ਤਿਆਰ ਕੀਤੇ। ਬੜੇ ਬੜੇ ਅਫਸਰਾਂ ਨੂੰ ਉਹਨਾਂ ਨੇ ਪ੍ਰੇਰ ਕੇ ਗੁਰੂ ਮਹਾਰਾਜ ਦੀ ਸੇਵਾ ਵਿੱਚ ਲਾਇਆ। ਇਸ ਵਾਸਤੇ ਉਹਨਾਂ ਦਾ ਜੀਵਨ ਭਲਾ ਜੀਵਨ, ਚੰਗਾ ਜੀਵਨ। ਇਹੋ ਜਿਹਾ ਨੂੰ ਸੱਚੇ ਪਾਤਸ਼ਾਹ ਕਹਿੰਦੇ ਭਾਈ ਯਾਦ ਕਰੋ ਤੇ ਉਹਨਾਂ ਨੂੰ ਨਮਸਕਾਰ ਕਰੋ। ਧੰਨ ਨੇ ਉਹ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਜੀ ਕੇ ਸੇਵਾ ਸਿਮਰਨ ਕਰਕੇ ਪਰਉਪਕਾਰ ਕਰਕੇ ਜੀਵਨ ਨੂੰ ਸੋਹਣਾ ਜੀਵਨ ਬਣਾਇਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵਾਹੋ ਵਾਹੋ ਕਰੇ ਸੇਈ ਜਨ ਸੋਹਣੇ, ਵਾਹੋ ਵਾਹੋ ਕਰੇ ਸੇਈ ਜਨ ਸੋਹਣੇ, ਤਿੰਨ ਕੋ ਪਰਜਾ ਭੋਜਣਾ। ਬੜੇ ਸੋਹਣੇ ਲੱਗਦੇ ਜੇ, ਹਾਂਜੀ। ਭਾਵੇਂ ਪਾਟੇ ਪੁਰਾਣੇ ਜੇ ਲੀੜੇ ਪਾਈ ਹੋਣ, ਫੱਬਦੇ ਬੜੇ ਜੇ, ਹਾਂਜੀ। ਕਮਾਈ ਦੀਆਂ ਕਿਆ ਬਾਤਾਂ ਨੇ। ਮੇਰੇ ਉਸਤਾਦ ਮਹਾਂਪੁਰਖ 18 ਘੰਟੇ ਦਾ ਰੋਜ਼ ਦਾ ਚੌਂਕੜਾ ਹੁੰਦਾ ਸੀ ਉਹਨਾਂ ਦਾ ਜੀ। ਗ੍ਰਸਤੀ ਸਨ, ਖੇਤੀਬਾੜੀ ਵੀ ਉਹਨਾਂ ਆਪ ਕਰਨੀ। ਤੇ ਮੈਂ ਹੈਰਾਨੀ ਦੀ ਗੱਲ ਤੁਹਾਨੂੰ ਦੱਸਾਂ, ਇਹਨਾਂ ਦੀਆਂ ਗੱਲਾਂ ਹੀ ਸਭ ਹੈਰਾਨੀ ਵਾਲੀਆਂ ਜੀ। ਹਫ਼ਤੇ 'ਚ ਇੱਕ ਵਾਰ ਐਡੀ ਕੁ ਦਾਤਣ ਕਰਦੇ ਹੁੰਦੇ ਸੀ, ਮੇਰੇ ਸਾਹਮਣੇ ਦੀ ਗੱਲ। ਹਫ਼ਤੇ 'ਚ ਇੱਕ ਵਾਰ ਐਡੀ ਕੁ ਦਾਤਣ ਹੋਣੀ, ਬਸ ਐਂ ਕਰਕੇ ਚੋਲਾ ਕਰ ਲੈਣਾ ਜੀ। ਤੇ ਮੋਤੀਆਂ ਵਾਂਗੂ ਉਹਨਾਂ ਦੇ ਦੰਦ ਲਿਸ਼ਕਦੇ ਰਹਿੰਦੇ ਪੂਰਾ ਹਫ਼ਤਾ ਜੀ, ਮੋਤੀਆਂ ਵਾਂਗੂ ਜੀ। ਜਦੋਂ ਹੱਸਦੇ ਕਿਤੇ ਫੋਟੋ ਮੈਂ ਤੁਹਾਨੂੰ ਵਿਖਾ ਦਾਂਗਾ ਜੀ, ਹਾਂਜੀ। ਤੇ 2 ਵਾਰਾਂ ਬੁਰਸ਼ ਨਾ ਕਰੀਏ ਤੇ ਮੂੰਹ 'ਚੋਂ ਬੋ ਨਹੀਂ ਜਾਂਦੀ ਸਾਡੇ ਤੋਂ, ਫਿਰ ਵੀ ਆਉਂਦੀ ਜੇ ਜੀ। ਸਿਆਣੇ ਬੰਦੇ ਡਰਦੇ ਮੂੰਹ ਅੱਗੇ ਇਸ ਤਰ੍ਹਾਂ ਹੱਥ ਜਾਂ ਪੱਲਾ ਕਰ ਲੈਂਦੇ ਨੇ ਜੀ, ਹਾਂਜੀ। ਇੰਨਾ ਹਿਰਦਾ ਨਿਰਮਲ ਤੇ ਸ਼ੁੱਧ ਹੋ ਗਿਆ। ਤੇ ਹਫ਼ਤੇ 'ਚ ਇੱਕੇ ਵਾਰ ਇਸ਼ਨਾਨ ਕਰਦੇ ਸੀ ਜੀ ਉਹ ਜੀ। ਇੱਕੇ ਵਾਰ ਹੀ ਮੈਂ 16 ਘੰਟੇ ਉਹਨਾਂ ਦੇ ਕੋਲ ਬੈਠਦਾ ਸੀਗਾ। ਤੇ ਮੈਂ ਕਈ ਵਾਰ ਹੈਰਾਨ ਹੋਣਾ ਵੀ ਇਹ ਖੁਸ਼ਬੂ ਕਿੱਧਰੋਂ ਆ ਰਹੀ ਹੈ ਜੀ, ਹਾਂਜੀ। ਖੁਸ਼ਬੂ ਕਿੱਧਰੋਂ ਆ ਰਹੀ ਵੀ ਲਾਗੇ ਤੇ ਕੋਈ ਫੁੱਲ ਬੂਟਾ ਤੇ ਹੈ ਨਹੀਂ ਗਾ ਜੀ, ਹਾਂਜੀ। ਤੇ ਫਿਰ ਸਹਿਜੇ ਪਤਾ ਲੱਗਾ ਕਿ ਵੀ ਸਾਰੀਆਂ ਬਰਕਤਾਂ ਨਾਮ ਦੀਆਂ ਨੇ ਜੀ, ਸਭ ਬਰਕਤਾਂ ਨਾਮ ਦੀਆਂ। ਤੁਸੀਂ ਕੋਈ ਥਾਂ ਸੁੰਘ ਕੇ ਵੇਖੋ ਬੋ ਆਉਂਦੀ, ਕਿਉਂ ਆਉਂਦੀ ਆ? ਅੰਦਰ ਗੰਦਗੀ ਹੈ ਜੀ, ਅੰਦਰ ਗੰਦਗੀ ਆ ਜੀ। ਤੇ ਹਰ ਅੰਗ ਦੇ ਵਿੱਚੋਂ ਬਦਬੂ ਆ ਰਹੀ ਹੈ ਜੀ, ਅੰਦਰ ਹੈਗੀ। ਤਾਂ ਜੋ ਤੁਹਾਰੇ ਕਹਿੰਦੇ ਆਪ ਪਛਾਣੇ ਮਨ ਨਿਰਮਲ ਹੋਏ। ਜਦੋਂ ਹਿਰਦਾ ਸ਼ੁੱਧ ਹੋ ਗਿਆ ਫਿਰ ਵੇਖਿਓ ਕੈਸੀ ਲੀਲਾ ਵਰਤਦੀ ਹੈ ਜੀ, ਹਾਂਜੀ। ਇਹ ਪਰਮੇਸ਼ਰ ਦੀ ਅਕਾਲ ਪੁਰਖ ਦੀ ਲੀਲਾ। ਬੜੀਆਂ ਲੰਮੀਆਂ ਚੌੜੀਆਂ ਗੱਲਾਂ ਨੇ। ਇੱਕ ਬੰਦਾ 8 ਪੈਰ ਦਾ ਸ਼ਰਾਬੀ ਤੋਂ ਉਹਨੂੰ ਸੰਤ ਮਿਲ ਗਏ ਜੀ। ਕਹਿੰਦਾ ਭਲਿਆ ਲੋਕਾਂ ਨਾਮ ਜਪੀਦਾ ਹੁੰਦਾ, ਕਿਹੜੇ ਕੰਮ ਲੱਗਾ? ਪਹਾੜਾਂ 'ਚ ਉਹਨਾਂ ਦਾ ਘਰ ਹੀ ਕਲੇਸ਼ਰ। ਸਰਦਾਰ ਸਾਹਿਬ ਸਿੰਘ ਕਾਂਗਰਸੀ ਲੀਡਰ ਸੀ ਪਹਿਲਾਂ, ਤੇ ਜੰਗਲ 'ਚੋਂ ਰੋਜ਼ ਜਾਨਵਰ ਮਾਰ ਕੇ ਲਿਆ ਕੇ ਸਾਰੇ ਪਿੰਡ ਨੂੰ ਮੁਫਤ ਮਾਸ ਵੰਡਣਾ ਜੀ। ਕਮਾਈ ਵਾਲੇ ਮਹਾਂਪੁਰਖ। ਉਹ ਸਾਹਿਬ ਸਿਆਂ ਕੀ ਕਰਦਾ ਫਿਰਦਾ ਨਾਮ ਜਪਣ ਵਾਸਤੇ? ਇਹ ਕੀ ਕਰਨ ਰਿਹਾ ਪੁੱਠੇ ਕੰਮ? ਵੇਖੋ ਇਹ ਕੋਈ ਸਾਖੀ ਆ? ਲੋ ਇੰਨੀ ਨਾਲ ਹੀ ਉਹਦਾ ਜੀਵਨ ਪਲਟ ਗਿਆ ਜੀ। ਪਟਨਾ ਪੌਂਟਾ ਸਾਹਿਬ ਤੋਂ ਆਉਂਦਿਆਂ ਦਾ ਮੈਂ ਸਰਦਾਰ ਸਾਹਿਬ ਸਿੰਘ ਜੀ ਨੂੰ ਮਿਲ ਚੱਲੀਏ। ਜਦੋਂ ਘਰ ਗਏ ਨਾ ਜੀ, ਬੂਹਾ ਖੜਕਾਇਆ ਤੇ ਉਹਨਾਂ ਦੀ ਘਰ ਵਾਲੀ ਕਹਿਣ ਲੱਗੀ ਜੀ 10 ਘੰਟੇ ਹੋ ਗਏ ਚੌਂਕੜਾ ਲਾ ਕੇ ਬੈਠੇ ਆ ਜੀ, ਤੇ ਅਸੀਂ ਆਵਾਜ਼ ਨਹੀਂ ਕਦੇ ਮਾਰੀ ਉਹਨਾਂ ਨੂੰ ਜੀ। 24 ਘੰਟੇ ਰੋਜ਼ ਦਾ 8 ਪਹਿਰਾਂ ਦਾ ਸਾਹਿਬ ਸਿੰਘ ਦਾ ਨਿਤਨੇਮ ਸੀਗਾ ਜੀ। ਸ਼ਾਇਦ ਅਜੇ ਵੀ ਸਰੀਰ ਕਰਕੇ ਹੁਣ ਬਹੁਤ ਬਿਰਧ ਹੋ ਗਏ ਸੀਗੇ ਹੁਣ ਤੇ, ਹਾਂਜੀ। 24 ਘੰਟੇ ਨਾ 24 ਪਾਠ ਸੁਖਮਨੀ ਸਾਹਿਬ ਜੀ ਦੇ। ਜਦੋਂ ਆਪਾਂ ਅਭਿਆਸੀ ਬਣ ਜਾਵਾਂਗੇ ਨਾ ਜੀ, ਤੇ ਫਿਰ ਅਭਿਆਸੀ ਲੋਕਾਂ ਦੇ ਹਿਰਦੇ 'ਚ ਨਾਮ ਵਸ ਜਾਂਦਾ ਜੀ। ਸੁਰਤ ਕਰਕੇ ਪਾਠ ਬਹੁਤ ਛੇਤੀ ਹੋ ਜਾਂਦਾ ਜੀ ਫਿਰ ਜੀ। ਤੇ ਜਦੋਂ ਫਿਰ ਉੱਠੇ ਜੀ ਉਹ ਜੀ, ਤੇ ਸਾਨੂੰ ਪ੍ਰਸ਼ਾਦਾ ਉਹਨਾਂ ਨੇ ਆਪ ਛਕਾਇਆ ਜੀ। ਬੜਾ ਚਾਅ ਚੜਿਆ ਜੀ ਉਹਨਾਂ ਨੂੰ। ਤੇ ਬਿਸਤਰੇ ਮੰਜੇ ਦੇ ਦਿੱਤੇ ਤੇ ਲੰਮੇ ਪੈ ਗਏ। ਮੈਂ ਚੋਰੀ ਵੇਖਾਂ ਜੀ, ਸਾਰੀ ਰਾਤ ਚੌਂਕੜਾ ਲਾ ਕੇ ਉਹਨਾਂ ਅੰਗ ਨਹੀਂ ਹਿਲਾਇਆ ਜੀ ਆਪਣਾ ਕੋਈ। 10 ਘੰਟੇ ਸਵੇਰ ਦਾ ਚੌਂਕੜਾ ਲਾ ਕੇ ਬੈਠੇ ਆ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਜੀ,
ਸਾਰਾ ਕਮਰਾ ਖੁਸ਼ਬੂ ਨਾਲ ਭਰ ਗਿਆ ਜੀ। ਮੈਂ ਫਿਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਵੀ ਅੰਦਰ ਬੂਹੇ ਤੇ ਬੰਦ, ਠੰਡ ਬੜੀ ਸੀ ਨਾ, ਲਾਗੇ ਜਮਨਾ ਵਗਦੀ ਸੀ, 4 ਚਫੇਰੇ ਪਹਾੜ ਸੀਗੇ, ਕਲੇਸ਼ਰ ਹਰਿਆਣੇ ਦਾ ਅਖੀਰਲਾ ਪਿੰਡ ਆ ਪਟਨਾ, ਪੌਂਟਾ ਸਾਹਿਬ ਨੂੰ ਜਾਂਦੇ ਆ। ਮੈਂ ਕਿਹਾ ਸਰਦਾਰ ਸਾਹਿਬ ਚੰਦ ਜੀ ਇੰਨੀ ਖੁਸ਼ਬੂ, ਉਹ ਕਹਿੰਦੇ ਜੀ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ, ਇੱਧਰ ਨਹੀਂ ਧਿਆਨ ਦੇਈਦਾ ਹੁੰਦਾ, ਕਹਿੰਦੇ ये उसकी लीला है। कहने लगे वो जाने ये खुशबू कहाँ से आ रही, बोली बोलते ना उधर तो, ये कहाँ से आ रही वो जाने। कहते आपां कहते भजन करिए, परमेश्वर का नाम जपीए। कहते इस वास्ते वाहिगुरू के नाम की लीला बड़ी वरतदी, पर जिथे कोई जपे, जिथे कोई जपे उथे प्रतख वरतदा। ब्रह्म बिंदै तिसदा ब्रह्मत रहै, एक शब्द लिव लाए, नाम निधि 18 सिद्धि पिछे लगियां फिरे, जो हर हिरदै सदा वसाए। उत्थे बड़ा कुछ वरतदा रहिंदा। सच्चे पातशाह किरपा करन, गुरु गरीब नवाज जी संगत दा आया सफला करन, जी आया नूं सारियां नूं सतगुरु जी मेहरां करन। सो इस वास्ते हुण संपूर्णता ही होनी है। ਗਿਆਨੀ जी उन्होंने बेनती है, तो सरदार जी हरदेव सिंह जी नागोकिया वाले, ਗਿਆਨੀ जी इन्हों सिरों पाओ दिओ, ये प्रशादा छकण, फिर इन्होंने जरूरी काम जाना है, तुसीं भी नाल ही हल्ला कर जाओ, असीं मगरों फिर सारे रल मिल के अरदास बेनती करांगे। ਗਿਆਨੀ विशाल सिंह जी ने तुहानूं बचन सुनाए। 1 मिनट ਗਿਆਨੀ जी, इन्हां बचन सुनाए तुहानूं भी मास्टर तारा सिंह हुणे भी हिंदू परिवार विचों सन। हाँ जी, बाबा अतर सिंह जी की प्रेरणा नाल उन्होंने अमृत छकिया। तो बाबा जी जिहड़े महापुरख आ, इन्हां दा नाम ही पहलां निरंजन दास मेहता सीगा जी, ये भी हिंदू परिवार विचों सन। बाबा अतर सिंह जी महाराज की प्रेरणा दे नाल इन्हां ने ये लैन धारण की। ते ਗਿਆਨੀ जी भी हिंदू परिवार विचों जे। ਗਿਆਨੀ जी पिता जी का की नाम है? इन्हां दे पिता जी का नाम श्री ਮਹਿੰਦਰਪਾਲ जी है जी। सारा परिवार हिंदू जी इन्हां दा। ते इन्हां नूं महाराज ने अपनी संगत दे दी जी। हाँ जी, जदों फिर थोड़े जे तगड़े होए तो आखन मुंडन करना जी, ये आखन मैं कराउणा नहीं गा जी। हाँ जी, फिर ਗਿਆਨੀ जी उन्होंने फिर जो करना चाहिए कीता जी, कुटमार भी की, उन्होंने जोर लाए अपने, पर ਗਿਆਨੀ जी डट गए जी। हाँ जी, तो ये महाराज की बख्शिश है जिन्हों के उत्ते करनी होंदी परमेश्वर ने। तो रोए हुण 177 देशों के विच संगत, हैरानी की गल, भाई जगतार सिंह हजूरी रागी थोड़े दिन पहला मेरे को आए, ये भी उत्थे ही सन। मैनू कहते बड़ी मेहर इन्हां ते। मैं जी किस तरह? कहते असीं कीर्तन करन गए बाहरले मुल्क, तो कहते जो टाइम हो गया तो संगत उठ के तुर गई गुरुद्वारे। कहते मैं पूछया भी की गल, लोग क्यों चले गए आ? कहते जी लोग कहते साडा निजम, असीं कथा सुननी, कहते कथा नहीं मिस करनी। ਗਿਆਨੀ विशाल सिंह कथा करते असीं सुननी सुननी। कहते हाँ जी, 3 वार सारे देशों के टैलीविजन वाले कथा रिले करते हैं, कि लोगों की मंग है जी। वक्रे वक्रे टाइम जदों कोई जिस देश की छुट्टी होंदी है, इस तरह उस हिसाब नाल बड़ी मेहर है, कृपा है। इन्हां ने भी हिंदू परिवार दे विचों ही गुरसिੱਖੀ की दात गुरु घरों प्राप्त की, जन्म हिंदू परिवार का। ये बख्शिश सच्चे पातशाह जी ने कर दी। इस वास्ते गुरु महाराज दी मेहरां ने, कृपा ने, सच्चे पातशाह जी दी जित्ती हो जांदियां। उन्होंने तुसीं सिरों पा दिओ ते प्रशादा पानी छको। जिथे असीं सारे धन धन श्री गुरु ग्रंथ साहिब जी की हजूरी का आनंद माण रहे हैं। बेअंत संगतां इस ग्रह विखे अमृतसर तो आईयां ने। भाई प्रशादा छको। भाई दविंदर सिंह जी निरमान जी समेत जथे, इन्हां दियां 3-4 पीढ़ियां हो गईयां कीर्तन करदियां दियां। ते भाई कुलजीत सिंह होणां दी भी 4वीं-5वीं पीढ़ी कीर्तन करदियां दी है। हाँ जी, गुरु महाराज की मेहर है। कीर्तनीय सिख पहुँचे ने, बेनती प्रवान करके ਗਿਆਨੀ जी ने कथा की है। उत्थे नाल बड़ी खुशी है। भाई गुरमीत सिंह जी जो श्री हरमंदर साहब बड़ी ईमानदारी दे नाल अपनी सेवा निभाउंदे जी। बड़ी ईमानदारी दे नाल कमेटी वालों बहुत सारे अहुदियां ते इन्हां नूं वखरी वखरी थावां ते सेवा च लाया। ईमानदारी नाल सेवा निभाई, क्यों रोज़ ही अस्थान ते इन्हां दा जाण आउण सी, मैनूं दसदे रहिंदे सी। तो बड़ी खुशी हुई इन्हां दे नाल। सरदार जी का की नाम है? हाँ जी, सरदार सुखजिंदर सिंह जी, जिन्हां ने जिंदगी का लम्मा समा गुरु घर की सेवा की है। मैनू अज याद कराया इन्हां ने भाई महाराज 6वें पातशाही का स्थान अंबाला मंजी साहब गुरुद्वारा, उत्थे बड़े साल पहला ਗਿਆਨੀ शेर सिंह जी होना ने सद्या, कीर्तन की हाजरी भरी। उत्थे सरदार जी मैनेजर सन उदों जी। मैनू याद कराया इन्होंने, कहते उदों तुसीं उत्थे आए सी, आपां मिले सां।
ਇਹਨਾਂ ਨੇ ਵੀ ਇੱਥੇ ਦਰਸ਼ਨ ਦਿੱਤੇ ਨੇ। ਜੀ ਆਇਆਂ ਨੂੰ, ਜੀ ਆਇਆਂ ਨੂੰ। ਜਿੰਨੀ ਸੰਗਤ ਆਈ ਹੈ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ ਤੇ ਗੁਰੂ ਘਰ ਦਾ ਬਾਣੀ ਦਾ ਪਿਆਰ, ਸਤਸੰਗ ਦਾ ਪਿਆਰ ਹਿਰਦੇ ਵਿੱਚ ਵਸੇ। ਸਵੇਰੇ ਨਾ ਕਿਸੇ ਦੇ ਘਰ ਅਖੰਡ ਪਾਠ ਸਾਹਿਬ ਹੋ ਰਿਹਾ ਸੀ ਤੇ ਪਾਠੀ ਸਿੰਘ ਪਾਠ ਕਰ ਰਿਹਾ ਸੀ ਤੇ ਬਾਬਾ ਕਬੀਰ ਸਾਹਿਬ ਜੀ ਦਾ ਸ਼ਲੋਕ, ਕਬੀਰਾ ਤੁਹੀਂ ਕਬੀਰ ਤੂੰ ਤੇਰੋ ਨਾਉ ਕਬੀਰ, ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਜਦੋਂ ਆ ਥੱਲੇ ਵਾਲੀ ਪੰਕਤੀ ਉਹਨਾਂ ਪੜ੍ਹੀ ਤੇ ਮੈਂ ਸੋਚੀ ਪੈ ਗਿਆ ਵੀ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਤਨਾ ਹੀ ਹੈ ਨਾ ਭਾਈ ਗੁਰਪ੍ਰੀਤ ਸਿੰਘ। ਮੈਂ ਸੋਚਣ ਲੱਗ ਪਿਆ ਵੀ ਪਹਿਲੇ ਤਜੇ ਸਰੀਰ। ਸੋਚਦਿਆਂ ਸੋਚਦਿਆਂ ਫਿਰ ਸਮੱਤ ਮਿਲੀ ਤੇ ਜਿਹੜੀਆਂ ਸਰੀਰ ਨੂੰ ਮਾੜੀਆਂ ਆਦਤਾਂ ਲੱਗੀਆਂ ਨਾ ਜੀ, ਇਹਨਾਂ ਨੂੰ ਛੱਡ ਦੇਵੇ ਬੰਦਾ ਤਾਂ ਨਾਮ ਰਤਨ ਦੀ ਪ੍ਰਾਪਤੀ ਹੋਣੀ ਹੈ ਜੀ। ਮਾੜੀਆਂ ਆਦਤਾਂ ਨੇ ਉਹ ਦਾਤ ਲੈਣ ਹੀ ਜੋਗਾ ਨਹੀਂ ਛੱਡਣਾ ਜੀ ਉਹਨਾਂ ਨੇ ਜੀ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੈ ਸਰੀਰ। ਇਸ ਸਰੀਰ ਤੋਂ ਉੱਪਰ ਉੱਠੇ ਇਹਦੀਆਂ ਆਦਤਾਂ, ਇਹਦੇ ਸਵਾਦ, ਇਹਦੇ ਸੁਭਾਅ, ਇਹਦੇ ਆਪਣੇ ਕਰਨ ਦੇ ਢੰਗ ਤਰੀਕੇ ਜਿਹੜੇ ਆ ਉਹਨਾਂ ਨੂੰ ਤਿਆਗ ਦੇਵੇ ਬੰਦਾ ਜੀ, ਛੱਡ ਦੇਵੇ ਉਹਨਾਂ ਨੂੰ, ਤੇ ਫੇਰ ਗੱਲ ਬਣਦੀ ਆ। ਇਸੇ ਲਈ ਮਹਾਂਪੁਰਖ ਬੰਦੇ ਕੋਲੋਂ ਸਾਧਨਾ ਕਰਾਉਂਦੇ ਆ ਜੀ, ਸੇਵਾ ਕਰਵਾਉਂਦੇ ਨੇ ਜੀ। ਉਹਦੀਆਂ ਜਿੰਨੀਆਂ ਵੀ ਢਿੱਲੀਆਂ ਮੱਠੀਆਂ ਮਾੜੀਆਂ ਆਦਤਾਂ ਛਡਾਉਂਦੇ ਨੇ ਤੇ ਸਹਿਜੇ ਸਹਿਜੇ ਫਿਰ ਰੰਗ ਲੱਗਦਾ ਲੱਗ ਜਾਂਦਾ ਜੀ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਆਇਆ ਸਫਲ ਹੋਵੇ। ਹੁਣ ਸਾਡੇ ਨਾਲ ਸਾਡੇ ਜਥੇਦਾਰ ਜੀ ਆਏ ਨੇ, ਬਾਬਾ ਏਕ ਨੂਰ ਸਿੰਘ ਜੀ। ਉਮਰ ਦੇ ਉਹਨਾਂ ਦੀ ਛੋਟੀ ਜੀ ਆ ਪਰ ਉਹ ਹੈ ਜਥੇਦਾਰ ਜੀ ਨੇ ਜੀ। ਹਾਂਜੀ, ਉਹਨਾਂ ਨੇ ਹੁਣ ਪਤਾ ਨਹੀਂ ਵਾਹਿਗੁਰੂ ਜਾਣੇ ਗੱਲ ਨਿਭੇ ਕਿ ਨਾ ਨਿਭੇ, ਪਰ ਉਹਨਾਂ ਨੇ 2-3 ਐਲਾਨ ਕਰ ਦਿੱਤੇ ਸਾਡੇ ਕੋਲ। ਇੱਕ ਤੇ ਕਹਿੰਦੇ ਮੈਂ ਵਿਆਹ ਨਹੀਂ ਕਰਾਉਣਾ ਜੀ। ਹਾਂਜੀ, ਇਹ ਉਹ ਸਾਰਿਆਂ ਨੂੰ ਦੱਸ ਦਿੱਤਾ, ਕੱਲੇ ਨੂੰ ਦੱਸਤਾ ਉਹਨਾਂ ਨੇ ਵੀ ਮੈਂ ਵਿਆਹ ਨਹੀਂ ਕਰਾਉਣਾ। ਤੇ ਦੂਜੀ ਗੱਲ ਉਹਨਾਂ ਕਹਿਤੀ ਵੀ ਹੁਣ ਮੈਂ ਘਰ ਤਿਆਗ ਦਿੱਤਾ, ਮੈਂ ਇੱਥੇ ਰਿਹਾ ਕਰਨਾ। ਸੋਚ ਤੇ ਉਹਨਾਂ ਦੀ ਚੰਗੀ ਆ ਪਰ ਜੋ ਪਰਮੇਸ਼ਰ ਦਾ ਹੁਕਮ ਚੱਲਣਾ ਤੇ ਉਹੀ ਹੈ ਜੀ। ਸੋਚ ਤੇ ਚੰਗੀ ਆ। ਤੇ ਜਿੱਥੇ ਤਬਲੇ ਦੇ ਬੜੇ ਵੱਡੇ ਮਾਸਟਰ ਨੇ ਜੀ, ਉੱਥੇ ਕੀਰਤਨ ਵੀ ਉਹਨਾਂ ਨੇ ਆਰੰਭ ਕਰ ਦਿੱਤਾ। ਆਪੇ ਰੀਤ ਉਹਨਾਂ ਨੇ ਤਿਆਰ ਕੀਤੀ ਆ। ਇੱਕ ਸ਼ਬਦ ਤੁਹਾਨੂੰ ਉਹਨਾਂ ਕੋਲੋਂ ਸਰਵਣ ਕਰਾਉਣਾ ਹੈ, ਫਿਰ ਆਨੰਦ ਸਾਹਿਬ ਜੀ ਦਾ ਕੀਰਤਨ ਹੋਏਗਾ। ਤਕਰੀਬਨ ਆਪਾਂ 10-15 ਮਿੰਟ ਦੇ ਅੰਦਰ ਅਰਦਾਸ ਬੇਨਤੀ ਕਰਨੀ ਹੈ। ਸੱਚੇ ਪਾਤਸ਼ਾਹ ਮਿਹਰ ਕਰਨ, ਸੰਗਤ ਨੂੰ ਜੀ ਆਇਆਂ ਨੂੰ ਤੇ ਮਹਾਂਪੁਰਖਾਂ ਦੀ ਨਿਰਮਲ ਕਰਨੀ ਅੱਗੇ ਨਮਸਕਾਰ ਹੈ, ਨਮਸਕਾਰ ਹੈ। ਮੇਰੇ ਕੋਲ ਬਹੁਤ ਭੁੱਲਾਂ ਹੋਈਆਂ, ਤੁਸੀਂ ਸੰਗਤ ਨੇ ਖਿਮਾ ਕਰ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ ਜੀ। ਤੇ 2-4 ਮਿੰਟਾਂ ਵਿੱਚ ਆਪਾਂ ਸ਼ਬਦ ਪੜ੍ਹ ਲਈਏ, ਫਿਰ ਗਿਆਨੀ ਜਥੇਦਾਰ ਏਕ ਨੂਰ ਸਿੰਘ ਜੀ ਲੱਗਣਗੇ ਜੀ। ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੇ ਆਪਣੇ ਕੋ ਸਾਸਾ ਸੁਖਤ ਪਾਲੇ। हाथ दे राखे अपने को सासा सुखत पाले। रब से लाग रहे मेरा जीत, 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 रब से लाग रहे मेरा जीत। आद अंत प्रभ सदा सहाय तन हमारा मीत। आद अंत प्रभ सदा सहाय तन हमारा मीत। आद अंत प्रभ सदा सहाय तन हमारा मीत। रहा मन बिलास पै साहिब के अचरज देख बढ़ाई। मन बिलास पै साहिब के अचरज देख बढ़ाई। मन बिलास पै साहिब के अचरज देख बढ़ाई। हर सिमर सिमर आनंद कर नानक प्रभ पूरन पैज रखाई। हर सिमर सिमर आनंद कर नानक प्रभ पूरन पैज रखाई।
ਮਨ ਬਿਲਾਸ ਭੈ, ਮਨ ਬਿਲਾਸ ਭੈ ਸਾਹਿਬ ਕੇ, ਅਚਰਜ ਦੇਖ ਬੜਾਈ, ਅਚਰਜ ਦੇਖ ਬੜਾਈ, ਅਚਰਜ ਦੇਖ ਬੜਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ, ਪ੍ਰਭ ਪੂਰਨ ਪੈਜ ਰਖਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਨਿਸਾ ਗਾ ਰੇ ਸਾ, ਮਾ ਗਾ ਰੇ ਸਾ, ਨਿਸਾ ਗਾ ਮਾ ਪਾ, ਮਾ ਪਾ ਗਾ ਰੇ ਨਿਸਾ, ਨਿਸਾ ਗ ਮ ਪਾ, ਪਾ ਮ ਪਦ ਨੀ ਦਾ, ਨੀ ਦਾ ਨੀ ਦਾ ਨੀ ਮ ਪਦ ਨੀ ਦਾ, ਪ ਮ ਦ ਮ ਪ ਗ ਮ ਪ, ਨੀ ਸਾ ਨੀ ਸਾ ਨੀ ਦਾ ਨੀ ਦਾ ਪ, ਪਾਣੀ ਪਗਾਰੇ ਨੀ ਦਮ ਪਦਨੀ ਸਾ, ਸਾਰੇ ਨੀ ਸਮਾ ਗਮ ਗਾਰੇ ਨੀ ਦਮ ਪਦਨੀ ਸਾ, ਨੀ ਸ ਨੀ ਦ ਪ ਮ ਪ ਗ ਮ ਰੇ, ਨੀ ਸ ਗ ਮ ਪ ਗ ਮ ਗ ਪਾ। ਪ੍ਰਭ ਸਿਉ ਲਾਗ ਰਹਿਓ ਮੇਰਾ ਚੇਤ, 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 ਪ੍ਰਭ ਸਿਉ ਲਾਗ ਲਾਗ ਰਹਿਓ ਮੇਰਾ ਚੇਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੇਤ, ਪ੍ਰਭ ਸਿਉ ਲਾਗ ਰਹਿਓ, ਲਾਗ ਰਹਿਓ ਮੇਰਾ ਚੇਤ, ਮੇਰਾ ਚੇਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੇਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੇਤ। ਪ੍ਰਭ ਸਿਉ ਲਾਗ ਰਹਿਓ ਮੇਰਾ ਚੇਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੇਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਪ੍ਰਭ ਸਿਉ
ਸਿਉ ਲਾਗ ਰਹਿਓ ਚੀਤ ਮੇਰਾ ਚੀਤ ਮੇਰਾ ਚੀਤ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਲਾਗ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਪ੍ਰਭ ਸਿਉ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਸਗਮ ਪਾ ਨੀਂਦ ਮ ਪਗ ਰੇ ਸਾ ਨੀ ਸਗਮ ਪਗ ਮ ਨੀ ਪਗ ਮ ਪ ਨੀ ਦ ਮ ਪਗ ਮ ਪ ਸ ਨੀ ਸਾ ਪ ਨੀ ਸਾ ਗ ਨੀ ਦ ਮ ਪ ਦ ਨੀ ਸਾ ਨੀ ਸ ਨੀ ਦ ਪ ਪ ਨੀ ਪ ਗ ਰੇ ਨੀ ਦ ਮ ਪ ਦ ਨੀ ਸਾ sa re ni sa ma ga ma ga sa ni sa ga ma ba ga ma ba ni ga ma ni sa ni da ba da ma ba ni sa ma ba ni sa ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ 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 ਪ੍ਰਭ ਸਿਉ ਲਾਗ ਮੇਰਾ ਚੀਤ ਪ੍ਰਭ ਸਿਉ ਲਾਗ ਪ੍ਰਭ ਸਿਉ ਲਾਗ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਇਹ ਸੰਗਤ ਜੀ ਧਨਾਸਰੀ ਰਾਗ ਇਸ ਵੇਲੇ ਰਾਗ ਦਰਬਾਰ ਸਾਹਿਬ ਗਾਇਆ ਜਾਂਦਾ ਹੈ। ਅੱਜ ਕੱਲ੍ਹ ਤੇ ਬਸੰਤ ਚੱਲ ਰਿਹਾ, ਉਹ ਫਿਰ ਸਮਾਂ ਹੀ ਨਹੀਂ ਮਿਲਿਆ ਉਸ ਪਾਸੇ ਦਾ। ਮਹਾਂਪੁਰਖਾਂ ਦੇ ਜੀਵਨ ਦੀਆਂ ਵਿਚਾਰਾਂ ਸਨ। ਹਾਜ਼ਰੀ ਸੱਚੇ ਪਾਤਸ਼ਾਹ ਮੇਰੀ ਤੇ ਤੁਹਾਡੀ ਤੇ ਸਾਰਿਆਂ ਦੀ ਪ੍ਰਵਾਨ ਕਰ ਲੈਣ ਸੱਚੇ ਪਾਤਸ਼ਾਹ। ਜਿਹੋ ਜਿਹੇ ਵੀ ਹੈਗੇ, ਜਿਸ ਤਰ੍ਹਾਂ ਦੇ ਵੀ ਹੈਗੇ ਸੱਚੇ ਪਾਤਸ਼ਾਹ ਤੁਹਾਡੇ ਹੀ ਹੋ, ਸਾਨੂੰ ਬਖਸ਼ ਲਓ, ਕਿਰਪਾ ਕਰ ਬਖਸ਼ ਲਓ ਮਹਾਰਾਜ। ਆਪਣੀ ਦਇਆ ਮਿਹਰ ਕਿਰਪਾ ਰਹਿਮਤ ਵਿੱਚ ਰੱਖੋ। ਹੁਣ ਸਾਡੇ ਜਥੇਦਾਰ ਜੀ ਆਪ ਜੀ ਨੂੰ ਇੱਕ ਸ਼ਬਦ ਸੁਣਾਉਣਗੇ ਤੇ ਫਿਰ ਆਨੰਦ ਸਾਹਿਬ ਜੀ ਦਾ ਕੀਰਤਨ, ਫਿਰ ਅਰਦਾਸ ਬੇਨਤੀ ਹੋਏਗੀ। ਲੰਗਰ ਤਿਆਰ ਹੈ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਲੰਗਰ ਪਾਣੀ ਛਕ ਕੇ ਫਿਰ ਸਤਿਗੁਰੂ ਜੀ ਦੇ ਕੋਲੋਂ ਆਗਿਆ ਲੈ ਕੇ ਆਪੋ ਆਪਣੇ ਟਿਕਾਣਿਆਂ ਨੂੰ ਸੰਗਤ ਨੇ ਫਿਰ ਚੱਲਣਾ ਹੈ। ਗੁਰੂ ਜੀ ਕਿਰਪਾ ਕਰਨ, ਜਿੱਥੇ ਮਹਾਰਾਜ ਨੇ ਸਾਡੀ ਆਉਂਦਿਆਂ ਦੀ ਸਹਾਇਤਾ ਕੀਤੀ ਉੱਥੇ ਵਾਪਸ ਆਪਣੇ ਟਿਕਾਣਿਆਂ ਤੇ ਵੀ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਪਹੁੰਚਾਉਣਾ ਹੈ। ਗੁਰੂ ਜੀ ਕਿਰਪਾ ਕਰਨ। ਇਹ ਸਦਾ ਹੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਣਿਆ ਤੇਰਾ ਨਾਮ ਚੇਤਾ ਆਵੇ, ਤੇਰਾ ਨਾਮ ਚੇਤਾ ਆਵੇ। ਭੁੱਲਾਂ ਦੀ ਮਾਫੀ ਸੱਚੇ ਪਾਤਸ਼ਾਹ ਗਰੀਬ ਨਵਾਜ ਸਰਦਾਰ ਅੰਮ੍ਰਿਤ ਸਿੰਘ ਹੋਣਾ ਨੂੰ ਸਮੇਤ ਪਰਿਵਾਰ ਮਹਾਰਾਜ ਬਲ ਬਖਸ਼ਦੇ ਰਹਿਣ ਤੇ ਇਹ ਭਾਵਨਾ ਇਹਨਾਂ ਦੇ ਮਨ ਵਿੱਚ ਬਣੀ ਰਹੇ, ਜਿਸ ਦਾ ਸਦਕਾ ਇਹ ਸਤ ਸੰਗ ਸਮਾਗਮ ਇਹਨਾਂ ਦੇ ਗ੍ਰਹਿ ਵਿਖੇ ਗੁਰੂ ਜੀ ਦੀ ਮਿਹਰ ਦੇ ਨਾਲ ਹੁੰਦਾ, ਬਖਸ਼ਿਸ਼ ਨਾਲ ਹੁੰਦਾ ਹੈ। ਮਹਾਰਾਜ ਜੀ ਸੇਵਾ ਬਖਸ਼ੀ ਰੱਖਣ, ਆਪਣੇ ਚਰਨਾਂ ਨਾਲ ਜੋੜੀ ਰੱਖਣ। ਗੁਰੂ ਸਾਹਿਬ ਜੀ ਆਇਆ ਸਫਲਾ ਹੋਵੇ, ਭੁੱਲ ਚੁੱਕ ਦੀ ਮਾਫੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਥੋੜੇ ਮਿੰਟਾਂ ਦਾ ਇੱਕ ਹੁਣ ਸਰਵਣ ਕਰੋ ਜੀ ਇਹਨਾਂ ਦੇ ਕੋਲ।